Hello students, in this lecture we will discuss about 12th 5-year plan of India. As we all know, India uh, adopted 5-year planning strategy in 1950-51 in order to achieve its development objectives. So total India ਦੇ ਵਿੱਚ 12 5-year plans ਆਏ ਆ ਲੇਕਿਨ 2017 ਤੋਂ ਬਾਅਦ ਇਸ ਸਿਸਟਮ ਨੂੰ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਹੈ 5-year planning ਨੂੰ ਸੋ ਦ ਲੇਟੈਸਟ 5-year plan was the 12th 5-year plan ਜਿਹਦੀ ਕਿ ਡਿਊਰੇਸ਼ਨ ਸੀ from 1st April 2012 to 31st March 2017 so this was the last and the latest 5-year plan in India. ਸੋ ਇੰਡੀਆ ਦੇ ਵਿੱਚ ਅਗਰ ਪਲੈਨਿੰਗ ਹਿਸਟਰੀ ਦੀ ਗੱਲ ਕਰੀਏ ਤਾਂ ਸਿੰਸ 1951 ਜਿਹੜੇ ਇਹ ਪਲੈਨਿੰਗ ਸਟ੍ਰੈਟਜੀ ਦੇ ਥਰੂ ਇੰਡੀਆ ਦੇ ਵਿੱਚ ਡਿਵੈਲਪਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ 5 ਸਾਲ ਦੇ ਲਈ ਪਲਾਨ ਬਣਾਇਆ ਜਾਂਦਾ ਸੀ ਜਿਹਦੇ ਵਿੱਚ ਕਿ ਹਰ ਇੱਕ ਸੈਕਟਰ ਦੇ ਲਈ ਅਲੱਗ-ਅਲੱਗ ਜਿਹੜੇ ਟਾਰਗੇਟਸ ਉਹ ਫਿਕਸ ਕੀਤੇ ਜਾਂਦੇ ਸੀ ਉਹਦੇ ਹਿਸਾਬ ਦੇ ਨਾਲ ਜਿਹੜੀ ਫਾਈਨੈਂਸ਼ੀਅਲ ਰਿਸੋਰਸਿਸ ਦੀ ਜਿਹੜੀ ਆ ਉਹ ਤੈਅ ਕੀਤਾ ਜਾਂਦਾ ਸੀ ਕਿ ਕਿੰਨਾ ਜਿਹੜਾ ਅਮਾਊਂਟ ਹੈ ਉਸ ਪਾਰਟਿਕੂਲਰ ਸੈਕਟਰ ਤੇ ਉਹਨਾਂ ਸਪੈਸੀਫਿਕ ਆਬਜੈਕਟਿਵਸ ਦੀ ਅਚੀਵਮੈਂਟ ਦੇ ਲਈ ਖਰਚ ਕੀਤਾ ਜਾਏਗਾ ਸੋ ਇਸ ਤਰ੍ਹਾਂ ਇਹ ਜਿਹੜਾ ਇੱਕ ਡਿਵੈਲਪਮੈਂਟ ਜਰਨੀ ਇੰਡੀਆ ਦੀ 5-year ਪਲਾਨਸ ਦੇ ਥਰੂ ਰਹੀ ਆ ਸੋ 11th 5-year ਪਲਾਨ ਦੀ ਅਗਰ ਅਸੀਂ ਗੱਲ ਕਰੀਏ ਜਿਹੜਾ ਕਿ 12th 5-year ਤੋਂ ਪਹਿਲਾਂ 2017 ਤੋਂ 2007 ਤੋਂ 2012 ਤੱਕ ਸੀ ਸੋ ਉਸ ਪਲਾਨ ਦੇ ਵਿੱਚ ਜੋ ਗਵਰਨਮੈਂਟ ਦਾ ਮੇਨ ਆਬਜੈਕਟਿਵ ਸੀ ਬਿਕਾਜ਼ ਹਰ ਇੱਕ 5-year ਪਲਾਨ ਦੇ ਲਈ ਇੱਕ ਜਿਹੜਾ ਮੇਨ ਆਬਜੈਕਟਿਵ ਜਿਹੜਾ ਸੀ ਉਹ ਫਿਕਸ ਕੀਤਾ ਜਾਂਦਾ ਸੀ ਤਾਂ 11th 5-year ਪਲਾਨ ਦੇ ਵਿੱਚ ਜਿਹੜਾ ਟਾਰਗੇਟ ਰੱਖਿਆ ਗਿਆ ਸੀ ਉਹ ਸਸਟੇਨੇਬਲ ਐਂਡ ਇਨਕਲੂਸਿਵ ਗਰੋਥ ਦਾ ਰੱਖਿਆ ਗਿਆ ਸੀ ਕਿ ਅਸੀਂ ਕੰਟਰੀ ਦੀ ਡਿਵੈਲਪਮੈਂਟ ਐਂਡ ਗਰੋਥ ਤੇ ਕਰਨੀ ਆ ਲੇਕਿਨ ਨਾਲ ਦੀ ਨਾਲ ਇਸ ਗਰੋਥ ਦੀ ਸਸਟੇਨੇਬਿਲਿਟੀ ਨੂੰ ਐਨਸ਼ੋਰ ਕਰਨਾ ਔਰ ਦੇ ਨਾਲ ਇਹ ਵੀ ਜਿਹੜਾ ਆ ਉਹ ਐਨਸ਼ੋਰ ਕੀਤਾ ਜਾਏਗਾ ਕਿ ਗਰੋਥ ਜਿਹੜੀ ਆ ਉਹ ਇਨਕਲੂਸਿਵ ਹੋਵੇ ਬਿਕਾਜ਼ ਅਗਰ ਸੈਕਸ਼ਨ ਸੋਸਾਇਟੀ ਦੇ ਇੱਕ ਸੈਕਸ਼ਨ ਨੂੰ ਕਿਸੇ ਪਾਰਟਿਕੂਲਰ ਸੈਕਸ਼ਨ ਨੂੰ ਹੀ ਉਸ ਗਰੋਥ ਦਾ ਡਿਵੈਲਪਮੈਂਟ ਦਾ ਫਾਇਦਾ ਪਹੁੰਚ ਰਿਹਾ ਹੈ ਤਾਂ ਉਹਦੇ ਨਾਲ ਓਵਰਆਲ ਜਿਹੜਾ ਕੰਟਰੀ ਦੀ ਡਿਵੈਲਪਮੈਂਟ ਪੋਸੀਬਲ ਨਹੀਂ ਹੋ ਪਾਏਗੀ ਸੋਸ਼ਲ ਵੈਲਫੇਅਰ ਜਿਹੜਾ ਆ ਉਹਦਾ ਮੋਟਿਵ ਉੱਥੇ ਫਿਰ ਡਿਫੀਟ ਹੋ ਜਾਂਦਾ ਤਾਂ ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਦੇ ਲਈ ਜਿਹੜਾ ਇਹ ਟਾਰਗੇਟ ਫਿਕਸ ਕੀਤਾ ਗਿਆ ਸੀ 11th 5-year ਪਲਾਨ ਦੇ ਵਿੱਚ ਕਿ ਸਸਟੇਨੇਬਲ ਐਂਡ ਜਿਹੜੀ ਇਨਕਲੂਸਿਵ ਗਰੋਥ ਅਚੀਵ ਕਰਨੀ ਹੈ ਤਾਂ ਇਸੇ ਜਿਹੜਾ ਆਈਡੀਓਲੋਜੀ ਨੂੰ ਇਸੇ ਆਬਜੈਕਟਿਵ ਨੂੰ ਅੱਗੇ ਕੈਰੀ ਫਾਰਵਰਡ ਕੀਤਾ ਗਿਆ 12th 5-year ਪਲਾਨ ਦੇ ਵਿੱਚ ਤਾਂ 12th 5-year ਪਲਾਨ ਦੇ ਵਿੱਚ ਵੀ ਜਿਹੜਾ ਫਾਸਟਰ ਸਸਟੇਨੇਬਲ ਐਂਡ ਮੋਰ ਇਨਕਲੂਸਿਵ ਗਰੋਥ ਜਿਹੜਾ ਇਸ ਪਲਾਨ ਦਾ ਜਿਹੜਾ ਇੱਕ ਆਬਜੈਕਟਿਵ ਰੱਖਿਆ ਗਿਆ ਕਿ ਤੇਜ਼ੀ ਦੇ ਨਾਲ ਗਰੋਥ ਕਰਨੀ ਆ ਤੇ ਨਾਲ ਦੀ ਨਾਲ ਉਸ ਗਰੋਥ ਨੂੰ ਸਸਟੇਨੇਬਲ ਐਂਡ ਇਨਕਲੂਸਿਵ ਵੀ ਬਣਾਉਣਾ ਤਾਂ ਸਸਟੇਨੇਬਲ ਦਾ ਮਤਲਬ ਕੀ ਆ ਕਿ ਗਰੋਥ ਇਸ ਤਰ੍ਹਾਂ ਅਚੀਵ ਕਰਨੀ ਆ ਇਸ ਤਰ੍ਹਾਂ ਡਿਵੈਲਪਮੈਂਟ ਇਕੋਨਮੀ ਦੀ ਅਸੀਂ ਕਰਨੀ ਆ ਕਿ ਜਿਹੜੇ ਰਿਸੋਰਸਿਸ ਹੈਗੇ ਆ ਉਹਨਾਂ ਨੂੰ ਵਾਈਜ਼ਲੀ ਯੂਜ਼ ਕਰਦੇ ਹੋਏ ਅਸੀਂ ਫਿਊਚਰ ਜਨਰੇਸ਼ਨ ਦੇ ਲਈ ਵੀ ਸੇਵ ਕਰਕੇ ਰੱਖਣਾ ਆ ਤੇ ਨਾਲ ਦੀ ਨਾਲ ਜਿਹੜੀ ਗਰੋਥ ਹੈ ਉਹਦੇ ਵਿੱਚ ਹਰ ਪਰਸਨ ਨੂੰ ਅਸੀਂ ਇਨਕਲੂਡ ਕਰ ਸਕੀਏ ਜਿਸ ਤਰ੍ਹਾਂ ਅਸੀਂ ਗਵਰਨਮੈਂਟ ਦਾ ਇੱਕ ਜਿਹੜਾ ਸਲੋਗਨ ਵੀ ਸੁਣਿਆ ਸਬਕਾ ਸਾਥ ਸਬਕਾ ਵਿਕਾਸ ਤੋਂ ਕਿਸ ਤਰ੍ਹਾਂ ਹਰੇਕ ਪਰਸਨ ਨੂੰ ਇਸ ਵਿਕਾਸ ਦੇ ਸਫ਼ਰ ਦੇ ਵਿੱਚ ਇਸ ਡਿਵੈਲਪਮੈਂਟ ਦੀ ਜਰਨੀ ਦੇ ਵਿੱਚ ਇਨਕਲੂਡ ਕੀਤਾ ਜਾਵੇ ਤਾਂ that was a broader objectives of this 12th 5-year plan तो ਇਹਨਾਂ ਆਬਜੈਕਟਿਵਸ ਦੀ ਫੁੱਲਫਿਲਮੈਂਟ ਦੇ ਲਈ ਗਵਰਨਮੈਂਟ ਨੇ ਜਿਹੜੇ ਉਹ ਇੱਕ ਸੈਕਟਰ ਵਾਈਜ਼ ਜਾਂ ਅਸੀਂ ਡਿਟੇਲ ਦੇ ਵਿੱਚ ਅਗਰ ਦੇਖੀਏ ਕਿ ਕਿਹੜੇ ਟਾਰਗੇਟਸ ਸੈੱਟ ਕੀਤੇ ਉਹਨਾਂ ਦੀ ਗੱਲ ਕਰੀਏ ਤਾਂ ਇਕਨੋਮਿਕ ਗਰੋਥ ਨੂੰ ਅਚੀਵ ਕਰਨ ਦੇ ਲਈ ਜੋ ਆਬਜੈਕਟਿਵਸ ਗਵਰਨਮੈਂਟ ਨੇ ਜਾਂ ਟਾਰਗੇਟਸ ਫਿਕਸ ਕੀਤੇ ਸੀਗੇ 12th 5-year ਪਲਾਨ ਦੇ ਵਿੱਚ ਤੇ ਉਹਦੇ ਇਕਨੋਮਿਕ ਗਰੋਥ ਦੇ ਅੰਡਰ ਗਵਰਨਮੈਂਟ ਨੇ ਓਵਰਆਲ GDP 8% ਪਰ ਐਨਮ ਜਿਹੜੀ ਅਚੀਵ ਕਰਨ ਦਾ ਟਾਰਗੇਟ ਰੱਖਿਆ ਇਹ ਇੰਨਾ ਹਾਈ ਟਾਰਗੇਟ ਰੱਖਣ ਦਾ ਰੀਜ਼ਨ ਇਹ ਸੀ ਕਿ 11th 5-year ਪਲਾਨ ਦੇ ਦੌਰਾਨ ਜੋ ਪੂਰੇ ਪਲਾਨ ਦੇ ਦੌਰਾਨ GDP ਸੀ ਉਹਦੀ ਪਰਫਾਰਮੈਂਸ ਕਾਫੀ ਅੱਛੀ ਰਹੀ ਤੋ ਉਸ 7.9% ਓਵਰਆਲ ਜਿਹੜਾ ਸੀਗਾ 11th 5-year ਪਲਾਨ ਦਾ ਜਿਹੜਾ GDP ਗਰੋਥ ਰੇਟ ਰਿਹਾ ਤਾਂ ਉਸ ਗਰੋਥ ਰੇਟ ਨੂੰ ਧਿਆਨ 'ਚ ਰੱਖਦੇ ਹੋਏ 8% ਜਿਹੜਾ ਪਰ ਐਨਮ ਗਰੋਥ ਰੇਟ 12th 5-year ਪਲਾਨ ਦੇ ਲਈ ਤੈਅ ਕੀਤਾ ਗਿਆ ਸੋ ਇਸ ਤੋਂ ਇਲਾਵਾ ਸੈਕਟੋਰਲੀ ਅਗਰ ਗਰੋਥ ਰੇਟ ਅਚੀਵ ਕਰਨ ਦੀ ਗੱਲ ਕਰੀਏ ਤਾਂ ਐਗਰੀਕਲਚਰ ਦੇ ਲਈ 4% ਪਰ ਐਨਮ
ਇੰਡਸਟਰੀ ਦੇ ਲਈ 7.6% ਐਂਡ ਸਰਵਿਸ ਸੈਕਟਰ ਦੇ ਲਈ 9% ਪਰ ਐਨਮ ਦਾ ਟਾਰਗੇਟ ਜਿਹੜਾ 12th ਪਲਾਨ ਦੇ ਵਿੱਚ ਰੱਖਿਆ ਗਿਆ। ਮੈਨੂਫੈਕਚਰਿੰਗ ਨੂੰ ਜਿਹੜਾ ਜ਼ਿਆਦਾ ਉਹਦੇ ਵਿੱਚ ਗਰੋਥ ਰੇਟ ਅਚੀਵ ਕਰਨ ਦੇ ਲਈ 10% ਦਾ ਜਿਹੜਾ ਟਾਰਗੇਟ ਆ ਉਹ ਇਹਦੇ ਵਿੱਚ ਫਿਕਸ ਕੀਤਾ ਗਿਆ। ਸੋ ਇਹਦੇ ਤੋਂ ਇਲਾਵਾ 11th ਪਲਾਨ ਦੇ ਨਾਲੋਂ ਜਿਹੜੇ ਸੀਗੇ ਜਿਹੜਾ ਸਟੇਟ ਹਰੇਕ ਸਟੇਟ 11th ਪਲਾਨ ਦੀ ਐਵਰੇਜ ਦੇ ਨਾਲੋਂ ਜ਼ਿਆਦਾ ਗਰੋਥ ਰੇਟ ਅਚੀਵ ਕਰੇ, ਇਹ ਵੀ ਇਕਨੋਮਿਕ ਗਰੋਥ ਦਾ ਟਾਰਗੇਟ ਜਿਹੜਾ ਆ ਉਹ ਇਸ ਪਲਾਨ ਦੇ ਵਿੱਚ ਰੱਖਿਆ ਗਿਆ। ਦੈਨ ਪਾਵਰਟੀ ਰਿਡਕਸ਼ਨ ਐਂਡ ਐਮਪਲੋਇਮੈਂਟ ਜਨਰੇਸ਼ਨ ਦੀ ਗੱਲ ਕਰੀਏ ਤਾਂ ਪਾਵਰਟੀ ਨੂੰ ਰਿਡਿਊਸ ਕਰਨ ਦੇ ਲਈ ਜਿਹੜਾ 12th ਪਲਾਨ ਦੇ ਐਂਡ ਤੱਕ ਰਿਡਿਊਸ ਕਿੱਥੇ ਤੱਕ ਕਰਨ ਦੀ ਗੱਲ ਕੀਤੀ ਗਈ, ਪਾਵਰਟੀ ਬਾਈ 10 ਪਰਸੈਂਟੇਜ ਪੁਆਇੰਟਸ। ਤਾਂ 10% ਘਟਾਉਣੀ ਜਿੰਨੀ ਓਵਰਆਲ, ਇਟ ਮੀਨਸ ਕਿ ਜਿਹੜੀ ਬਿਲੋ ਪਾਵਰਟੀ ਲਾਈਨ ਪਾਪੂਲੇਸ਼ਨ ਆ ਉਹਨੂੰ 10% ਤੋਂ ਥੱਲੇ ਲੈ ਕੇ ਆਉਣਾ ਕੰਟਰੀ ਦੀ ਓਵਰਆਲ ਪਾਪੂਲੇਸ਼ਨ ਦੀ ਰੇਸ਼ੋ ਦੇ ਵਿੱਚ। ਤੋ ਇਸ ਤੋਂ ਇਹਦੇ ਲਈ ਇੰਪਲੋਇਮੈਂਟ ਜਨਰੇਟ ਕਰਨੀ ਪੈਗੀ ਤਾਂ ਕਿ ਇਨਕਮ ਦਾ ਸੋਰਸ ਬਣ ਸਕੇ। ਤੋ 50 ਮਿਲੀਅਨ ਨਿਊ ਵਰਕ ਓਪਰਚੁਨਿਟੀਜ਼ ਨॉन ਫਾਰਮ ਸੈਕਟਰਸ, ਕਿਉਂਕਿ ਐਗਰੀਕਲਚਰ ਦੇ ਵਿੱਚ ਆਲਰੇਡੀ ਬੜੀ ਡਿਸਗਾਈਜ਼ਡ ਅਨਇੰਪਲੋਇਮੈਂਟ ਆ। ਤੋ ਇਹਨਾਂ ਉਸ ਚੀਜ਼ ਤੋਂ ਉਭਾਰਨ ਦੇ ਲਈ ਇਕੋਨਮੀ ਨੂੰ 50 ਮਿਲੀਅਨ ਨਿਊ ਵਰਕ ਐਵੇਨਿਊਜ਼ ਕ੍ਰੀਏਟ ਕਰਨੇ, ਉਹ ਵੀ ਨॉन ਫਾਰਮ ਸੈਕਟਰਸ, ਦੈਟ ਮੀਨਸ ਕਿ ਸੈਕਟਰਸ ਅਦਰ ਦੈਨ ਐਗਰੀਕਲਚਰ। ਇਸ ਤੋਂ ਇਲਾਵਾ ਸਕਿੱਲ ਸਰਟੀਫਿਕੇਸ਼ਨ ਪ੍ਰੋਵਾਈਡ ਕਰਨੀ ਟੂ 50 ਮਿਲੀਅਨ ਪਰਸਨ ਡਿਊਰਿੰਗ ਦਾ 12th ਪਲਾਨ। ਔਰ ਅਸੀਂ ਦੇਖਿਆ ਵੀ ਕਿ ਕਿਸ ਤਰ੍ਹਾਂ ਜੋ ਰੀਸੈਂਟ ਜੋ ਕਰੰਟ ਗਵਰਨਮੈਂਟ ਆ ਉਹਦੀਆਂ ਕੁਛ ਇਸ ਤਰ੍ਹਾਂ ਦੀਆਂ ਪਾਲਿਸੀਜ਼ ਸੀਗੀਆਂ ਕਿ ਜਿਹਦੇ ਵਿੱਚ ਕਿ ਜਿਹੜੇ ਸਕਿੱਲਡ ਸਰਟੀਫਿਕੇਸ਼ਨ ਸਕਿੱਲ ਦੀ ਪ੍ਰੋਵਾਈਡ ਕੀਤੀ ਜਾਵੇ। ਇੱਕ ਸਿੰਪਲ ਜਿਹੜਾ ਇੱਕ ਅਨਆਰਗੇਨਾਈਜ਼ ਸੈਕਟਰ ਦੇ ਵਿੱਚ ਕੰਮ ਕਰਨ ਵਾਲਾ ਇੱਕ ਮਜ਼ਦੂਰ ਵੀ ਆ, ਇੱਕ ਕਾਰਪੈਂਟਰ ਆ, ਚਾਹੇ ਕੋਈ ਇੱਕ ਮੈਸਨ ਹੈਗਾ, ਪਲੰਬਰ ਹੈਗਾ, ਉਹਨਾਂ ਨੂੰ ਸਰਟੀਫਿਕੇਸ਼ਨ ਪ੍ਰੋਵਾਈਡ ਕੀਤੀ ਜਾਵੇ। ਤਾਂ ਸਕਿੱਲ ਸਰਟੀਫਿਕੇਸ਼ਨ ਇਸ ਤਰ੍ਹਾਂ ਦੇ ਨਾਲ ਕਰਨ ਦੇ ਲਈ ਤਾਂ ਕਿ ਉਹਨਾਂ ਨੂੰ ਵੀ ਇੱਕ ਆਰਗੇਨਾਈਜ਼ਡ ਸੈਕਟਰ ਦਾ ਹਿੱਸਾ ਬਣਾਇਆ ਜਾ ਸਕੇ। ਸੋ 50 ਮਿਲੀਅਨ ਪਰਸਨਸ ਨੂੰ ਸਕਿੱਲ ਸਰਟੀਫਿਕੇਸ਼ਨ ਪ੍ਰੋਵਾਈਡ ਕਰਨ ਦਾ ਟਾਰਗੇਟ 12th ਪਲਾਨ ਦੇ ਵਿੱਚ ਰੱਖਿਆ ਗਿਆ। ਐਜੂਕੇਸ਼ਨ ਨੂੰ ਸਪਰੈਡ ਕਰਨ ਦੇ ਲਈ ਕਿ ਮੇਨ ਈਅਰ ਆਫ ਸਕੂਲਿੰਗ ਜਿਹੜੇ ਹੈਗੇ ਆ ਹਰ ਇੱਕ ਚਾਈਲਡ ਦੇ ਲਈ 7 ਸਾਲ ਘੱਟੋ ਘੱਟ ਜਿਹੜਾ ਉਹਨਾਂ ਨੂੰ ਇਨਸ਼ੋਰ ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜਾ ਹਾਇਰ ਐਜੂਕੇਸ਼ਨ ਤੱਕ ਐਕਸੈਸ ਹੈ, ਬੱਚਿਆਂ ਦੀ ਪਹੁੰਚ ਹੈ, ਉਹਨੂੰ ਜ਼ਿਆਦਾ ਕਰਨਾ। ਔਰ 2 ਮਿਲੀਅਨ ਐਡੀਸ਼ਨਲ ਸੀਟਸ ਹਾਇਰ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਕ੍ਰੀਏਟ ਕਰਨੀਆਂ ਤਾਂ ਕਿ ਕੰਟਰੀ ਦੀਆਂ ਜਿਹੜੀਆਂ ਇਨਕਰੀਜ਼ਿੰਗ ਸਕਿੱਲ ਨੀਡਸ ਹੈਗੀਆਂ ਉਹਨਾਂ ਨੂੰ ਇਹ ਜਿਹੜੇ ਨਿਊ ਜਨਰੇਸ਼ਨ ਹੈ ਜੋ ਇਸ ਅੱਗੇ ਚਿਲਡਰਨ ਹੈਗੇ ਆ ਉਹਨਾਂ ਨੂੰ ਟ੍ਰੇਨ ਕੀਤਾ ਜਾ ਸਕੇ, ਸਕਿੱਲ ਡਿਵੈਲਪਮੈਂਟ ਕਰਕੇ ਉਹਨਾਂ ਦੇ ਸਕਿੱਲਸ ਨੂੰ ਯੂਜ਼ ਕਰਕੇ ਕੰਟਰੀ ਦੀ ਡਿਵੈਲਪਮੈਂਟ ਕੀਤੀ ਜਾ ਸਕੇ। ਐਜੂਕੇਸ਼ਨ ਦੇ ਵਿੱਚ ਜੈਂਡਰ ਤੇ ਸੋਸ਼ਲ ਗੈਪ ਜਿਹੜਾ ਹੈਗਾ ਉਹਨੂੰ ਦੂਰ ਕਰਨਾ। ਜੈਂਡਰ ਡਿਸਕ੍ਰਿਮੀਨੇਸ਼ਨ ਆ, ਜਿਸ ਤਰ੍ਹਾਂ ਕਿ ਗਰਲਸ ਦੀ ਪੜ੍ਹਾਈ ਵੱਲ ਘੱਟ ਧਿਆਨ ਦਿੱਤਾ ਜਾਂਦਾ ਜਾਂ ਇੱਕ ਸੋਸ਼ਲ ਗੈਪ ਆ ਅੱਗੇ ਸੁਸਾਇਟੀ ਦੇ ਵਿੱਚ, ਤਾਂ ਉਹਨਾਂ ਨੂੰ ਉਹ ਐਨਰੋਲਮੈਂਟ ਉਹਨਾਂ ਨੂੰ ਜਿਹੜੀ ਆ ਉਹ ਵਧਾਉਣੀ ਤੇ ਜਿਹੜਾ ਹਰੇਕ ਸੈਕਸ਼ਨ ਆਫ ਸੁਸਾਇਟੀ ਹੈ ਉਹਨੂੰ ਜਿਹੜਾ ਆ ਉਹ ਉਹਦੀ ਪਾਰਟਿਸਿਪੇਸ਼ਨ ਨੂੰ ਐਨਸ਼ੋਰ ਕੀਤਾ ਜਾਵੇ। ਸੋ SC STs ਮੁਸਲਿਮਸ ਜਾਂ ਜਿਹੜੇ ਕੋਈ ਮਾਈਨੋਰਿਟੀਜ਼ ਹੈਗੀਆਂ ਉਹਨਾਂ ਦੀ ਐਜੂਕੇਸ਼ਨ ਵੱਲ ਖਾਸ ਧਿਆਨ ਦੇਣਾ। ਸੋ ਹੈਲਥ ਸਟੈਂਡਰਡਸ ਨੂੰ ਇੰਪਰੂਵ ਕਰਨ ਦੀ ਗੱਲ ਕਰੀਏ ਤਾਂ ਇਸ ਪਰਟੀਕੂਲਰ ਜੋ ਪਲਾਨ ਦੇ ਵਿੱਚ ਕੀ ਟਾਰਗੇਟ ਰੱਖੇ ਗਏ ਕਿ ਇਨਫੈਂਟ ਮੋਰਟੈਲਿਟੀ ਰੇਟ ਆ ਉਹਨੂੰ ਰਿਡਿਊਸ ਕਰਕੇ 25 ਪਰ 1000 ਲਾਈਵ ਬਰਥਸ ਤੱਕ ਲੈ ਕੇ ਆਉਣਾ ਐਂਡ ਮੈਟਰਨਲ ਮੋਰਟੈਲਿਟੀ ਰੇਟ ਨੂੰ 1% 1 ਪਰ 1000 ਲਾਈਵ ਬਰਥਸ ਤੱਕ ਲੈ ਕੇ ਆਉਣਾ। ਤੋ ਚਾਈਲਡ ਸੈਕਸ ਰੇਸ਼ੋ 0 to 6 ਈਅਰ ਦੇ ਏਜ ਦੇ ਬੱਚਿਆਂ ਦੇ ਵਿੱਚ ਚਾਈਲਡ ਸੈਕਸ ਰੇਸ਼ੋ ਨੂੰ 950 ਤੱਕ ਅਚੀਵ ਕਰਨਾ। ਤੋ ਦੈਟ ਮੀਨਸ ਕਿ 1000 ਦੇ ਪਿੱਛੇ 950 ਗਰਲਸ, 1000 ਬॉयਜ਼ ਦੇ ਪਿੱਛੇ 950 ਗਰਲਸ। ਤੋ ਇਹ ਸੈਕਸ ਰੇਸ਼ੋ ਅਚੀਵ ਕਰਨੀ ਇਨ ਦਾ ਏਜ ਈਅਰਸ ਆਫ 0 to 6। ਇਸ ਤੋਂ ਇਲਾਵਾ ਟੋਟਲ ਫਰਟੀਲਿਟੀ ਰੇਟ ਨੂੰ ਘਟਾਉਣਾ, ਕਿਉਂਕਿ ਇੰਡੀਆ ਦੇ ਵਿੱਚ ਪਾਪੂਲੇਸ਼ਨ ਗਰੋਥ ਰੇਟ ਬਹੁਤ ਜ਼ਿਆਦਾ ਹਾਈ ਹੈ, ਤਾਂ ਉਹਨੂੰ ਰਿਡਿਊਸ ਕਰਨ ਲਈ ਟੋਟਲ ਫਰਟੀਲਿਟੀ ਰੇਟ ਨੂੰ ਰਿਡਿਊਸ ਕਰਨਾ। ਨੰਬਰ ਆਫ ਐਵਰੇਜ ਚਿਲਡਰਨ ਬੋਰਨ ਟੂ ਅ ਵੂਮਨ ਟੂ 2.1, ਤਾਂ ਇਸ ਰੇਟ ਨੂੰ ਘੱਟ ਕਰਨਾ 2.1 ਤੱਕ। Malnutrition among children of age group of 0 to 3 years to half of its present level by the end of the plan, because India ਦੇ ਵਿੱਚ malnutrition in children ਬਹੁਤ ਵੱਡੀ ਪ੍ਰੋਬਲਮ ਆ। ਸਾਡੇ ਜਿਹੜੇ ਕੰਟਰੀ ਦੇ ਵਿੱਚ ਬੱਚੇ ਹੈਗੇ ਆ ਬੜੇ malnourished ਆ, ਉਹ ਕੁਪੋਸ਼ਣ ਦਾ ਸ਼ਿਕਾਰ ਆ, ਉਹਨਾਂ ਨੂੰ ਅੱਛਾ ਹੈਲਦੀ ਫੂਡ ਨਹੀਂ ਮਿਲਦਾ ਜਿਹਦੇ ਕਰਕੇ ਉਹ
ਉਹਨਾਂ ਦੀ ਗਰੋਥ ਪ੍ਰੋਪਰ ਨਹੀਂ ਹੋ ਪਾਉਂਦੀ ਔਰ ਉਹ ਜ਼ਿਆਦਾ ਜਿਹੜਾ ਇਨਫੈਕਸ਼ਨਸ ਔਰ ਡਿਸੀਜ਼ਸ ਦੇ ਲਈ ਉਹਨਾਂ ਨੂੰ ਖਤਰਾ ਜਿਹੜਾ ਜ਼ਿਆਦਾ ਰਹਿੰਦਾ। ਸੋ ਹੈਲਦੀ ਜਿਹੜੀ ਹਿਊਮਨ ਕੈਪੀਟਲ ਹੋਵੇ ਕੰਟਰੀ 'ਚ ਉਹਦੇ ਲਈ ਜ਼ਰੂਰੀ ਆ ਕਿ ਹੈਲਥ ਇੰਡੀਕੇਟਰਸ ਅੱਛੇ ਹੋਣ ਕੰਟਰੀ ਲਈ। ਤਾਂ ਐਸੇ ਗੋਲਸ ਜਿਹੜੇ ਆ ਉਹ ਰੱਖੇ ਗਏ। ਡਿਵੈਲਪਮੈਂਟ ਆਫ ਇਨਫਰਾਸਟਰਕਚਰ ਦੀ ਗੱਲ ਕਰੀਏ ਤੇ ਇਨਫਰਾਸਟਰਕਚਰ ਦੇ ਉੱਪਰ ਇਨਵੈਸਟਮੈਂਟ ਨੂੰ ਵਧਾ ਕੇ GDP ਦਾ 9% ਤੱਕ ਇਸ ਪਲਾਨ ਦੀ ਐਂਡ ਤੱਕ ਕਰਨ ਦੀ ਗੱਲ ਕੀਤੀ ਗਈ। ਇਹਦੇ ਨਾਲ ਹੀ ਜਿਹੜਾ ਇਰੀਗੇਟਡ ਏਰੀਆ ਹੈ ਕੰਟਰੀ ਦੇ ਵਿੱਚ ਉਹਨੂੰ 90 ਮਿਲੀਅਨ ਹੈਕਟੇਅਰ ਤੋਂ ਵਧਾ ਕੇ 103 ਮਿਲੀਅਨ ਹੈਕਟੇਅਰਸ ਤੱਕ ਅਚੀਵ ਕਰਨ ਦਾ ਟਾਰਗੇਟ ਰੱਖਿਆ ਗਿਆ। ਇਸ ਤੋਂ ਇਲਾਵਾ ਹਰੇਕ ਪਿੰਡ ਨੂੰ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਨ ਦਾ ਟਾਰਗੇਟ ਐਂਡ ਆਲ ਵੈਦਰ ਰੋਡਸ ਦੇ ਨਾਲ, ਪੱਕੇ ਰੋਡਸ ਦੇ ਨਾਲ ਸਾਰੇ ਪਿੰਡਾਂ ਨੂੰ ਜੋੜਨਾ। ਸਿੰਗਲ ਲੇਨ ਜਿਹੜੇ ਨੈਸ਼ਨਲ ਐਂਡ ਸਟੇਟ ਹਾਈਵੇਜ਼ ਹੈਗੇ ਆ ਉਹਨਾਂ ਨੂੰ ਘੱਟ ਤੋਂ ਘੱਟ 2 ਲੇਨ ਬਣਾਉਣਾ। ਇਸ ਤੋਂ ਇਲਾਵਾ ਈਸਟਰਨ ਤੇ ਵੈਸਟਰਨ ਜਿਹੜੇ ਡੈਡੀਕੇਟਡ ਫਰੀਟ ਕੋਰੀਡੋਰਸ ਬਣਾਉਣੇ, ਰੇਲ ਟਰੈਕਸ ਜਿਹੜੇ ਕਿ ਸਿਰਫ ਟਰਾਂਸਪੋਰਟੇਸ਼ਨ ਆਫ ਗੁੱਡਸ ਦੇ ਲਈ ਯੂਜ਼ ਕੀਤੇ ਜਾਓਗੇ ਤਾਂ ਕਿ ਫਟਾਫਟ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਇਸ ਗੁੱਡਸ ਦੀ ਟਰਾਂਸਪੋਰਟੇਸ਼ਨ ਆ, ਗੁੱਡਸ ਦੀ ਜਿਹੜੀ ਅਵੇਲੇਬਿਲਿਟੀ ਆ ਉਹ ਹੋ ਸਕੇ। ਸੋ ਇਸ ਪਲਾਨ ਦੇ ਐਂਡ ਤੱਕ ਈਸਟ ਟੂ ਵੈਸਟ ਜਿਹੜਾ ਕੰਟਰੀ ਦੇ ਇੱਕ ਈਸਟਰਨ ਕਾਰਨਰ ਤੋਂ ਵੈਸਟਰਨ ਕਾਰਨਰ ਤੱਕ ਇੱਕ ਜਿਹੜਾ ਡੈਡੀਕੇਟਡ ਫਰੀਟ ਕੋਰੀਡੋਰ ਜਿਹਦਾ ਕਿ ਸੋਲੋ ਪਰਪਸ ਕੀ ਹੋਏਗਾ ਟਰਾਂਸਪੋਰਟੇਸ਼ਨ ਆਫ ਗੁੱਡਸ ਉਹਦੇ ਲਈ ਯੂਜ਼ ਕੀਤਾ ਜਾਏਗਾ। ਐਸਾ ਜਿਹੜਾ ਨੈਟਵਰਕ ਆ ਉਹ ਕੋਰੀਡੋਰ ਬਣਾਉਣ ਦੀ ਗੱਲ ਕੀਤੀ ਗਈ। To increase rural tele density to 70% by the end of the plan ਕਿ ਟੈਲੀਕਮਿਊਨੀਕੇਸ਼ਨ ਦੇ ਮੀਨਸ ਹਰੇਕ ਪਰਸਨ ਤੱਕ ਪਹੁੰਚ ਸਕਣ ਉਹਦੇ ਲਈ 70% ਤੱਕ ਇਹ ਰੇਟ ਜਿਹੜਾ ਖਾਸ ਕਰਕੇ ਰੂਰਲ ਏਰੀਆਜ਼ ਦੇ ਵਿੱਚ ਪਹੁੰਚਾਉਣ ਦੀ ਗੱਲ ਕੀਤੀ ਗਈ। ਸੋ ਰੂਰਲ ਪਾਪੂਲੇਸ਼ਨ ਤੱਕ ਪਾਈਪਡ ਡਰਿੰਕਿੰਗ ਵਾਟਰ ਦੀ ਗੱਲ ਕਿ ਵਾਟਰ ਸਪਲਾਈ ਸਾਫ ਸੁਥਰਾ ਪੀਣ ਵਾਲਾ ਪਾਣੀ ਜਿਹੜਾ ਹੈਗਾ ਆ ਉਹ ਸਾਰੇ ਲੋਕਾਂ ਨੂੰ ਪਹੁੰਚ ਸਕੇ। ਐਂਡ ਜਿਹੜਾ ਇਸ ਪਲਾਨ ਦੇ ਐਂਡ ਤੱਕ ਜਿਹੜਾ ਐਟਲੀਸਟ ਹਾਫ ਆਫ ਗ੍ਰਾਮ ਪੰਚਾਇਤ ਜਿਹੜੀਆਂ ਆ ਉਹ ਨਿਰਮਲ ਗ੍ਰਾਮ ਕਲੀਨ ਵਿਲੇਜ ਸਟੇਟਸ ਜਿਹੜਾ ਅਚੀਵ ਕਰ ਸਕਣ। ਤਾਂ ਕਿ ਨਿਰਮਲ ਗ੍ਰਾਮ ਮਤਲਬ ਕਿ ਜਿਹੜਾ ਬਿਲਕੁਲ ਸਵੱਛ ਭਾਰਤ ਦਾ ਅਸੀਂ ਸਲੋਗਨ ਵੀ ਦੇਖਦੇ ਹਾਂ ਤਾਂ ਜਿਨ੍ਹਾਂ ਦੇ ਵਿੱਚ ਓਪਨ ਡਿਫਿਕੇਸ਼ਨ ਨਾ ਹੋਵੇ, ਜਿਨ੍ਹਾਂ ਦੇ ਵਿੱਚ ਪੱਕੇ ਘਰ ਹੋਣ ਔਰ ਸਾਫ ਸੁਥਰਾ ਪੀਣ ਵਾਲਾ ਪਾਣੀ ਅਵੇਲੇਬਲ ਹੋਵੇ ਲੋਕਾਂ ਨੂੰ। ਤਾਂ ਐਸੇ ਜਿਹੜੇ ਨਿਰਮਲ ਗ੍ਰਾਮ ਦੀ ਅਚੀਵਮੈਂਟ ਦੀ ਗੱਲ ਇਸ ਜਿਹੜਾ ਪਰਟੀਕੂਲਰ ਪਲਾਨ ਦੇ ਵਿੱਚ ਕੀਤੀ ਗਈ ਕਿ ਐਟਲੀਸਟ ਇੰਡੀਆ ਦੇ ਹਾਫ ਵਿਲੇजेस ਜਿਹੜੇ 50% ਵਿਲੇजेस ਆ ਉਹ ਇਸ ਸਟੇਟਸ ਨੂੰ ਅਚੀਵ ਕਰ ਲੈਣ ਬਾਈ ਦਾ ਐਂਡ ਆਫ ਦਿਸ ਪਲਾਨ। ਨਾਲ ਦੀ ਨਾਲ ਅਸੀਂ ਸਸਟੇਨੇਬਿਲਿਟੀ ਦੀ ਗੱਲ ਵੀ ਕੀਤੀ ਹੈ ਕਿ ਇਸ ਪਲਾਨ ਦੇ ਵਿੱਚ ਜਿਹੜਾ ਸਸਟੇਨੇਬਲ ਗਰੋਥ ਦੀ ਗੱਲ ਕੀਤੀ ਗਈ ਤਾਂ ਸਸਟੇਨੇਬਿਲਿਟੀ ਦੇ ਲਈ ਬਹੁਤ ਜ਼ਰੂਰੀ ਹੈ ਕਿ ਐਨਵਾਇਰਨਮੈਂਟ ਦੇ ਉੱਪਰ ਪੈਣ ਵਾਲੇ ਇੰਪੈਕਟ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ। ਜੋ ਇਹ ਗਰੋਥ ਦੀ ਦੌੜ ਦੇ ਵਿੱਚ ਕਿਤੇ ਐਨਵਾਇਰਨਮੈਂਟ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਦੇ ਲਈ ਇਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਲਈ ਜੋ ਟਾਰਗੇਟ ਰੱਖੇ ਗਏ ਕਿ ਇੱਕ ਤਾਂ ਕੰਟਰੀ ਦੇ ਵਿੱਚ ਜਿਹੜਾ ਫੋਰੈਸਟ ਐਂਡ ਟਰੀ ਕਵਰ ਹੈਗਾ ਉਹਨੂੰ 1 ਮਿਲੀਅਨ ਹੈਕਟੇਅਰ ਹਰ ਸਾਲ ਇਸ ਪਲਾਨ ਦੇ 5 ਇਅਰਸ ਦੇ ਦੌਰਾਨ ਹਰੇਕ ਸਾਲ 1 ਮਿਲੀਅਨ ਹੈਕਟੇਅਰ ਜਿਹੜਾ ਟਰੀ ਐਂਡ ਫੋਰੈਸਟ ਕਵਰ ਆ ਉਹਨੂੰ ਵਧਾਉਣਾ ਹੈ। ਇਸ ਤੋਂ ਇਲਾਵਾ એનર્ਜੀ ਜਿਹੜੀ ਰੀਨਿਊਏਬਲ એનર્ਜੀ ਕੈਪੈਸਿਟੀ ਆ ਉਹਨੂੰ ਵਧਾਉਣਾ ਕਿ ਜਿਹੜੇ ਸਾਡੇ ਕਨਵੈਨਸ਼ਨਲ એનર્ਜੀ ਸੋਰਸਿਸ ਦੇ ਉੱਪਰ ਡਿਪੈਂਡੈਂਸ ਬਹੁਤ ਜ਼ਿਆਦਾ ਜਿੱਦਾਂ ਕੋਲ ਦੇ ਉੱਪਰ ਆ ਜਾਂ ਹਾਈਡਲ એનર્ਜੀ ਆ ਤਾਂ ਇਹਦੇ ਤੇ ਰਿਡਿਊਸ ਕਰਕੇ ਅਸੀਂ ਜ਼ਿਆਦਾ ਜਿਹੜੀਆਂ ਰੀਨਿਊਏਬਲ એનર્ਜੀ ਸੋਰਸ ਹੈਗੇ ਸਾਡੇ ਕੋਲ ਜਿੱਦਾਂ ਵਿੰਡ એનર્ਜੀ ਆ ਜਾਂ ਸਾਡੇ ਕੋਲ ਸੋਲਰ એનર્ਜੀ ਆ ਤਾਂ ਅਬੰਡੈਂਸ ਦੇ ਵਿੱਚ ਜਿਹੜੇ ਰਿਸੋਰਸਿਸ ਅਵੇਲੇਬਲ ਆ ਉਹ ਰੀਨਿਊਏਬਲ ਆ ਤੋ ਲਗਾਤਾਰ ਇਹਨਾਂ ਦੀ ਅਵੇਲੇਬਿਲਿਟੀ ਬਣੀ ਹੋਈ ਆ। ਇਹਨਾਂ ਦੇ ਉੱਪਰ ਜ਼ਿਆਦਾ ਡਿਪੈਂਡੈਂਸ એનર્ਜੀ ਸੋਰਸਿਸ ਦੇ ਲਈ ਬਣਾਉਣੀ ਤੋ ਐਸਾ ਵੀ ਟਾਰਗੇਟ ਗਵਰਨਮੈਂਟ ਨੇ ਇਸ ਜਿਹੜਾ ਪਲਾਨ ਦੇ ਵਿੱਚ ਰੱਖਿਆ। ਇਸ ਤੋਂ ਇਲਾਵਾ ਐਮਿਸ਼ਨ ਇੰਟੈਂਸਿਟੀ ਜਿਹੜੀ ਆ ਘਟਾਉਣੀ ਕਿ ਜਿਹੜਾ ਇੰਨਾ ਜ਼ਿਆਦਾ ਪੋਲਿਊਟੈਂਟਸ ਐਮਿਟ ਹੋ ਰਹੇ ਆ এনवायरमेंट ਦੇ ਵਿੱਚ ਉਹ 25% ਤੋਂ ਘਟਾ ਕੇ 2005 ਦੇ ਲੈਵਲ ਦੇ ਮੁਕਾਬਲੇ 2020 ਤੱਕ ਉਹਨੂੰ 25 ਤੋਂ ਘਟਾ ਕੇ 20% ਤੱਕ ਲੈ ਕੇ ਆਉਣਾ। ਬੈਟਰ ਸਰਵਿਸ ਡਿਲੀਵਰੀ ਨੂੰ ਐਨਸ਼ੋਰ ਕਰਨ ਦੇ ਲਈ ਜਿਹੜਾ ਡਾਇਰੈਕਟ ਕੈਸ਼ ਟ੍ਰਾਂਸਫਰ ਹੈਗਾ ਸਬਸਿਡੀਜ਼ ਦਾ ਜਾਂ ਵੈਲਫੇਅਰ ਰਿਲੇਟਡ ਬੈਨੀਫੀਸ਼ੀਅਰੀ ਪੇਮੈਂਟਸ ਹੈਗੀਆਂ ਉਹਨਾਂ ਨੂੰ ਬੈਂਕ ਅਕਾਊਂਟਸ ਦੇ ਵਿੱਚ ਡਾਇਰੈਕਟਲੀ ਜਿਹੜਾ ਟ੍ਰਾਂਸਫਰ ਕਰਨਾ ਇਹ ਅਸੀਂ ਦੇਖਦੇ ਵੀ ਹਾਂ ਕਿ ਡਾਇਰੈਕਟ ਬੈਨੀਫਿਟ ਸਕੀਮ ਗਵਰਨਮੈਂਟ ਨੇ ਚਲਾਈ ਵੀ ਔਰ ਉਹਦੇ ਥਰੂ ਜੋ ਸਬਸਿਡੀਜ਼ ਜੋ ਪੈਨਸ਼ਨਸ ਆ ਉਹ ਪਰਸਨ ਦੇ ਡਾਇਰੈਕਟਲੀ ਬੈਨੀਫੀਸ਼ੀਅਰੀ ਦੇ ਬੈਂਕ ਅਕਾਊਂਟ 'ਚ ਆਉਂਦੀ ਆ ਔਰ ਨਾਲ ਦੀ ਨਾਲ ਉਹਦਾ ਬੈਂਕ ਅਕਾਊਂਟ ਜਿਹੜਾ ਆਧਾਰ ਕਾਰਡ ਨਾਲ ਲਿੰਕ ਕੀਤਾ ਜਾਂਦਾ ਆ ਐਨਸ਼ੋਰ ਕੀਤਾ ਜਾਂਦਾ ਕਿ ਆਧਾਰ ਕਾਰਡ ਨਾਲ ਲਿੰਕ ਹੋਵੇ ਤਾਂ ਕਿ ਬੋਗਸ ਜਿਹੜੇ ਜਾਂ ਮਿਸ ਟਾਰਗੇਟਿੰਗ ਤੋਂ ਬਚਿਆ ਜਾ ਸਕੇ, ਬੋਗਸ ਅਕਾਊਂਟਸ ਦੇ ਵਿੱਚ ਉਹ ਪੈਸਾ ਨਾ ਜਾਵੇ। ਸੋ
ਇਸ ਤੋਂ ਇਲਾਵਾ ਬੈਂਕਿੰਗ ਸਰਵਿਸਿਜ਼ ਜਿਹੜੀ ਆ ਇਸ ਪਲਾਨ ਦੇ ਵਿੱਚ ਇਹ ਟਾਰਗੇਟ ਰੱਖਿਆ ਗਿਆ ਕਿ 90% ਐਟਲੀਸਟ 19% ਆਫ ਇੰਡੀਅਨ ਹਾਊਸ ਹੋਲਡ ਜਿਹੜੇ 90% ਉਹਨਾਂ ਤੱਕ ਬੈਂਕਿੰਗ ਸਰਵਿਸ ਜ਼ਰੂਰ ਪਹੁੰਚੇ। ਸੋ ਕਿਉਂਕਿ ਅਜੇ ਵੀ ਇੰਡੀਆ ਦੇ ਰੂਰਲ ਏਰੀਆਜ਼ ਜਾਂ ਰਿਮੋਟ ਏਰੀਆਜ਼ ਦੀ ਗੱਲ ਕਰੀਏ ਤਾਂ ਬੈਂਕਿੰਗ ਫੈਸਿਲਿਟੀਜ਼ ਦੀ ਬਹੁਤ ਘਾਟ ਆ, ਜਿਹਦੇ ਕਰਕੇ ਸੇਵਿੰਗਸ ਨੂੰ ਚੈਨਲਾਈਜ਼ ਕਰਨ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ। ਸਮਾਲ ਸੇਵਿੰਗਸ ਜਿਹੜੀਆਂ ਉਹ ਚੈਨਲਾਈਜ਼ ਨਹੀਂ ਹੋ ਪਾ ਰਹੀਆਂ, ਔਰ ਜਿਹੜੇ ਮਨੀ ਲੈਂਡਰਸ ਦੇ ਚੁੰਗਲ ਦੇ ਵਿੱਚੋਂ ਉਹ ਜਿਹੜੇ ਪੂਅਰ ਪਰਸਨ ਆ, ਫਾਰਮਰ ਆ ਜਾਂ ਛੋਟੇ ਟ੍ਰੇਡਰਸ ਹੈਗੇ ਆ, ਉਹ ਨਹੀਂ ਨਿਕਲ ਪਾ ਰਹੇ। ਸੋ ਇਸ ਕਰਕੇ ਇਸ ਚੀਜ਼ ਨੂੰ ਕਰਵ ਕਰਨ ਦੇ ਲਈ ਗਵਰਨਮੈਂਟ ਨੇ ਇਹ ਟਾਰਗੇਟ ਰੱਖਿਆ ਕਿ 90% ਇੰਡੀਅਨ ਹਾਊਸ ਹੋਲਡਸ ਤੱਕ ਜਿਹੜਾ ਆ ਇਹ ਬੈਂਕਿੰਗ ਸਰਵਿਸਿਜ਼ ਪਹੁੰਚਾਈਆਂ ਜਾਣ। ਸੋ ਇਸ ਤੋਂ ਇਲਾਵਾ ਗਰੋਥ ਟਾਰਗੇਟਸ ਦੀ ਸੈਕਟਰ ਵਾਈਜ਼ ਗੱਲ ਕਰੀਏ, ਐਗਰੀਕਲਚਰ, ਫੋਰੈਸਟਰੀ ਐਂਡ ਫਿਸ਼ਿੰਗ ਦੇ ਲਈ 4%, ਮਾਈਨਿੰਗ ਐਂਡ ਕੁਆਇਰਿੰਗ ਦੇ ਲਈ 5.7%, ਮੈਨੂਫੈਕਚਰਿੰਗ ਲਈ 7.1%, ਇਲੈਕਟ੍ਰਿਸਿਟੀ ਗੈਸ ਐਂਡ ਵਾਟਰ ਸਪਲਾਈ ਦੇ ਲਈ per annum 7.3%, construction 9.1%, trade hotels and restaurant ਜਿਹੜਾ ਕਿ ਸਰਵਿਸ ਸੈਕਟਰ ਦੇ ਅੰਡਰ ਆ ਜਾਂਦਾ 7.4%, ਟਰਾਂਸਪੋਰਟ ਸਟੋਰੇਜ ਐਂਡ ਕਮਿਊਨੀਕੇਸ਼ਨ ਇਹ ਵੀ ਸਰਵਿਸ ਸੈਕਟਰ ਦੇ ਅੰਡਰ ਆ ਜਾਂਦਾ 11.8%, ਫਾਈਨੈਂਸਿੰਗ ਇੰਸ਼ੋਰੈਂਸ ਰੀਅਲ ਐਸਟੇਟ ਐਂਡ ਬਿਜ਼ਨਸ ਸਰਵਿਸਿਜ਼ 9.9%, ਕਮਿਊਨਿਟੀ ਸੋਸ਼ਲ ਐਂਡ ਪਰਸਨਲ ਸਰਵਿਸਿਜ਼ ਅਗੇਨ ਸਾਰੇ ਸਰਵਿਸ ਸੈਕਟਰ ਦੇ ਅੰਡਰ ਹੀ ਆ ਜਾਂਦਾ 7.2%। ਤਾਂ ਟੋਟਲ GDP ਦੀ ਗਰੋਥ ਰੇਟ ਇਹਨਾਂ ਨੇ ਅਚੀਵ ਕਰਨ ਦੀ ਗੱਲ ਕੀਤੀ 8%, ਇੰਡਸਟਰੀ ਦੀ 7.6% ਐਂਡ ਸਰਵਿਸ ਸੈਕਟਰ ਦੀ 9.6%। तो ये ओवरऑल सैक्टोरल ग्रोथ टारगेट्स सैट किए गए। और ये अलावा फाइनैंसिंग की गल करिए कि हुण जिहड़ा ये टारगेट्स नूं अचीव करना उहदे लई जिहड़ियां स्कीम्स बना के पैसा खर्च करना है, तो वो पैसा कित्थों आएगा, उहदे लई रिसोर्स किहड़े रहणगे। तो इहदे वास्ते सेंटर एंड स्टेट दोनों कॉन्ट्रीब्यूट करनगे, लेकिन मेजर कॉन्ट्रीब्यूशन रहेगी स्टेट सेंटर की, तो बाकी स्टेट के सोर्सिस भी होणगे। तो ओवरऑल जिहड़ा टोटल रिसोर्स बनणगे ये जिहदे विच के सारियां सेंटर एंड स्टेट तो नूं जिहड़ियां इनकम ਹੁੰਦੀਆਂ बैलेंस फ्रॉम करंट रेवेन्यू, पब्लिक सैक्टर एंटरप्राइजेस तो इंटरनल बोरोइंग्स या चाहे अब्रॉड तो इनफ्लो हो रहा पैसे का, इनकम आ रही है कंट्री तो बाहर तो, ਜਾਂ एग्रीगेट जिन्ने भी ये सारे रिसोर्सिस की असीं गल करिए जिन्ना भी इनकम आ रही है, फिर असिस्टेंस जिहड़ी भी दे रहा सेंटर स्टेट्स नूं उस पैसे ਨੂੰ यूज करके। तो ओवरऑल सेंटर एंड स्टेट ਦੇ ਕੋਲ टोटल रिसोर्सिस की गल करिए तो जो एक टारगेट बनाया गया, जो एक मैजरमेंट किया गया, तो ਉਹਦੇ अकॉर्डिंग इंडिया ਦੇ ਵਿੱਚ 80,50,124 ਕਰੋੜ ਦਾ ਜਿਹੜਾ ਆ ਉਹ ਇਹ ਰਿਸੋਰਸਿਸ ਦੀ ਗੱਲ ਕੀਤੀ ਗਈ ਕਿ ਇੰਨੇ ਰਿਸੋਰਸਿਸ ਗਵਰਨਮੈਂਟ ਦੇ ਕੋਲ ਹੈਗੇ ਆ ਜਿਨ੍ਹਾਂ ਨੂੰ ਕਿ ਇਹ 5 ईयर प्लान की फंडिंग के लिए ये जोड़े रिसोर्सिस के लिए ये पैसा यूज किया जाऊगा। हुण इहदे विच टोटल जिन्ने भी रिसोर्सिस हैगे आ, ਇਹਦੇ ਵਿੱਚ ਜਿਹੜਾ ਇੱਕ ਫੀਚਰ ਵਧੀਆ ਪੈ ਗਿਆ ਕਿ ਇੱਕ ਤਾਂ ਐਕਸਟਰਨਲ ਸੋਰਸਿਸ ਦੇ ਉੱਪਰ ਡਿਪੈਂਡੈਂਸ ਨੂੰ ਜਿਹੜਾ ਆ ਉਹ ਨਹੀਂ ਕੀਤੀ ਗਈ ਕਿ ਐਕਸਟਰਨਲ ਅਸੀਂ ਡੈਟਰ ਲੈ ਕੇ 5 ਈਅਰ ਪਲਾਨ ਨੂੰ ਜਿਹੜਾ ਨਹੀਂ ਚਲਾਉਣਾ। ਦੂਜਾ ਕਿ ਇੰਟਰਨਲ ਸੋਰਸਿਸ ਤੋਂ ਹੀ ਡਾਟਾ ਕਲੈਕਟ ਕੀਤਾ ਗਿਆ। 12th ਪਲਾਨ ਦੇ ਵਿੱਚ ਇਹ ਜਿਹੜਾ ਬੋਰੋਇੰਗਸ ਇਹਦੇ ਵਿੱਚ ਘੱਟ ਰੱਖੀਆਂ ਗਈਆਂ 11th ਪਲਾਨ ਜਾਂ 10th ਪਲਾਨ ਦੇ ਮੁਕਾਬਲੇ। 10th ਪਲਾਨ ਦੇ ਵਿੱਚ ਜਿਹੜੀਆਂ ਬੋਰੋਇੰਗਸ ਪਬਲਿਕ ਡੈਟ ਦੀ ਹੈਲਪ ਲਈ ਗਈ ਜਿਹੜਾ ਪਲਾਨ ਨੂੰ ਚਲਾਉਣ ਦੇ ਲਈ ਉਹ ਸੀ 59.5, ਮਤਲਬ ਕਿ 60% ਸੋਰਸਿਸ ਜਿਹੜਾ ਕਰਜ਼ਾ ਲੈ ਕੇ ਲਗਾਏ ਗਏ। ਤੋ ਲੇਕਿਨ 12th ਪਲਾਨ ਦੇ ਵਿੱਚ ਇਹ ਜਿਹੜਾ डाटा अगर असी देखिए तो ये नंबर बहुत घट गया 45.9%। कितने 60% सोर्सिस जो कर्जा लैके यूज किए जा रहे, कितने 45.9 मतलब 46%। तो काफ़ी बड़ा एक रिड्यूस इतने जो बोरोइंग्स आया। तो एक अच्छी गल है कंट्री का, ये तो इंडिकेट होंगे कि सैल्फ रिलायंस बन रही है कंट्री, वो अच्छी डिवेलपमेंट हो रही है जिदे करके कर्जियां के उपर डिपेंडेंस घट रही है अगे होर डिवेलपमेंट करने के लिए। तो हुण रिसोर्सिस की अगर गल करिए कि ਜਿਹੜੇ ਇਹ ਅਸੀਂ ਅਲੱਗ-ਅਲੱਗ ਸੈਕਟਰਸ ਦੇ ਵਿੱਚ ਗਰੋਥ ਰੇਟ ਅਚੀਵ ਕਰਨੀ ਆ, ਉਹਦੇ ਲਈ ਫਿਰ ਉਸ ਹਿਸਾਬ ਦੇ ਨਾਲ ਹਰੇਕ ਸੈਕਟਰ ਨੂੰ ਪੈਸਾ ਵੀ ਅਲੋਟ ਕਰਨਾ ਪਏਗਾ। ਤਾਂ ਉਹ ਪੈਸੇ ਦੀ ਐਲੋਕੇਸ਼ਨ ਦੇ ਲਈ ਅਸੀਂ ਦੇਖਿਆ ਕਿ ਐਗਰੀਕਲਚਰ ਨੂੰ ਜਿਹੜਾ ਜਿੰਨੀ ਇਹ ਟੋਟਲ ਆਊਟਲੇ ਗਵਰਨਮੈਂਟ ਨੇ ਕਰਨੀ, ਟੋਟਲ ਖਰਚਾ ਕਰਨਾ, ਉਹਦਾ ਇੱਥੇ ਅਗਰ ਅਸੀਂ ਦੇਖੀਏ ਤਾਂ ਐਗਰੀਕਲਚਰ ਦੇ ਕੋਲ ਐਗਰੀਕਲਚਰ ਨੂੰ 47%, ਰੂਰਲ ਡਿਵੈਲਪਮੈਂਟ ਦੇ ਲਈ ਜਿਹੜਾ ਆ ਉਹ 6% ਐਂਡ एनर्जी सैक्टर के लिए जोड़ा 18.8%,
ਟਰਾਂਸਪੋਰਟੇਸ਼ਨ ਦੇ ਲਈ 15.7%, ਜਿਹੜੀਆਂ ਇਕਨੋਮਿਕ ਸਰਵਿਸਿਜ਼ ਹੈ ਜਾਂ ਸੋਸ਼ਲ ਸਰਵਿਸਿਜ਼ ਹੈਗੀਆਂ ਉਹਨਾਂ ਦੇ ਲਈ 34.7% ਸ਼ੇਅਰ ਜਿਹੜਾ ਹੈ ਟੋਟਲ ਆਊਟਲੇ ਦਾ ਖਰਚ ਕੀਤਾ ਜਾਊਗਾ। ਜਿੰਨਾ ਟੋਟਲ ਪੈਸਾ ਇਸ 5 ਈਅਰ ਪਲਾਨ ਦੇ ਵਿੱਚ ਖਰਚ ਕਰਨਾ, ਉਹਦਾ ਮੇਜਰ ਜਿਹੜਾ ਸਭ ਤੋਂ ਜ਼ਿਆਦਾ ਸ਼ੇਅਰ ਆ ਉਹ ਕਿਹਨਾਂ ਚੀਜ਼ਾਂ ਤੇ ਖਰਚ ਕੀਤਾ ਜਾਊਗਾ? ਇਕਨੋਮਿਕ ਐਂਡ ਸੋਸ਼ਲ ਸਰਵਿਸਿਜ਼, ਜਿਨ੍ਹਾਂ ਦੇ ਵਿੱਚ ਐਜੂਕੇਸ਼ਨ, ਹੈਲਥ ਔਰ ਜਿਹੜੇ ਸੋਸ਼ਲ ਵੈਲਫੇਅਰ ਸਕੀਮ ਦਾ ਉਹਨਾਂ ਦੇ ਉੱਪਰ ਪੈਸਾ ਖਰਚ ਕੀਤਾ ਜਾਊਗਾ, ਉਹ ਟੋਟਲ ਪੈਸੇ ਦਾ 34.7%। ਉਹਦੇ ਤੋਂ ਬਾਅਦ ਗੱਲ ਕਰੀਏ ਅਸੀਂ ਐਨਰਜੀ ਸੈਕਟਰ ਦੀ 18.8%, ਕਿਉਂਕਿ ਗਵਰਨਮੈਂਟ ਬਹੁਤ ਜ਼ਿਆਦਾ ਇਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਲਈ ਜਿਹੜਾ ਕਲੀਨ ਐਨਰਜੀ ਸੋਰਸਿਸ ਦੀ ਗੱਲ ਕਰ ਰਹੀ ਆ, ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਇੱਕ ਹਿਊਜ ਇਨਵੈਸਟਮੈਂਟ ਕੰਟਰੀ ਦੇ ਵਿੱਚ ਫਿਰ ਉਹਦੀ ਲੋੜ ਹੈਗੀ ਹੈ। ਤਾਂ ਇਸ ਲਈ ਇੱਕ ਬਹੁਤ ਵੱਡਾ ਜਿਹੜਾ ਸ਼ੇਅਰ ਟੋਟਲ ਆਊਟਲੇ ਦਾ ਐਨਰਜੀ ਸੈਕਟਰ ਦੇ ਲਈ ਰੱਖਿਆ ਗਿਆ। ਟਰਾਂਸਪੋਰਟੇਸ਼ਨ ਦੀ ਡਿਵੈਲਪਮੈਂਟ ਵੀ ਬਹੁਤ ਜ਼ਰੂਰੀ ਆ, तो 15.7% share of total outlay will be spent on the transport sector। तो ये 3 मेजर ਜਿਹੜੇ ਏਰੀਆਜ਼ ਜਿਨ੍ਹਾਂ ਦੇ ਉੱਪਰ ਗਵਰਨਮੈਂਟ ਨੇ ਖਰਚ ਕਰਨਾ। ਸੋ ਇਹਦੇ ਨਾਲ ਇਸ ਤਰ੍ਹਾਂ ਖਰਚ ਕਰਕੇ ਅਗਰ ਦੇਖੀਏ ਕਿ 74.2% of total outlay of the plan was allocated to the development of economic infrastructure and social services। ਕੰਟਰੀ ਦੇ ਵਿੱਚ ਡਿਵੈਲਪਮੈਂਟ ਪਰਪਸ ਦੇ ਲਈ ਸਭ ਤੋਂ ਜ਼ਿਆਦਾ ਖਰਚਾ ਹੋ ਰਿਹਾ 74.2%। तो this is obviously is an healthy indicator, ਇੱਕ ਬਹੁਤ ਅੱਛੀ ਇਕੋਨਮੀ ਦੇ ਲਈ ਹੈਲਦੀ ਚੀਜ਼ ਹੈਗੀ ਆ ਕਿ ਅਗਰ 100 ਰੁਪੀਜ਼ ਖਰਚ ਕੀਤੇ ਜਾ ਰਹੇ ਆ ਤਾਂ 74.2 ਰੁਪੀਜ਼ ਉਹਦੇ ਵਿੱਚੋਂ ਡਿਵੈਲਪਮੈਂਟ ਪਰਪਸ ਲਈ, ਇਕਨੋਮਿਕ ਗਰੋਥ ਲਈ, ਸੋਸ਼ਲ ਵੈਲਫੇਅਰ ਦੇ ਲਈ ਖਰਚ ਕੀਤੇ ਜਾ ਰਹੇ ਆ। ਤਾਂ ਡੈਫੀਨੇਟਲੀ it will help out the government in achieving the faster, sustainable and more inclusive growth। ਸੋ ਹੁਣ ਸਟ੍ਰੈਟਜੀ ਜਿਹੜੀ ਬਣਾਈ ਗਈ ਇਹਦੇ ਵਾਸਤੇ ਕਿ ਉਹਦੇ ਅਗਰ ਅਸੀਂ ਦੇਖੀਏ ਤਾਂ ਮੇਨ ਐਲੀਮੈਂਟਸ ਇਸ ਸਟ੍ਰੈਟਜੀ ਦੇ ਕੀ ਸੀਗੇ, ਜੋ ਟਾਰਗੇਟਸ ਅਚੀਵ ਕਰਨੇ ਆ ਉਹ ਕੀ ਟਾਰਗੇਟ ਸੀਗੇ ਕਿ ਫਾਸਟਰ ਗਰੋਥ ਕਰਨੀ ਆ। ਇਹ ਨਹੀਂ ਹੈਗਾ ਕਿ 10-10, 15-15 ਸਾਲ ਦੇ ਲਈ ਪ੍ਰੋਜੈਕਟ ਲਟਕੇ ਰਹਿਣਗੇ ਜਾਂ ਕੋਈ ਰਿਟਰਨ ਹੀ ਨਹੀਂ ਆ ਰਹੀ, ਪੈਸਾ ਵਿੱਚ ਗਵਰਨਮੈਂਟ ਖਰਚ ਕਰੀ ਜਾ ਰਹੀ ਹੈ। ਲੇਕਿਨ ਇਸ ਚੀਜ਼ ਨੂੰ ਫਾਸਟ ਗਰੋਇੰਗ ਇਕੋਨਮੀ ਦੀਆਂ ਨੀਡਸ ਦੇ ਹਿਸਾਬ ਨਾਲ ਫਾਸਟਰ ਗਰੋਥ ਕਰਨ ਦੀ ਕੋਸ਼ਿਸ਼ ਕਿ ਫਟਾਫਟ ਇਕੋਨਮੀ ਦੇ ਵਿੱਚ ਇਨਕਮ ਜਨਰੇਟ ਹੋਣੀ ਸ਼ੁਰੂ ਹੋਵੇ, ਮਾਸਸ ਪਬਲਿਕ ਤੱਕ ਜਿਹੜੀ ਆ ਉਹਨਾਂ ਦੀਆਂ ਉਹ ਡਿਵੈਲਪਮੈਂਟ ਦਾ ਫਾਇਦਾ ਛੇਤੀ ਤੋਂ ਛੇਤੀ ਪਹੁੰਚੇ ਔਰ ਉਹਨਾਂ ਦੀਆਂ ਜਿਹੜੀ ਅਪਲਿਫਟਮੈਂਟ ਹੋ ਸਕੇ। ਸੋ ਇਨਕਲੂਸਿਵ ਵੀ ਹੋਵੇ, ਸਸਟੇਨੇਬਲ, ਹਰੇਕ ਪਰਸਨ ਜਿਹੜਾ ਆ ਇੱਕ ਪੂਅਰੈਸਟ ਪਰਸਨ ਆ ਸੋਸਾਇਟੀ ਦਾ, ਉਹਨੂੰ ਵੀ ਇਹਦੇ ਵਿੱਚ ਇਨਕਲੂਡ ਕਰਨਾ ਹੈ। ਐਗਰੀਕਲਚਰ ਤੇ ਮੇਨ ਫੋਕਸ ਕਰਨਾ, ਕਿਉਂਕਿ ਐਗਰੀਕਲਚਰ ਅਗਰ ਅਸੀਂ ਸਾਰਾ ਪਲੈਨਿੰਗ ਪੀਰੀਅਡ ਦੀ ਹਿਸਟਰੀ ਦੇਖੀਏ ਤਾਂ ਐਗਰੀਕਲਚਰ ਕਿਤੇ ਨਾ ਕਿਤੇ ਕੰਪਰੋਮਾਈਜ਼ ਹੋਈ ਹੈ। ਐਗਰੀਕਲਚਰ ਦੀ ਰਿਕੁਆਇਰਡ ਗਰੋਥ ਅੱਜ ਤੱਕ ਵੀ ਅਚੀਵ ਨਹੀਂ ਇੰਡੀਆ ਦੇ ਵਿੱਚ ਹੋ ਪਾਈ। ਸੋ 11th ਪਲਾਨ ਦੇ ਵਿੱਚ ਜਿਹੜਾ ਇੱਕ ਸਕੀਮ ਸ਼ੁਰੂ ਕੀਤੀ ਗਈ ਸੀ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ, ਤੋਂ ਇਹਨੂੰ ਫਰਦਰ ਜਿਹੜਾ ਆ ਉਹ ਸਟਰੈਂਥਨ ਕਰਨ ਦੀ ਇਸ ਜਿਹੜਾ 12th ਪਲਾਨ ਦੇ ਵਿੱਚ ਗੱਲ ਕੀਤੀ ਗਈ। ਸੋ ਇਹਦੇ ਵਾਸਤੇ ਸਪੈਸ਼ਲ ਐਫਰਟਸ ਵੀ ਕੀਤੇ ਜਾਊਗੇ ਜਿਹਦੇ ਨਾਲ ਕਿ ਐਗਰੀਕਲਚਰ ਦੇ ਵਿੱਚ ਰਿਸਰਚ ਨੂੰ ਬੂਸਟ ਕੀਤਾ ਜਾ ਸਕੇ, ਜਿਹਦੇ ਨਾਲ ਕਿ ਪ੍ਰੋਡਕਟਿਵਿਟੀ ਇਨਹੈਂਸ ਹੋਵੇ। ਮੈਨੂਫੈਕਚਰਿੰਗ ਸੈਕਟਰ ਦੀ ਡਿਵੈਲਪਮੈਂਟ ਦੇ ਲਈ ਜਿਹੜਾ ਆ ਕਿ ਤੇਜ਼ੀ ਦੇ ਨਾਲ ਜਿਹੜਾ ਨੈਸ਼ਨਲ ਇਨਵੈਸਟਮੈਂਟ ਐਂਡ ਮੈਨੂਫੈਕਚਰਿੰਗ ਜ਼ੋਨਸ ਦੀ ਜਿਹੜੀ ਹੈ ਐਸਟੈਬਲਿਸ਼ਮੈਂਟ ਕਰਨੀ ਆ। ਸੋ ਇਹਨਾਂ ਨੂੰ ਪ੍ਰਮੋਟ ਕਰਨਾ ਨੈਸ਼ਨਲ ਮੈਨੂਫੈਕਚਰਿੰਗ ਪੋਲਿਸੀ 2011 ਦੇ ਅੰਡਰ। ਬੂਸਟਿੰਗ ਐਕਸਪੋਰਟਸ, ਸੋ ਐਕਸਪੋਰਟਸ ਨੂੰ ਬੂਸਟ ਕਰਨਾ ਤਾਂ ਕਿ ਐਕਸਪੋਰਟ ਅਰਨਿੰਗਸ ਵਧਣ, ਕੰਟਰੀ ਦੀਆਂ ਬੈਲੈਂਸ ਆਫ ਪੇਮੈਂਟ ਪੋਜ਼ਿਟਿਵ ਹੋਵੇ, ਦੂਸਰੇ ਦੇਸ਼ਾਂ ਦੇ ਉੱਪਰ ਡਿਪੈਂਡੈਂਸ ਘੱਟ ਹੋਵੇ। ਉਹਦੇ ਵਾਸਤੇ ਕੀ ਕੀਤਾ ਜਾਊਗਾ, ਜਿਹੜੇ ਸਪੈਸ਼ਲ ਇਕਨੋਮਿਕ ਜ਼ੋਨਸ ਆ ਉਹ ਹੋਰ ਜ਼ਿਆਦਾ ਖੋਲੇ ਜਾਣਗੇ, ਐਗਰੀਕਲਚਰਲ ਐਕਸਪੋਰਟ ਜ਼ੋਨਸ ਐਂਡ ਜਿਹੜੇ ਅਸੀਂ ਨੈਸ਼ਨਲ ਇਨਵੈਸਟਮੈਂਟ ਐਂਡ ਮੈਨੂਫੈਕਚਰਿੰਗ ਜ਼ੋਨ ਦੀ ਗੱਲ ਕੀਤੀ, ਇਹਨਾਂ ਦਾ ਨੰਬਰ ਵਧਾਇਆ ਜਾਏਗਾ, ਇਹਨਾਂ ਨੂੰ ਐਕਸਪੈਂਡ ਕੀਤਾ ਜਾਊਗਾ। ਪ੍ਰਾਈਵੇਟ ਸੈਕਟਰ ਦੀ ਪਾਰਟੀਸਪੇਸ਼ਨ ਨੂੰ ਇਨਕਰੀਜ਼ ਕੀਤਾ ਜਾਊਗਾ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਕਨਸੈਪਟ ਇੱਕ ਬੜਾ ਇੰਪੋਰਟੈਂਟ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ ਅਸੀਂ ਦੇਖਦੇ ਹਾਂ, ਕਿਉਂਕਿ ਗਵਰਨਮੈਂਟ ਦੀਆਂ ਇੰਨੀਆਂ ਰਿਸਪੌਂਸਿਬਿਲਿਟੀਜ਼ ਆ ਕਿ ਗਵਰਨਮੈਂਟ ਹਰੇਕ ਸੈਕਟਰ ਨੂੰ ਖੁਦ ਇਕੱਲੀ ਡਿਵੈਲਪ ਨਹੀਂ ਕਰ ਸਕਦੀ, ਤਾਂ ਉਹਦੇ ਵਿੱਚ ਪ੍ਰਾਈਵੇਟ ਪਾਰਟਨਰਸ਼ਿਪ ਦੀ ਬਹੁਤ ਜ਼ਰੂਰਤ ਆ। ਤਾਂ ਇਸ ਤਰ੍ਹਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ PPP ਮਾਡਲ ਦਾ ਸਹਾਰਾ ਲੈ ਕੇ ਗਵਰਨਮੈਂਟ ਇਹ ਕੰਮ ਕਰੇਗੀ। ਸਕਿੱਲ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਸਕਿੱਲ ਡਿਵੈਲਪਮੈਂਟ ਦੇ ਲਈ ਅਸੀਂ ਜਿੱਦਾਂ ਦੇਖਿਆ ਕਿ ਟਾਰਗੇਟ ਵੀ ਰੱਖਿਆ ਕਿ 50 ਮਿਲੀਅਨ ਜਿਹੜੇ ਪਰਸਨਸ ਨੂੰ ਸਕਿੱਲ ਸਰਟੀਫਿਕੇਸ਼ਨ ਪ੍ਰੋਵਾਈਡ ਕਰਨੀ ਆ, ਤਾਂ ਕਿ ਜਿਹੜੀ ਸਕਿੱਲ ਰਿਕੁਆਇਰਮੈਂਟ ਹੈਗੀ ਆ ਉਹ ਪੂਰੀ ਹੋ ਸਕੇ, ਡੈਮੋਗ੍ਰਾਫਿਕ ਡਿਵੀਡੈਂਡ ਦਾ ਫਾਇਦਾ ਉਠਾਇਆ ਜਾ ਸਕੇ। ਸਕਿੱਲਡ ਲੇਬਰ ਆ, ਸਕਿੱਲਡ ਵਰਕਰਸ ਹੈਗੇ ਆ, ਉਹਦਾ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਪੂਰਾ ਯੋਗਦਾਨ ਲਿਆ ਜਾ ਸਕੇ। ਸੋ ਹਾਇਰ ਐਜੂਕੇਸ਼ਨ ਨੂੰ ਪ੍ਰਮੋਟ ਕਰਕੇ, ਪ੍ਰੋਫੈਸ਼ਨਲ ਐਜੂਕੇਸ਼ਨ ਨੂੰ ਪ੍ਰਮੋਟ ਕਰਕੇ ਉਹਦਾ ਫਾਇਦਾ ਜਿਹੜਾ ਲਿਆ ਜਾ ਸਕੇ। ਇਨਫਰਾਸਟਰਕਚਰ ਨੂੰ ਸਟਰੈਂਥਨ ਕਰਨਾ, ਰੋਡ ਡਿਵੈਲਪਮੈਂਟ, ਆਲ ਵੈਦਰ ਰੋਡਸ
ਜੋ ਪੱਕੇ ਰੋਡਸ ਹੈਗੇ, ਪਾਵਰ ਜਨਰੇਸ਼ਨ ਉਹ ਵੀ ਕਲੀਨ ਸੋਰਸਿਸ ਦੇ ਉੱਤੋਂ, ਕਲੀਨ ਰਿਸੋਰਸਿਸ ਦੇ ਨਾਲ, 에ਅਰਪੋਰਟਸ ਜ਼ਿਆਦਾ, ਸੀ ਪੋਰਟਸ, ਇਰੀਗੇਸ਼ਨ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ। ਤਾਂ ਇਹ ਸਾਰੇ ਦੇ ਨਾਲ ਇਨਫਰਾਸਟਰਕਚਰ ਡਿਵੈਲਪਮੈਂਟ ਹੋਣ ਦੇ ਨਾਲ ਪ੍ਰੋਡਕਟਿਵਿਟੀ ਐਜ਼ ਵੈਲ ਐਜ਼ ਪ੍ਰੋਡਕਸ਼ਨ ਐਨਹੈਂਸ ਹੋਏਗੀ। ਔਰ ਇਸ ਤੋਂ ਇਲਾਵਾ ਰਿਸਰਚ ਐਂਡ ਡਿਵੈਲਪਮੈਂਟ ਫੈਸਿਲਿਟੀਜ਼ ਨੂੰ ਵਧਾਉਣ ਦੇ ਲਈ, ਟੈਕਨੋਲੋਜੀਕਲ ਡਿਵੈਲਪਮੈਂਟ ਦੇ ਲਈ ਅਪਗ੍ਰੇਡੇਸ਼ਨ, ਹਰ ਇੱਕ ਸੈਕਟਰ ਦੇ ਵਿੱਚ ਟੈਕਨੋਲੋਜੀਕਲੀ ਅਪਗ੍ਰੇਡੇਸ਼ਨ ਕਰਨੀ, ਐਨਵਾਇਰਨਮੈਂਟ ਦੀ ਪ੍ਰੋਟੈਕਸ਼ਨ ਦੇ ਲਈ ਫੋਰੈਸਟ ਐਂਡ ਟਰੀ ਕਵਰ ਇਨਕਰੀਜ਼ ਕਰਨਾ, ਜਿਹੜੇ ਐਮਿਸ਼ਨ ਆਫ ਹਜ਼ਾਰਡੀਅਸ ਗੈਸਿਸ ਔਰ ਪੋਲਿਊਟੈਂਟਸ ਹੈਗਾ ਉਹਨੂੰ ਰਿਡਿਊਸ ਕਰਨਾ, ਐਂਡ ਦੈਨ ਬੈਕਵਰਡ ਸਟੇਟਸ ਦੇ ਲਈ ਜ਼ਿਆਦਾ ਕੰਮ ਕਰਨਾ ਤਾਂ ਕਿ ਬੈਲੈਂਸਡ ਰੀਜਨਲ ਗਰੋਥ ਜਿਹੜੀ ਆ ਉਹਨੂੰ ਵੀ ਅਚੀਵ ਕੀਤਾ ਜਾ ਸਕੇ। ਸੋ ਹੁਣ ਇਹਦੇ ਫੀਚਰਸ ਦੀ ਅਸੀਂ ਗੱਲ ਕਰੀਏ ਜਾਂ ਏਰੀਆਜ਼ ਦੀ 12th 5 year ਪਲਾਨ ਮੇਨ ਕਿਹੜੇ ਏਰੀਆਜ਼ ਰਹੇ, ਤਾਂ ਐਗਰੀਕਲਚਰ ਦੀ ਗੱਲ ਕਰੀਏ 4% ਪਰ ਐਨਮ ਗਰੋਥ ਰੇਟ ਅਚੀਵ ਕਰਨ ਦੀ ਗੱਲ ਕੀਤੀ, with about 46.2% population still dependent on agriculture. So but ਜਿਹੜਾ ਇਨਕਲੂਸਿਵ ਗਰੋਥ ਹੈਗੀ ਐਗਰੀਕਲਚਰ ਸੈਕਟਰ ਦੇ ਵਿੱਚ, ਉਹਦੇ ਬਿਨਾਂ ਕੰਟਰੀ ਦੀ ਇਨਕਲੂਸਿਵ ਗਰੋਥ ਨੂੰ ਐਗਰੀਕਲਚਰ ਦੇ ਬਿਨਾਂ ਅਚੀਵ ਨਹੀਂ ਕੀਤਾ ਜਾ ਸਕਦਾ, ਬਿਕੋਜ਼ ਬਹੁਤ ਜ਼ਿਆਦਾ ਨੀਅਰਲੀ ਹਾਫ ਆਫ ਦੀ ਇੰਡੀਅਨ ਵਰਕਿੰਗ ਪਾਪੂਲੇਸ਼ਨ ਜਿਹੜੀ ਆ ਉਹਦੀ ਡਿਪੈਂਡੈਂਸ ਐਗਰੀਕਲਚਰ ਤੇ ਆ। ਤਾਂ ਇਨਕਲੂਸਿਵ ਗਰੋਥ ਨੂੰ ਅਚੀਵ ਕਰਨ ਦੇ ਲਈ ਐਗਰੀਕਲਚਰ ਨੂੰ ਬਿਲਕੁਲ ਇਗਨੋਰ ਨਹੀਂ ਕੀਤਾ ਜਾ ਸਕਦਾ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਐਗਰੀਕਲਚਰ ਪ੍ਰੋਡਕਸ਼ਨ ਐਂਡ ਐਗਰੀਕਲਚਰਲ ਪ੍ਰੋਡਕਟਿਵਿਟੀ ਨੂੰ ਐਨਹੈਂਸ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾਵੇ। ਸੋ ਇਸ ਸੈਕਟਰ ਦੇ ਵਿੱਚ ਕਿਹੜੇ ਜਿਹੜੇ ਮੇਨ ਐਗਰੀਕਲਚਰ ਦੇ ਵਿੱਚ ਟਾਰਗੇਟ ਨੂੰ ਅਚੀਵ ਕਰਨ ਦੇ ਲਈ ਜੋ ਟਾਰਗੇਟਸ ਰੱਖੇ ਗਏ ਸੀਗੇ, India's expenditure on agriculture research and development was raised to at least 1% of GDP. तो GDP ਦਾ 1% ਤੱਕ ਬਹੁਤ ਵੱਡਾ ਅਮਾਉਂਟ ਹੈ ਉਹ ਇੰਡੀਆ ਦੇ ਜਿਹੜੇ ਐਗਰੀਕਲਚਰ ਰਿਸਰਚ ਐਂਡ ਡਿਵੈਲਪਮੈਂਟ ਦੇ ਉੱਪਰ ਖਰਚਾ ਵਧਾਇਆ ਗਿਆ ਇਸ particular 12 5 year plan ਦੇ ਵਿੱਚ। ਐਗਰੀਕਲਚਰਲ ਟੈਕਨੋਲੋਜੀ ਮੈਨੇਜਮੈਂਟ ਏਜੰਸੀਜ਼ ਨੂੰ ਡਿਸਟ੍ਰਿਕਟ ਲੈਵਲ ਤੇ ਐਸਟੈਬਲਿਸ਼ ਕਰਨ ਦਾ ਟਾਰਗੇਟ। ਇਸ ਤੋਂ ਇਲਾਵਾ ਕੁਆਲਿਟੀ ਸੀਡਸ, ਫਰਟੀਲਾਈਜ਼ਰ, ਪੈਸਟੀਸਾਈਡਸ ਇਕੋਨਮੀ ਦੇ ਵਿੱਚ ਉਹਨਾਂ ਦੀ ਪ੍ਰੋਡਕਸ਼ਨ ਨੂੰ ਐਨਹੈਂਸ ਕਰਨਾ, ਫॉर ਬੈਟਰ ਮਾਰਕੀਟਿੰਗ ਆਫ ਐਗਰੀਕਲਚਰਲ ਪ੍ਰੋਡਿਊਸ ਜਾਂ ਸਟੋਰੇਜ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ, ਇਹ ਸਾਰੇ ਸਿਸਟਮ ਨੂੰ ਸਟਰੈਂਥਨ ਕਰਨਾ। ਐਂਡ ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਕ੍ਰੋਪ ਇੰਸ਼ੋਰੈਂਸ ਹੈਗੀ ਆ ਉਹਦਾ ਬੈਨੀਫਿਟ ਬਹੁਤ ਘੱਟ ਫਾਰਮਰਸ ਲੈ ਪਾਉਂਦੇ ਆ, ਈਵਨ ਲੈਸ ਦੈਨ 10% ਆਫ ਫਾਰਮਰਸ ਜਿਹੜੇ ਆ ਇਹ ਕ੍ਰੋਪ ਇੰਸ਼ੋਰੈਂਸ ਸਕੀਮ ਦੇ ਅੰਡਰ ਕਵਰ ਹੋਏ ਆ। ਤਾਂ ਇਹਨੂੰ ਪ੍ਰਮੋਟ ਕਰਨਾ ਤਾਂ ਕਿ ਫਾਰਮਰਸ ਦੇ ਇੰਟਰਸਟ ਨੂੰ ਸੇਫਗਾਰਡ ਕੀਤਾ ਜਾ ਸਕੇ। ਜਿਹੜਾ ਐਗਰੀਕਲਚਰਲ ਪ੍ਰੋਡਕਸ਼ਨ ਦੇ ਵਿੱਚ ਫਲਕਚੁਏਸ਼ਨਸ ਆਉਂਦੀਆਂ ਇੱਦਾਂ ਦੇ ਟਾਈਮ ਦੇ ਦੌਰਾਨ ਜਿਹੜਾ ਡਿਸਟ੍ਰੈਸ ਤੋਂ ਬਾਹਰ ਕੱਢਣ ਲਈ ਫਾਰਮਰ ਨੂੰ ਇਹਨਾਂ ਇੰਸ਼ੋਰੈਂਸ ਸਕੀਮਸ ਦੇ ਲਈ ਜਿਹੜਾ ਇੰਡਿਊਸ ਕਰਨਾ। ਸੋ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ, ਪ੍ਰਮੋਟ ਕਰਨਾ ਐਂਡ ਇਰੀਗੇਸ਼ਨ ਬੈਨੀਫਿਟ ਪ੍ਰੋਗਰਾਮ ਦੇ ਨਾਲ ਫਾਰਮਰਸ ਨੂੰ ਵੱਧ ਤੋਂ ਵੱਧ ਜੋੜਨਾ। ਐਂਡ ਵਾਟਰ ਰਿਸੋਰਸਿਸ ਦੀ ਬੈਟਰ ਐਫੀਸ਼ੀਐਂਟ ਮੈਨੇਜਮੈਂਟ ਹੋ ਸਕੇ ਉਹਦੇ ਵਾਸਤੇ ਕੰਮ ਕਰਨਾ। enhance facility for agricultural credit and revival of cooperative credit, ਕਿਉਂਕਿ cooperative societies ਇੱਕ ਬਹੁਤ ਜ਼ਿਆਦਾ crucial role play ਕਰ ਸਕਦੀਆਂ ਅਗਰ properly work ਕਰਨ ਕੰਟਰੀ ਦੇ ਵਿੱਚ, ਖਾਸ ਕਰਕੇ ਰੂਰਲ ਏਰੀਆਜ਼ ਨੂੰ ਸਰਵ ਕਰਨ ਦੇ ਲਈ। ਤਾਂ ਉਹਨਾਂ ਨੂੰ ਸਟਰੈਂਥਨ ਕਰਨਾ, ਰੀਸ਼ੇਪ ਕਰਨਾ। ਪ੍ਰੋਮੋਟਿੰਗ ਐਗਰੋ ਬੇਸਡ ਇੰਡਸਟਰੀਜ਼ ਐਂਡ ਐਗਰੋ ਐਕਸਪੋਰਟਸ ਬਹੁਤ ਜ਼ਿਆਦਾ ਜ਼ਰੂਰਤ ਆ, ਕਿਉਂਕਿ ਐਗਰੀਕਲਚਰ ਦੀ ਪ੍ਰੋਡਕਸ਼ਨ ਦੀ ਵੇਸਟੇਜ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ। ਉਹਨੂੰ ਅਗਰ ਅਸੀਂ ਪ੍ਰੋਪਰਲੀ ਯੂਟੀਲਾਈਜ਼ ਕਰਨਾ ਪ੍ਰੋਡਕਸ਼ਨ, ਤਾਂ ਬਹੁਤ ਜ਼ਰੂਰੀ ਹੈ ਕਿ ਐਗਰੋ ਐਕਸਪੋਰਟ ਜ਼ੋਨਸ ਬਣਾਏ ਜਾਣ ਔਰ ਐਗਰੋ ਬੇਸਡ ਇੰਡਸਟਰੀਜ਼ ਦੀ ਜਿਹੜੀ ਡਿਵੈਲਪਮੈਂਟ ਹੈ ਖਾਸ ਕਰ ਰੂਰਲ ਏਰੀਆਜ਼ ਦੇ ਵਿੱਚ ਕਰਨੀ ਬਹੁਤ ਜ਼ਰੂਰੀ ਆ ਪ੍ਰੋਡਕਸ਼ਨ ਸੋਰਸਿਸ ਦੇ ਨੇੜੇ। ਦੈਨ ਇਹ ਵੀ ਟਾਰਗੇਟ ਇਸ ਅਸੀਂ ਦੇਖ ਸਕਦੇ ਹਾਂ ਪਲਾਨ ਦੇ ਵਿੱਚ ਫਿਕਸ ਕੀਤਾ ਗਿਆ। ਵੇਸਟ ਐਂਡ ਅੰਡਰ ਯੂਟੀਲਾਈਜ਼ ਲੈਂਡ ਜਿਹੜੀ ਹੈਗੀ ਆ ਡਰਾਈ ਲੈਂਡ ਫਾਰਮਿੰਗ ਪ੍ਰੈਕਟਿਸਿਸ ਦੇ ਲਈ ਯੂਜ਼ ਕਰਨੀ। ਹੁਣ ਡਰਾਈ ਲੈਂਡ ਫਾਰਮਿੰਗ ਦੇ ਵਿੱਚ ਕੀ ਹੁੰਦਾ ਹੈ, ਬਿਲਕੁਲ ਹੀ ਕਨਵੈਨਸ਼ਨਲ ਤਰੀਕੇ ਨਾਲ ਜਿਹੜੀ ਬੇਕਾਰ ਲੈਂਡ ਪਈ ਆ, ਜਿੱਥੇ ਕੋਈ ਵਾਟਰ ਦੀ ਫੈਸਿਲਿਟੀ ਨਹੀਂ ਹੈਗੀ, ਜਿੱਥੇ ਕੋਈ ਇਰੀਗੇਸ਼ਨ ਫੈਸਿਲਿਟੀ ਨਹੀਂ ਆ, ਉਹਨੂੰ ਨੈਚੁਰਲ ਵੇ ਦੇ ਨਾਲ ਹੀ ਗਰੋ ਕਰਨਾ ਹੈ ਕਿ ਮੀਂਹ ਵਗੈਰਾ ਜਦੋਂ ਪੈ ਗਿਆ ਉਹਨੂੰ ਵਾਹ ਦਿੱਤਾ ਤਾਂ ਕਿ ਗਿੱਲ ਉਹਦੇ ਵਿੱਚ ਬਣੀ ਰਵੇ, ਉਹਦੇ ਫਿਰ ਮੋਇਸਚਰ ਨੂੰ ਯੂਜ਼ ਕਰਕੇ ਉੱਥੇ ਜੋ ਵੀ ਫਸਲ ਹੋ ਸਕਦੀ ਹੈ ਉਹਨੂੰ ਉਗਾਉਣਾ। ਤਾਂ ਡਰਾਈ ਲੈਂਡ ਫਾਰਮਿੰਗ ਦਾ ਕੰਸੈਪਟ ਉੱਥੇ ਯੂਜ਼ ਕੀਤਾ ਜਾ ਸਕਦਾ। ਇਸ ਤਰ੍ਹਾਂ ਜਿਹੜੀ ਅੰਡਰ ਯੂਟੀਲਾਈਜ਼ ਜਾਂ ਵੇਸਟ ਲੈਂਡ ਪਈ ਆ ਉਹਨੂੰ ਵੀ ਜਿਹੜਾ ਉਹ ਐਗਰੀਕਲਚਰਲ ਪਰਪਸ ਦੇ ਲਈ ਯੂਜ਼ ਕੀਤਾ ਜਾ ਸਕਦਾ। ਇੰਡਸਟਰੀ ਦੇ ਟਾਰਗੇਟਸ ਦੀ ਗੱਲ ਕਰੀਏ ਤਾਂ ਇੰਡਸਟਰੀ ਦਾ ਓਵਰਆਲ ਗਰੋਥ ਰੇਟ 7.6% ਅਚੀਵ ਕਰਨ ਦੀ ਪਰ ਐਨਮ ਇਸ ਪਰਟੀਕੁਲਰ ਪਲਾਨ ਦੇ ਵਿੱਚ ਗੱਲ ਕੀਤੀ ਗਈ। ਇਹਦੇ ਲਈ ਜਿਹੜੇ ਕਿਹੜੇ ਸਟੈਪਸ ਲਏ ਗਏ ਇਸ ਪੀਰੀਅਡ ਦੇ ਦੌਰਾਨ 5 year ਪਲਾਨ ਦੇ ਦੌਰਾਨ ਇੰਡਸਟਰੀ ਦੇ ਲਈ, ਤਾਂ ਦੈਟ ਵਰਕ ਇੱਕ ਤਾਂ ਮੈਨੂਫੈਕਚਰਿੰਗ ਸੈਕਟਰ ਨੂੰ ਸਟਰੈਂਥਨ ਕਰਨ ਦੇ ਲਈ ਨੈਸ਼ਨਲ ਮੈਨੂਫੈਕਚਰਿੰਗ ਪਾਲਿਸੀ 2011 ਐਂਡ ਮੇਕ ਇਨ ਇੰਡੀਆ ਪ੍ਰੋਗਰਾਮ 2014 ਜਿਹੜਾ ਉਹ ਗਵਰਨਮੈਂਟ ਨੇ ਚਲਾਇਆ। ਸੋ ਇਹਦੇ ਤੋਂ ਇਲਾਵਾ ਟੈਕਨੋਲੋਜੀ ਅਪਗ੍ਰੇਡ
ਅਪਗ੍ਰੇਡ ਕਰਨ ਦੇ ਲਈ ਗਲੋਬਲ ਕੰਪੀਟੀਟਿਵਨੈਸ ਨੂੰ ਪ੍ਰਮੋਟ ਕਰਨ ਦੇ ਲਈ ਇੰਡੀਅਨ ਇੰਡਸਟਰੀਜ਼ ਦੇ ਲਈ ਕੰਮ ਕੀਤਾ ਗਿਆ। ਸਪੈਸ਼ਲ ਇਕਨੋਮਿਕ ਜ਼ੋਨਸ, ਨੈਸ਼ਨਲ ਇਨਵੈਸਟਮੈਂਟ ਐਂਡ ਮੈਨੂਫੈਕਚਰਿੰਗ ਜ਼ੋਨਸ ਨੂੰ ਪ੍ਰਮੋਟ ਕੀਤਾ ਗਿਆ ਤਾਂ ਕਿ ਇੰਡਸਟਰੀਅਲ ਟਾਊਨ ਜਿਹੜੇ ਹੈਗੇ ਆ ਵਰਲਡ ਕਲਾਸ ਇਨਫਰਾਸਟਰਕਚਰ ਉਹਨਾਂ ਨੂੰ ਮਿਲ ਸਕੇ। ਇਸ ਤਰ੍ਹਾਂ ਦੇ ਪ੍ਰੋਜੈਕਟਸ ਗਵਰਨਮੈਂਟ ਨੇ ਚਲਾਏ ਜਿਹਦੇ ਨਾਲ ਵਰਲਡ ਕਲਾਸ ਇਨਫਰਾਸਟਰਕਚਰ ਇਹਨਾਂ ਇੰਡਸਟਰੀਅਲ ਟਾਊਨਸ ਦੇ ਵਿੱਚ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਐਂਟਰਪ੍ਰੇਨਿਓਰਸ਼ਿਪ ਨੂੰ ਦਾ এনवायरमेंट ਜਿਹੜਾ ਇੱਕ ਕੰਡਿਊਸਿਵ ਬਣਾਉਣ ਦੇ ਲਈ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਲੇਬਰ ਇੰਟੈਂਸਿਵ ਇੰਡਸਟਰੀਜ਼ ਨੂੰ ਪ੍ਰਮੋਟ ਕਰਨਾ ਜਿਹਦੇ ਵਿੱਚ ਕਿ ਕਾਟੇਜ ਇੰਡਸਟਰੀਜ਼ ਆ ਚਾਹੇ ਜਾਂ ਜਿਹੜੀਆਂ ਹੈਂਡਲੂਮ ਵਗੈਰਾ ਆ, ਸੋ ਹੈਂਡੀਕ੍ਰਾਫਟ ਇੱਦਾਂ ਦੇ ਵਰਕ ਨੂੰ ਵੀ ਕਾਫੀ ਪ੍ਰਮੋਟ ਕੀਤਾ ਗਿਆ। ਗਵਰਨਮੈਂਟ ਨੇ ਆਪਣੇ ਬੇਸਿਸ ਦੇ ਉੱਪਰ ਇਹਨਾਂ ਦੀਆਂ ਐਗਜ਼ੀਬਿਸ਼ਨਸ ਕਰਵਾ ਕੇ ਜਾਂ ਅਸੀਂ ਹਾਰਟ ਵਗੈਰਾ ਦੇਖਦੇ ਹਾਂ ਉਹ ਆਰਗੇਨਾਈਜ਼ ਕੀਤੀਆਂ ਜਾਂਦੀਆਂ ਲੋਕਲ ਜਿਹੜੀਆਂ ਇਹਨਾਂ ਦੀ ਐਗਜ਼ੀਬਿਸ਼ਨਸ ਆ ਤਾਂ ਕਿ ਇਹਨਾਂ ਨੂੰ ਛੋਟੇ ਬਿਜ਼ਨਸਿਸ ਨੂੰ ਵੀ ਪ੍ਰਮੋਟ ਕੀਤਾ ਜਾ ਸਕੇ। ਸਪੈਸ਼ਲ ਐਮਫੇਸਾਈਜ਼ ਵਾਸ ਲੇਡ ਔਨ ਟੈਕਨੋਲੋਜੀਕਲ ਅਪਗ੍ਰੇਡੇਸ਼ਨ ਆਫ ਇੰਡਸਟਰੀ ਸੋ ਦੈਟ ਆਰ ਡੋਮੈਸਟਿਕ ਇੰਡਸਟਰੀ ਕੈਨ ਸਕਸੈਸਫੁਲੀ ਫੇਸ ਕੰਪੀਟੀਸ਼ਨ ਫਰੋਮ ਫੋਰਨ ਐਂਟਰਪ੍ਰਾਈਜ਼ਸ ਕਿਉਂਕਿ ਇੰਡੀਆ ਦੇ ਬਿਜ਼ਨਸ ਦੇ ਵਿੱਚ ਇੱਕ ਬਹੁਤ ਵੱਡੀ ਇਹ ਸ਼ਾਰਟਕਮਿੰਗ ਰਹਿ ਜਾਂਦੀ ਹੈ ਕਿ ਜਿਹੜੀ ਇੰਟਰਨੈਸ਼ਨਲ ਕੰਪੀਟੀਟਿਵਨੈਸ ਦੀ ਸਾਡੇ ਪ੍ਰੋਡਕਟਸ ਦੇ ਵਿੱਚ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡੀ ਘਾਟ ਹੈ ਜਿਹਦੇ ਕਰਕੇ ਸਾਡੇ ਐਕਸਪੋਰਟਸ ਜ਼ਿਆਦਾ ਨਹੀਂ ਹੋ ਪਾਉਂਦੇ। ਤਾਂ ਉਹ ਇੱਕ ਕੰਪੀਟੀਟਿਵਨੈਸ ਲੈ ਕੇ ਆਉਣ ਲਈ ਕਿ ਤੇਜ਼ੀ ਦੇ ਨਾਲ ਜਿਹੜੀਆਂ ਇਨਕਰੀਜ਼ਿੰਗ ਨੀਡਸ ਹੈਗੀਆਂ ਵਰਲਡ ਦੀਆਂ ਉਹਨਾਂ ਦੇ ਅਕੋਰਡਿੰਗ ਫਾਸਟਰ ਪ੍ਰੋਡਕਸ਼ਨ ਹੋ ਸਕੇ ਜੋ ਵਰਲਡ ਲੈਵਲ ਤੇ ਜਿਸ ਤਰ੍ਹਾਂ ਦੀਆਂ ਨੀਡਸ ਰਿਕੁਆਇਰਮੈਂਟਸ ਦੇ ਅਕੋਰਡਿੰਗ ਪ੍ਰੋਡਕਸ਼ਨ ਹੋ ਸਕੇ ਤਾਂ ਉਹਦੇ ਲਈ ਟੈਕਨੋਲੋਜੀਕਲ ਜੋ ਵੀ ਅਪਗ੍ਰੇਡੇਸ਼ਨ ਚਾਹੀਦੀ ਆ ਉਹਦੇ ਲਈ ਇਸ ਦੇ ਵਿੱਚ ਸਪੈਸ਼ਲ ਐਫਰਟਸ ਕੀਤੇ ਗਏ। ਆਫਟਰ ਅਚੀਵਿੰਗ ਗ੍ਰੇਟ ਸਕਸੈਸ ਇਨ IT ਸੈਕਟਰ in earlier plans 12th plan focused on success in pharmaceuticals, auto components and textiles। तो IT सेक्टर ਦੇ ਵਿੱਚ ਵੀ और pharmaceutical medicines ਆ ਚਾਹੇ ਜਾਂ textile ਹੈ auto components ਆ तो ਇਹਨਾਂ ਚੀਜ਼ਾਂ ਦੀ ਡਿਵੈਲਪਮੈਂਟ ਦੇ ਵੱਲ ਵੀ ਕਾਫੀ ਧਿਆਨ ਦਿੱਤਾ ਗਿਆ। ਸਮਾਲ ਸਕੇਲ ਇੰਡਸਟਰੀਜ਼ ਦੀ ਡਿਵੈਲਪਮੈਂਟ ਉਹਨਾਂ ਨੂੰ ਕ੍ਰੈਡਿਟ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਮਾਰਕੀਟਿੰਗ ਫੈਸਿਲਿਟੀਜ਼। ਸੋ ਇਸ ਤੋਂ ਇਲਾਵਾ ਜਿਹੜਾ Delhi Mumbai Industrial Corridor, Chennai Bengaluru Industrial Corridor and Bengaluru Mumbai Industrial Corridor ਵੀ ਐਸਟੈਬਲਿਸ਼ ਕੀਤੇ ਗਏ ਆ। ਇਹਨਾਂ ਨੂੰ ਡਿਵੈਲਪ ਕਰਨ ਦੇ ਐਫਰਟਸ ਇਸ ਪਲਾਨ ਦੇ ਵਿੱਚ ਕੀਤੇ ਗਏ। ਫਾਸਟਰ ਇੰਡਸਟਰੀਅਲ ਡਿਵੈਲਪਮੈਂਟ ਦੇ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪਸ ਦੇ ਅੰਡਰ ਪ੍ਰੋਜੈਕਟਸ ਨੂੰ ਪ੍ਰਮੋਟ ਕੀਤਾ ਗਿਆ। ਸੋ ਇੰਡਸਟਰੀਜ਼ ਦੇ ਵਿੱਚ ਲਾਇਸੈਂਸ ਡੀ ਲਾਇਸੈਂਸਿੰਗ ਜਾਂ ਕੋਟਾ ਨੂੰ ਰਿਮੂਵ ਕਰਨਾ ਟੈਕਸ ਨੋਰਮ ਨੂੰ ਸਿੰਪਲੀਫਾਈ ਕਰਨਾ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਕੀ ਹੈਗਾ ਆ ਕਿ ਪ੍ਰੋਸੀਜਰਸ ਨੂੰ ਈਜ਼ੀ ਕਰਕੇ ਜਿਹੜਾ ਇੱਕ এনवायरमेंट ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਗਿਆ ਜਿਹਦੇ ਨਾਲ ਇੰਡਸਟਰੀ ਪ੍ਰਮੋਟ ਹੋ ਸਕੇ। ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਗਵਰਨਮੈਂਟ ਨੇ GDP ਦਾ 8.18% ਇਸ ਪਲਾਨ ਦੇ ਵਿੱਚ ਜਿਹੜਾ ਆ ਉਹ ਪ੍ਰਪੋਜ਼ਲ ਰੱਖਿਆ ਸੀਗਾ ਕਿ GDP ਦਾ 18.18% ਅਸੀਂ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਤੇ ਖਰਚ ਕਰਾਂਗੇ। ਤਾਂ ਇਹਦੇ ਵਾਸਤੇ ਕਿਹੜੇ ਕਿਹੜੇ ਸਟੈਪਸ ਲਏ ਗਏ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਦੇ ਲਈ? ਯੂਨੀਵਰਸਲ ਐਕਸੈਸ ਟੂ ਪਾਵਰ ਪ੍ਰੋਵਾਈਡ ਕਰਨ ਦੇ ਲਈ ਜਿੰਨਾ ਵੀ એનર્ਜੀ ਸਪਲਾਈ ਹੈਗੀ ਆ ਉਹਨੂੰ ਇਨਕਰੀਜ਼ ਕੀਤਾ ਗਿਆ 6.5% ਪਰ ਐਨਮ ਤਾਂ ਕਿ ਹਰ ਇੱਕ ਵਿਲੇਜ ਤੱਕ એનર્ਜੀ ਪਹੁੰਚ ਸਕੇ ਪ੍ਰੋਪਰਲੀ ਜਿਹੜੇ ਆ ਇੰਡਸਟਰੀ ਹੈਗੀ ਉਹਨੂੰ એનર્ਜੀ ਮਿਲ ਸਕੇ। ਤਾਂ ਸੋਲਰ એનર્ਜੀ ਖਾਸ ਕਰਕੇ ਇਹਦੇ ਲਈ ਪ੍ਰਮੋਟ ਕੀਤੀ ਗਈ। ਗਵਰਨਮੈਂਟ ਸਬਸਿਡੀ ਵੀ ਪ੍ਰੋਵਾਈਡ ਕਰਦੀ 25% ਦੀ ਅਗਰ ਸੋਲਰ ਪੈਨਲਸ ਨੂੰ ਇੰਸਟਾਲ ਕੀਤਾ ਜਾਂਦਾ ਤਾਂ ਉਹ ਸਬਸਿਡਾਈਜ਼ ਕੀਤਾ ਗਿਆ ਉਹਨੂੰ ਤਾਂ ਕਿ ਵੱਧ ਤੋਂ ਵੱਧ ਲੋਕੀ ਇਸ ਵੱਲ ਜਿਹੜਾ ਮੋਟੀਵੇਟ ਹੋ ਸਕਣ। ਸੋ ਇਸ ਤੋਂ ਇਲਾਵਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਰੋਡਸ ਰੇਲਵੇ ਪੋਰਟਸ ਐਂਡ ਸਿਵਲ ਐਵੀਏਸ਼ਨ ਸੈਕਟਰ ਦੇ ਵਿੱਚ ਇਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਅਰਬਨ ਇਨਫਰਾਸਟ੍ਰਕਚਰ ਨੂੰ ਸਟਰੈਂਥਨ ਕਰਨ ਦੇ ਲਈ ਜਿਹੜਾ ਵਾਟਰ ਸੀਵਰੇਜ ਵੇਸਟ ਮੈਨੇਜਮੈਂਟ ਆ ਸੈਨੀਟੇਸ਼ਨ ਆ ਇਹਨਾਂ ਦੇ ਵਿੱਚ ਇੰਪਰੂਵਮੈਂਟ ਕੀਤੀ ਗਈ। ਅਰਬਨ ਮਾਸ ਟਰਾਂਸਪੋਰਟ ਸਿਸਟਮ ਲਾਈਕ ਮੈਟਰੋ ਟਰਾਂਸਪੋਰਟ ਉਹਨੂੰ ਜਿਹੜਾ ਸਟਰੈਂਥਨ ਕੀਤਾ ਗਿਆ ਬਹੁਤ ਸਾਰੇ ਨਵੇਂ ਰੂਟਸ ਬਣਾਏ ਗਏ ਨਿਊ ਲਾਈਨਸ ਐਂਡ ਜਿਹੜਾ ਸਲਮਸ ਐਂਡ ਸਪਲਾਈ ਆਫ ਸਲਮਸ ਨੂੰ ਖਤਮ ਕਰਨ ਦੇ ਲਈ ਸਪਲਾਈ ਆਫ ਅਫੋਰਡੇਬਲ ਹਾਊਸਿੰਗ ਫॉर ਪੂਅਰ ਪਰਸਨਸ ਅੰਡਰ ਇੰਦਰਾ ਆਵਾਸ ਯੋਜਨਾ ਐਂਡ ਰਾਜੀਵ ਆਵਾਸ ਯੋਜਨਾ। ਇਹ ਵੀ ਜਿਹੜਾ ਦੋ ਮਹੱਤਵਪੂਰਨ ਯੋਜਨਾਵਾਂ ਜਿਨ੍ਹਾਂ ਦੇ ਤਹਿਤ ਗਰੀਬ ਲੋਕਾਂ ਨੂੰ ਮਕਾਨ ਪੱਕੇ ਬਣਾ ਕੇ ਜਾਂ ਸਸਤੇ ਰੇਟ ਦੇ ਵਿੱਚ ਮਕਾਨ ਪ੍ਰੋਵਾਈਡ ਕਰਵਾਏ ਜਾਂਦੇ ਸੀ ਤਾਂ ਕਿ ਸਲਮਸ ਦੀ ਪ੍ਰੋਬਲਮ ਖਤਮ ਹੋ ਸਕੇ। ਭਾਰਤ ਨਿਰਮਾਣ ਦੇ ਅੰਦਰ ਜਾਂ ਮਨਰੇਗਾ ਵਰਗੀਆਂ ਸਕੀਮ ਤਾਂ ਕਿ ਜਿਹੜਾ ਰੂਰਲ ਇਨਫਰਾਸਟ੍ਰਕਚਰ ਆ ਉਹਨੂੰ ਮਜ਼ਬੂਤ ਕੀਤਾ ਜਾ ਸਕੇ। So India has the third largest road network in the world, totaling 56.03 lakh kilometers, but most of the roads are of poor quality. National highways ਜਿਹੜਾ ਸਿਰਫ ਕੰਟਰੀ ਦਾ 2% roads ਦਾ ਹੈਗਾ ਆ total network ਜਿੰਨਾ ਵੀ roads ਦਾ ਕੰਟਰੀ ਦੇ ਵਿੱਚ ਉਹ ਸਿਰਫ 2% national highways ਦਾ। ਤਾਂ quality of roads ਜਿਹੜੀ ਉਹਨੂੰ upgrade ਕਰਨ ਦੇ ਲਈ ਕਾਫੀ ਪੈਸਾ ਜਿਹੜਾ ਆ ਉਹ ਟਰਾਂਸਪੋਰਟੇਸ਼ਨ ਮਿਨਿਸਟਰੀ ਦੁਆਰਾ ਖਰਚ ਕੀਤਾ ਗਿਆ 12th 5-year plan ਦੇ ਲਈ। ਔਰ ਹਾਈਵੇਜ਼ ਨੂੰ ਇਹਨਾਂ ਨੇ ਪ੍ਰਪੋਜ਼ਲ ਰੱਖਿਆ ਕਿ ਮਿਨੀਮਮ
2 ਲੇਨ ਹਾਈਵੇ ਹੋਣੇ ਚਾਹੀਦੇ ਆ ਕੰਟਰੀ ਦੇ ਵਿੱਚ, ਜਿਹੜੇ ਸਟੇਟ ਐਂਡ ਨੈਸ਼ਨਲ ਹਾਈਵੇ ਆ, ਸਿੰਗਲ ਜਿਹੜੇ ਉਹਨੂੰ 2 ਲੇਨ ਕਰਨਾ। ਇਨੋਵੇਸ਼ਨ ਦੀ ਗੱਲ ਕਰੀਏ ਤਾਂ ਰਿਸਰਚ ਐਂਡ ਡਿਵੈਲਪਮੈਂਟ ਐਕਸਪੈਂਡੀਚਰ ਨੂੰ ਵਧਾ ਕੇ GDP ਦਾ 2% ਕਰਨ ਦੀ ਇਸ ਪਲਾਨ ਦੇ ਵਿੱਚ ਗੱਲ ਕੀਤੀ ਗਈ। ਸੋ 2010 ਤੋਂ 2020 ਤੱਕ ਜਿਹੜਾ ਹੈ ਇਹ ਗਵਰਨਮੈਂਟ ਨੇ ਇਨੋਵੇਸ਼ਨ ਡੈਕੇਡ ਦਾ ਨਾਮ ਇਹਨੂੰ ਦਿੱਤਾ, ਡੈਕੇਡ ਆਫ ਇਨੋਵੇਸ਼ਨ, ਕਿ ਇਸ ਸਮੇਂ ਦੇ ਦੌਰਾਨ ਇੱਕ ਮੇਜਰ ਜਿਹੜਾ ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਇਨੋਵੇਸ਼ਨ ਦੇ ਵਾਈਜ਼ ਅਸੀਂ ਜਿਹੜਾ ਡਿਵੈਲਪਮੈਂਟ ਕਰਨੀ ਹੈ। ਨੈਸ਼ਨਲ ਇਨੋਵੇਸ਼ਨ ਕਾਉਂਸਲ ਵੀ ਇਹਦੇ ਲਈ ਐਸਟੈਬਲਿਸ਼ ਕੀਤੀ ਗਈ, ਸੈਟਅਪ ਕੀਤੀ ਗਈ ਹੈ, ਜਿਹੜੀ ਕਿ ਇਨੋਵੇਸ਼ਨ ਨੂੰ ਐਨਕਰੇਜ ਕਰਦੀ ਹੈ ਔਰ ਫਾਈਨੈਂਸ਼ੀਅਲ ਸਪੋਰਟ ਇਨੋਵੇਟਰਸ ਨੂੰ ਪ੍ਰੋਵਾਈਡ ਕਰਦੀ ਹੈ ਤਾਂ ਕਿ ਉਹ ਆਪਣੇ ਜਿਹੜੇ ਆਈਡੀਆਜ਼ ਨੂੰ ਟੈਸਟ ਕਰ ਸਕਣ, ਅੱਗੇ ਜਿਹੜੇ ਆ ਉਹ ਲੈਬਸ ਦੇ ਵਿੱਚ ਟੈਸਟਿੰਗ ਕਰ ਸਕਣ। ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਨੂੰ ਸਟਰੈਂਥਨ ਕੀਤਾ ਗਿਆ ਤਾਂ ਕਿ ਇਨੋਵੇਟਰਸ ਦੇ ਰਾਈਟਸ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਔਰ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਸਕੇ। ਸਕਿੱਲਸ ਐਂਡ ਐਕਸਪਰਟੀਜ਼ ਨੂੰ ਇੰਡੀਅਨ ਸਾਇੰਟਿਸਟ ਐਂਡ ਟੈਕਨੋਲੋਜਿਸਟ ਨੂੰ ਜਿਹੜੇ ਅਬਰੋਡ ਰਹਿ ਰਹੇ ਆ, ਇੰਡੀਆ ਤੋਂ ਬਾਹਰ ਰਹਿ ਰਹੇ ਆ, ਇੰਡੀਅਨ ਓਰੀਜਨ ਦੇ ਹੈਗੇ, ਉਹਨਾਂ ਦੀਆਂ ਸਕਿੱਲਸ ਨੂੰ ਐਂਡ ਐਕਸਪਰਟੀਜ਼ ਨੂੰ ਇੰਡੀਆ ਦੇ ਵੱਲ ਮੋਬਿਲਾਈਜ਼ ਕਰਨ ਦੇ ਲਈ ਕਈ ਤਰ੍ਹਾਂ ਦੇ ਕੋਲੈਬੋਰੇਟਿਵ ਪ੍ਰੋਜੈਕਟਸ ਉਹਨਾਂ ਦੇ ਨਾਲ ਸਾਈਨ ਕੀਤੇ ਗਏ ਆ ਤਾਂ ਕਿ ਜਿਹੜੀ ਰਿਸਰਚ ਦੀ ਕੁਆਲਿਟੀ ਇੰਡੀਆ ਦੇ ਵਿੱਚ ਆ ਉਹਨੂੰ ਐਨਹੈਂਸ ਕੀਤਾ ਜਾ ਸਕੇ। ਸੋ ਇਹਦੇ ਤੋਂ ਇਲਾਵਾ tie up of industry and academic research institutions so that students get practical knowledge and can develop commercially ਯੂਜ਼ੇਬਲ ਟੈਕਨੋਲੋਜੀ। ਤੋਂ ਪੜ੍ਹਾਈ ਦੇ ਨਾਲ ਨਾਲ ਇੰਟਰਨਸ਼ਿਪ ਕਰਵਾਈ ਜਾਂਦੀ ਆ ਅੱਛੀ ਇੰਡਸਟਰੀਜ਼ ਦੇ ਵਿੱਚ, ਸਰਵਿਸਿਜ਼ ਦੇ ਵਿੱਚ, ਤਾਂ ਕਿ ਜਿਹੜਾ ਆ ਕੱਲ ਨੂੰ ਉਹਨਾਂ ਦੇ ਜਿਹੜਾ ਸਟੱਡੀ ਦਾ, ਸਕਿੱਲਸ ਦਾ ਫਾਇਦਾ ਆ ਕੰਟਰੀ ਨੂੰ ਹੋ ਸਕੇ। ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਸਰਵ ਸਿੱਖਿਆ ਅਭਿਆਨ, ਐਜੂਕੇਸ਼ਨ ਫॉर ਆਲ, ਇਹਦੇ ਯੂਨੀਵਰਸਲਾਈਜ਼ ਕਰਨਾ ਐਲੀਮੈਂਟਰੀ ਐਜੂਕੇਸ਼ਨ ਨੂੰ, ਕਿ ਹਰ ਬੱਚਾ ਐਟਲੀਸਟ ਐਲੀਮੈਂਟਰੀ ਲੈਵਲ ਤੱਕ ਐਜੂਕੇਸ਼ਨ ਜ਼ਰੂਰ ਅਚੀਵ ਕਰੇ। ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ, ਇਸ ਦੇ ਲਈ ਨਾਲ ਦੀ ਨਾਲ ਫ੍ਰੀ ਐਜੂਕੇਸ਼ਨ ਦੇ ਨਾਲ ਨਾਲ ਮਿਡ ਡੇ ਮੀਲ ਵਰਗੀਆਂ ਸਕੀਮਸ ਵੀ ਅਸੀਂ ਦੇਖਦੇ ਹਾਂ ਤਾਂ ਕਿ ਕੋਈ ਬੱਚਾ ਇਹਨਾਂ ਕਾਰਨਾਂ ਕਰਕੇ ਸਕੂਲ ਆਉਣ ਤੋਂ ਰਹਿ ਨਾ ਜਾਵੇ। ਕੁਆਲਿਟੀ, ਅਗਰ ਅਸੀਂ ਗੱਲ ਕਰੀਏ ਕਿ ਦੇਸ਼ ਦੇ ਵਿੱਚ ਜਿਹੜੇ ਕੁਆਲਿਟੀ ਟ੍ਰੇਨਡ ਹਿਊਮਨ ਰਿਸੋਰਸਿਸ, ਕੁਆਲੀਫਾਈਡ, ਉਹਨਾਂ ਦੀ ਘਾਟ ਹੈ ਐਜੂਕੇਸ਼ਨ ਸੈਕਟਰ ਦੇ ਵਿੱਚ। ਤਾਂ ਪਿਊਪਲ ਟੀਚਰ ਰੇਸ਼ੋ ਬਹੁਤ ਹਾਈ ਹੈ, ਦੈਟ ਮੀਨਸ ਕਿ ਇੱਕ ਟੀਚਰ ਨੂੰ ਬਹੁਤ ਸਾਰੇ ਸਟੂਡੈਂਟਸ ਨੂੰ ਪੜ੍ਹਾਉਣਾ ਪੈਂਦਾ ਹੈ, ਰੇਸ਼ੋ ਕਾਫੀ ਹਾਈ ਹੈ। ਤਾਂ ਵੈਕੈਂਸੀਜ਼ ਨੂੰ ਫੁਲਫਿਲ ਕਰਨ ਦੇ ਲਈ ਜਿਹੜਾ ਆ ਉਹ ਐਨਕਰੇਜ ਕੀਤਾ ਜਾਏਗਾ ਕਿ ਜਿਹੜਾ ਟੈਲੈਂਟਡ ਯੂਥ ਹੈਗਾ ਕੰਟਰੀ ਦੇ ਵਿੱਚ ਉਹਨੂੰ ਟੀਚਿੰਗ ਪ੍ਰੋਫੈਸ਼ਨ ਜੁਆਇਨ ਉਹ ਕਰੇ, ਉਹਦੇ ਲਈ ਜਿਹੜਾ ਯੂਥ ਨੂੰ ਮੋਟੀਵੇਟ ਕੀਤਾ ਜਾਏਗਾ। ਸੋ ਰਾਸ਼ਟਰੀ ਮਾਧਿਅਮਿਕ ਸਿੱਖਿਆ ਅਭਿਆਨ, ਅਸੀਂ ਗੱਲ ਕਰੀਏ ਰਮਸਾ, ਨੈਸ਼ਨਲ ਸੈਕੰਡਰੀ ਐਜੂਕੇਸ਼ਨ ਮਿਸ਼ਨ ਵੀ ਜਿਹਨੂੰ ਕਹਿ ਦਿੰਦੇ ਆ, ਤੋ ਇਹਨੂੰ ਸਟਰੈਂਥਨ ਕੀਤਾ ਗਿਆ। ਇਹਦੇ ਵਿੱਚ ਇਹਦੇ ਨਾਲ ਕੀ ਹੈਗਾ ਕਿ ਇਹਦਾ ਕੀ ਐਮ ਸੀ ਕਿ ਗ੍ਰੋਸ ਐਨਰੋਲਮੈਂਟ ਰੇਸ਼ੋ ਜਿਹੜੀ ਆ ਸੈਕੰਡਰੀ ਲੈਵਲ ਤੇ ਉਹਨੂੰ 90% ਬਾਈ ਦਾ ਐਂਡ ਆਫ ਪਲਾਨ ਅਸੀਂ ਲੈ ਕੇ ਆਉਣਾ। ਹੁਣ ਗ੍ਰੋਸ ਐਨਰੋਲਮੈਂਟ ਰੇਸ਼ੋ ਦਾ ਮਤਲਬ ਕੀ ਹੁੰਦਾ ਕਿ ਸਪੋਜ਼ ਕੰਟਰੀ ਦੇ ਵਿੱਚ ਜਿਹੜੇ 8th ਕਲਾਸ ਤੋਂ ਬਾਅਦ ਦੀ ਗੱਲ ਕਰੀਏ, ਐਲੀਮੈਂਟਰੀ ਲੈਵਲ ਤੱਕ 8th ਕਲਾਸ ਤੱਕ ਹੋ ਗਈ, ਉਹਦੇ ਤੋਂ ਬਾਅਦ ਜਿਹੜੇ ਬੱਚੇ ਆ ਕੰਟਰੀ ਦੇ ਵਿੱਚ, ਅਗਰ ਸਪੋਜ਼ ਅਸੀਂ ਕਿਸੇ ਏਰੀਆ ਦੀ ਗੱਲ ਕਰੀਏ 100 ਬੱਚਾ, 100 ਦੇ ਵਿੱਚੋਂ ਸਿਰਫ 70 ਬੱਚੇ ਜਿਹੜੇ ਆ ਉਹ 8th ਕਲਾਸ ਤੋਂ ਬਾਅਦ ਸਕੂਲ ਦੇ ਵਿੱਚ ਐਡਮਿਸ਼ਨ ਲੈ ਰਹੇ ਆ, ਤਾਂ ਦੈਟ ਮੀਨਸ ਉੱਥੇ ਦਾ ਗ੍ਰੋਸ ਐਨਰੋਲਮੈਂਟ ਰੇਸ਼ੋ ਕਿੰਨਾ ਹੋਏਗਾ? ਅਗਰ 70 ਬੱਚੇ ਲੈ ਰਹੇ ਤਾਂ 70%, ਲੇਕਿਨ ਉਹਨੂੰ ਵਧਾ ਕੇ 90% ਲੈ ਕੇ ਆਉਣਾ ਕਿ ਇਹ ਇਨਸ਼ੋਰ ਕੀਤਾ ਜਾਵੇ ਕਿ 100 ਦੇ ਵਿੱਚੋਂ 90 ਬੱਚੇ ਜ਼ਰੂਰ ਜਿਹੜਾ ਆ ਉਹ ਸਕੂਲ ਦੇ ਵਿੱਚ ਐਲੀਮੈਂਟਰੀ ਐਜੂਕੇਸ਼ਨ ਤੋਂ ਬਾਅਦ ਵੀ ਆਪਣੀ ਪੜ੍ਹਾਈ ਨੂੰ ਕੰਟੀਨਿਊ ਰੱਖਣ। ਤਾਂ ਇਹ ਇੱਕ ਟਾਰਗੇਟ ਇੱਥੇ ਗ੍ਰੋਸ ਐਨਰੋਲਮੈਂਟ ਰੇਸ਼ੋ ਦਾ ਸੈਕੰਡਰੀ ਲੈਵਲ ਤੇ 90% ਦਾ ਰੱਖਿਆ ਗਿਆ। ਸੋ ਗੁੱਡ ਕੁਆਲਿਟੀ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ ਗਈ ਇਸ ਸਕੀਮ ਦੇ ਅੰਦਰ in the group of 15 to 16 years. Then use of information communication technology was promoted in higher educational institutions ਕਿ ਕਿਸ ਤਰ੍ਹਾਂ ਡਿਜੀਟਲੀ, ਜਿੱਦਾਂ ਹੁਣ ਅਸੀਂ ਅੱਜ ਦੇ ਟਾਈਮ ਦੇ ਵਿੱਚ ਖਾਸ ਕਰ ਰੈਲੀਵੈਂਸ ਇਸ ਚੀਜ਼ ਦੀ ਬਹੁਤ ਜ਼ਿਆਦਾ ਮਹਿਸੂਸ ਕਰ ਸਕਦੇ ਹਾਂ ਕਿ ਡਿਜੀਟਲ ਮੋਡਸ ਦੀ ਕਿੰਨੀ ਜ਼ਿਆਦਾ ਲੋੜ ਔਰ ਕਿਸ ਤਰ੍ਹਾਂ ਇਹ ਜਿਹੜਾ ਹੈਲਪ ਕਰ ਰਹੇ ਆ ਐਜੂਕੇਸ਼ਨ ਨੂੰ ਕੰਟੀਨਿਊ ਕਰਨ ਦੇ ਵਿੱਚ ਇਸ ਤਰ੍ਹਾਂ ਦੇ ਪੈਂਡੈਮਿਕ ਦੇ ਟਾਈਮ ਦੇ ਵਿੱਚ। ਤਾਂ ICT ਦੀ ਨੂੰ ਪ੍ਰਮੋਟ ਕਰਨ ਦੀ ਵੀ 12th 5-year ਪਲਾਨ ਦੇ ਵਿੱਚ ਸਪੈਸ਼ਲ ਐਮਫੇਸਾਈਜ਼ ਕੀਤਾ ਗਿਆ। For skill development, vocational educational institute, industrial training institutes were expanded. तो किस तरह vocational education ਨੂੰ promote ਕੀਤਾ ਜਾ ਸਕੇ ਤਾਂ ਕਿ skill development ਹੋਵੇ। So gross enrollment ratio in higher education in India is just 13% in comparison to 22% in China and 58% in developed nations. ਬਹੁਤ ਜ਼ਿਆਦਾ ਘੱਟ ਆ ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜੇ ਬੱਚੇ ਐਡਮਿਸ਼ਨਸ ਲੈਂਦੇ ਆ, ਨੰਬਰ ਬਹੁਤ ਘੱਟ ਆ, ਸਿਰਫ 13%। So that means ਕਿ +2 ਤੱਕ ਦੀ ਪੜ੍ਹਾਈ ਤੋਂ ਬਾਅਦ ਸਿਰਫ 13% ਬੱਚੇ
रह जाते हैं ਜਿਹੜੇ कि हायर एजुकेशन च जाते हैं। इस ग्रॉस एनरोलमेंट रेशियो ਨੂੰ हायर एजुकेशन ਦੇ ਵਿੱਚ ਵਧਾ ਕੇ ਇਸ ਪਲਾਨ ਦੇ ਦੌਰਾਨ 25.2% ਤੱਕ ਕਰਨਾ ਫਿਰ ਵੀ ਬਹੁਤ ਘੱਟ ਨੰਬਰ ਹੈਗਾ ਇਹ ਅਗਰ ਅਸੀਂ ਡਿਵੈਲਪ ਨੇਸ਼ਨਸ ਦੇ ਮੁਕਾਬਲੇ ਇਸ ਅੰਕੜੇ ਨੂੰ ਦੇਖੀਏ। तो raise the overall literacy rate to over 80% and to reduce gender gap in literacy rate कि literacy rate ਦੇ ਵਿੱਚ ਇੱਕ ਜਿਹੜਾ gender gap ਆ ਕਿ ਮੇਲ ਫੀਮੇਲ literacy ਦਾ ਉਹਨੂੰ ਵੀ ਘਟਾਉਣਾ ਔਰ overall 80% ਜਿਹੜਾ literacy rate ਨੂੰ achieve ਕਰਨਾ। All knowledge institutions across the country would be interconnected through high speed data communication network. It will ensure optimum utilization of resources ਤਾਂ ਕਿ ਜਿਹੜੇ ਅਲੱਗ-ਅਲੱਗ institutions ਉਹਨਾਂ ਨੂੰ ਆਪਸ ਦੇ ਵਿੱਚ डाटा कम्युनिकेशन नैटवर्क दे नाल जोड़िया जा सके और जोड़ के जिहड़ा है वो एक दूसरे दे रिसोर्सेज दा पूरा बेनिफिट जिहड़ा है ऑप्टिमम यूटिलाइजेशन रिसोर्सेज दी हो सके। हैल्थ दी गल करिए ਤਾਂ ਹੈਲਥ ਸੈਕਟਰ ਦੇ ਲਈ ਹੈਲਥ ਕੇਅਰ ਐਕਸਪੈਂਡੀਚਰ ਜਿਹੜਾ ਹੈ ਜੀਡੀਪੀ ਦਾ 2.5% ਇਸ ਪਲਾਨ ਦੇ ਵਿੱਚ ਜਿਹੜਾ ਵਧਾਇਆ ਗਿਆ ਔਰ ਹੈਲਥ ਕੇਅਰ ਜਿਹੜਾ ਕੁਆਲਿਟੀ ਆਫ ਲਾਈਫ ਨੂੰ ਇੰਪਰੂਵ ਕਰਨ ਦੇ ਲਈ ਇਸ ਤੇ ਕੀਤਾ ਜਾਣ ਵਾਲਾ ਖਰਚਾ ਬਹੁਤ ਜ਼ਰੂਰੀ ਹੈ। ਇਨਫੈਂਟ ਮੋਰਟੈਲਿਟੀ ਰੇਟ ਇੰਡੀਆ ਦੇ ਵਿੱਚ ਬਹੁਤ ਹਾਈ ਆ, ਮਾਲ ਨਿਊਟ੍ਰੀਸ਼ਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਹਾਈ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੌਰਟ ਆਊਟ ਕਰਨ ਦੇ ਲਈ ਹੈਲਥ ਕੇਅਰ ਦੇ ਉੱਪਰ ਕਾਫੀ ਪੈਸਾ ਖਰਚ ਕੀਤਾ ਗਿਆ। ਉਹਦੇ ਲਈ ਨੈਸ਼ਨਲ ਰੂਰਲ ਹੈਲਥ ਮਿਸ਼ਨ ਨੂੰ ਸਟਰੈਂਥਨ ਕਰਨਾ, universal coverage of vaccination of all children to fight various diseases, emergency facilities, state hospitals ਦੇ ਵਿੱਚ national highways ਦੇ ਉੱਪਰ national hospitals ਬਣਾਉਣੇ, government hospitals ਬਣਾਉਣੇ, prevention and treatment of communicable diseases, achieving zero growth rate of HIV AIDS, expansion and improvement in quality of undergraduate and postgraduate medical education. More funds were provided to ਰਾਸ਼ਟਰੀ ਆਰੋਗਿਆ ਨਿਧੀ, a type of health fund ਹੈਗਾ ਇਹ ਆਰੋਗਿਆ ਨਿਧੀ ਕਿ ਇਹਦੇ ਨਾਲ ਕੀ ਹੈਗਾ ਕਿ ਜਿਹੜੇ BPL ਹੈਗੇ ਲੋਕ, ਬਿਲੋ ਪੋਵਰਟੀ ਲਾਈਨ ਰਹਿ ਰਹੇ ਲੋਕ, ਉਹਨਾਂ ਦੇ ਪੇਸ਼ੈਂਟਸ ਨੂੰ ਇਸ ਫੰਡ ਦੇ ਵਿੱਚੋਂ ਪੈਸਾ ਦੇ ਕੇ ਉਹਨਾਂ ਦੇ ਇਲਾਜ ਦੇ ਲਈ ਹੈਲਪ ਕਰਨੀ ਕਿ ਜਿਹੜੀ ਬਹੁਤ ਕੋਈ ਮੇਜਰ ਡਿਸੀਜ਼ਸ ਲਾਈਕ ਕੈਂਸਰ, HIV ਇੱਦਾਂ ਦੀਆਂ ਬਿਮਾਰੀਆਂ ਤੋਂ ਪੀੜਤ ਹੈਗੇ ਆ, ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਜਿਹੜਾ ਆ ਉਹ ਹੋ ਸਕੇ, ਉਹਦੇ ਵਾਸਤੇ ਰਾਸ਼ਟਰੀ ਆਰੋਗਿਆ ਨਿਧੀ ਨਾਮ ਦਾ ਇੱਕ ਜਿਹੜਾ ਫੰਡ ਹੈ ਉਹ ਵੀ ਗਵਰਨਮੈਂਟ ਨੇ ਬਣਾਇਆ। ਐਨਕਰੇਜਿੰਗ ਕੋਆਪਰੇਸ਼ਨ ਬਿਟਵੀਨ ਦਾ ਪਬਲਿਕ ਐਂਡ ਪ੍ਰਾਈਵੇਟ ਸੈਕਟਰ ਇਨ ਅਚੀਵਿੰਗ ਹੈਲਥ ਗੋਲਸ, ਬਿਕਾਜ਼ ਸਾਰੀ ਚੀਜ਼ ਪਬਲਿਕ ਸੈਕਟਰ ਦੇ ਲਈ ਪੋਸੀਬਲ ਨਹੀਂ ਹੋ ਪਾਉਂਦੀ, ਤਾਂ ਪ੍ਰਾਈਵੇਟ ਸੈਕਟਰ ਦੀ ਹੈਲਪ ਲੈ ਕੇ ਜਿਹੜਾ ਇੱਕ ਪ੍ਰਾਈਵੇਟ ਸੈਕਟਰ ਨੂੰ ਵੀ ਇਨਵੋਲਵ ਕਰਨਾ ਇਹ ਹੈਲਥ ਫੈਸਿਲਿਟੀਜ਼। ਅੱਜ ਕੱਲ੍ਹ ਅਸੀਂ ਦੇਖ ਸਕਦੇ ਹਾਂ ਕਿ ਗਵਰਨਮੈਂਟ ਦੇ ਨਾਲ ਬਹੁਤ ਸਾਰੇ ਹਸਪੀਟਲ ਜਿਹੜੇ ਹੁੰਦੇ ਇੰਪੈਨਲਡ ਹੁੰਦੇ ਆ, ਜਿਹੜੇ ਕਿ ਅਗਰ ਗਵਰਨਮੈਂਟ ਹਸਪੀਟਲ ਦੇ ਵਿੱਚ ਉਹ ਫੈਸਿਲਿਟੀ ਨਹੀਂ ਹੈ ਤਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਗਵਰਨਮੈਂਟ ਪੇਸ਼ੈਂਟ ਨੂੰ ਭੇਜ ਕੇ ਉਹਦਾ ਜਿਹੜਾ ਟ੍ਰੀਟਮੈਂਟ ਆ ਉਹਨਾਂ ਵਿੱਚ ਐਨਸ਼ੋਰ ਕਰਦੀ ਆ। ਐਨਵਾਇਰਨਮੈਂਟ ਪ੍ਰੋਟੈਕਸ਼ਨ ਦੀ ਗੱਲ ਕਰੀਏ ਤਾਂ ਫੋਰੈਸਟ ਕਵਰ ਨੂੰ ਵਧਾਉਣਾ, ਟਰੀ ਕਵਰ ਨੂੰ ਵਧਾਉਣਾ ਤਾਂ ਕਿ ਕਲਾਈਮੇਟਿਕ ਚੇਂਜਿਸ ਜਿਹੜੀਆਂ ਹੋ ਰਹੀਆਂ ਉਹਨਾਂ ਦੇ ਨਾਲ ਜਿਹੜਾ ਆ ਉਹਨੂੰ ਮੈਨੇਜ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮਲਟੀ ਸਟੋਰੀਡ ਬਿਲਡਿੰਗ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਵਧਾਉਣ ਤੇ ਜ਼ੋਰ ਦੇਣਾ ਤਾਂ ਕਿ ਜਿਹੜਾ ਲੈਂਡ ਤੇ ਪ੍ਰੈਸ਼ਰ ਘਟੇ, ਕਿ ਰਾਦਰ ਜਿਹੜਾ ਹੌਰੀਜ਼ੋਂਟਲੀ ਰੈਜ਼ੀਡੈਂਸ਼ੀਅਲ सोसाइटीज बन रही हैं, डेवलप हो रही हैं, उन्होंने जगह ते वर्टिकल ग्रोथ, दैट मीनस मल्टी स्टोरीड बिल्डिंग्स बन ताकि लैंड के उपर प्रैशर जिहड़ा वो घट हो सके और रहने के लिए घट जगह की लोड़ जिहड़ी आ उहदे विच ही नीड्स की फुलफिलमेंट हो सके। सो ਉਹਦੇ ਨਾਲ ਟਰੀਜ਼ ਵੀ ਘੱਟ ਕੱਟਣੇ ਪੈਣਗੇ, ਫੋਰੈਸਟ ਐਮਿਸ਼ਨ ਜਿਹੜਾ ਹੈਗਾ ਆ ਉਹ ਵੀ ਫੋਰੈਸਟ ਏਰੀਆ ਜਿਹੜਾ ਉਹ ਵੀ ਖਤਮ ਨਹੀਂ ਕਰਨਾ ਪਏਗਾ, ਤਾਂ ਕਮਰਸ਼ੀਅਲ ਪਰਪਸਿਸ ਦੇ ਲਈ ਵੀ ਉਹ ਲੈਂਡ ਤੇ ਮਲਟੀ ਸਟੋਰੀਡ ਬਿਲਡਿੰਗਸ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਸੋ ਵਾਟਰ ਰਿਸੋਰਸਿਸ ਦੀ ਬੈਟਰ ਮੈਨੇਜਮੈਂਟ ਕਰਨੀ ਤਾਂ ਕਿ ਆਉਣ ਵਾਲੇ ਟਾਈਮ ਦੇ ਲਈ ਵੀ ਸਸਟੇਨੇਬਿਲਿਟੀ ਦਾ ਜਿਹੜਾ ਅਚੀਵ ਕਰਨ ਦੇ ਲਈ ਟਾਰਗੇਟ ਇਹਨੂੰ ਵਾਟਰ ਰਿਸੋਰਸ ਨੂੰ ਬਚਾ ਕੇ ਰੱਖਿਆ ਜਾ ਸਕੇ। ਸੋ ਇਸ ਤੋਂ ਇਲਾਵਾ ਏਅਰ ਕੁਆਲਿਟੀ ਮੇਜਰ ਸਿਟੀਜ਼ ਦੇ ਵਿੱਚ ਜੋ WHO ਦਾ ਕ੍ਰਾਈਟੀਰੀਆ ਉਹਦੇ ਅਕੋਰਡਿੰਗ WHO ਦੇ ਸਟੈਂਡਰਡਸ ਨੂੰ ਮੀਟ ਕਰਨ ਦੇ ਲਈ ਐਮਿਸ਼ਨਸ ਇੰਟੈਂਸਿਟੀ ਨੂੰ ਘਟਾਉਣਾ ਕਿ ਜਿਹੜੇ ਹੈਜ਼ਾਰਡੀਅਸ ਜਿਹੜੇ ਪੋਲਿਊਟੈਂਟਸ ਹੈਗੇ ਆ ਹਵਾ ਦੇ ਵਿੱਚ ਐਮਿਟ ਹੁੰਦੇ ਆ ਉਹਨਾਂ ਦਾ ਲੈਵਲ 2005 ਦੇ ਮੁਕਾਬਲੇ 2020 ਤੱਕ ਘਟਾ ਕੇ 25% ਤੋਂ 20% ਤੱਕ ਲੈ ਕੇ ਆਉਣਾ। ਉਹਦੇ ਲਈ ਕਲੀਨਰ ਸੋਰਸਿਸ ਆਫ ਐਨਰਜੀ ਯੂਜ਼ ਕਰਨ ਨੂੰ ਪ੍ਰਮੋਟ ਕਰਨਾ। ਟ੍ਰੀਟਿੰਗ ਅਰਬਨ ਵੇਸਟ ਵਾਟਰ, ਜਿਹੜਾ ਵੇਸਟ ਵਾਟਰ ਆ ਉਹਨੂੰ ਟ੍ਰੀਟ ਕਰਕੇ ਕਿਸ ਤਰ੍ਹਾਂ ਰੀਯੂਜ਼ ਕੀਤਾ ਜਾ ਸਕਦਾ ਔਰ ਉਹਦੇ ਪ੍ਰੋਪਰ ਜਿਹੜੀ ਆ ਉਹ ਸੈਟਲਮੈਂਟ ਕੀਤੀ ਜਾ ਸਕੇ। ਸੋਸ਼ਲ ਸੈਕਟਰ ਦੀ ਅਗਰ ਗੱਲ ਕਰੀਏ, ਸੋਸ਼ਲ ਸੈਕਟਰ ਦੇ ਵਿੱਚ ਕਾਫੀ ਸਾਰੀਆਂ ਸੋਸ਼ਲ ਸਰਵਿਸਿਜ਼ ਲੋਕਾਂ ਨੂੰ ਪ੍ਰੋਵਾਈਡ ਇਸ ਪਲਾਨ ਦੇ ਵਿੱਚ ਕਰਨ ਦੇ ਟਾਰਗੇਟਸ ਰੱਖੇ ਗਏ, ਜਿਹਦੇ ਵਿੱਚ ਕਿ ਡਾਇਰੈਕਟ ਬੈਨੀਫਿਟ ਸਕੀਮ ਆ ਗਿਆ ਜਾਂ ਆਧਾਰ ਦੇ ਨਾਲ ਬੈਂਕ ਅਕਾਊਂਟਸ ਨੂੰ ਲਿੰਕ ਕਰਨਾ,
पोस्ट ऑफिस दे विच जां बैंक्स दे विच हर एक पर्सन दा अकाउंट ओपन करना। तो इस तरह दियां जड़ियां स्कीम्स है वो भी खोलियां गईयां। फिर स्पैशल प्रोग्राम्स SC STs दी अपलिफ्टमेंट लई, अदर बैकवर्ड क्लासेस, माइनॉरिटी एंड वुमेन चिल्ड्रन, इन्हां दियां जड़ियां अपलिफ्टमेंट दे लई, सोशली अपलिफ्टमेंट दे लई बहुत सारे प्रोग्राम चलाए गए। नेशनल पॉलिसी फॉर रीसेटलमेंट ऑफ ट्राइबल पॉपूलेशन, ट्राइबल पीपल जिहड़े कि आम तौर ते मेन स्ट्रीम तो दूर रहिंदे आ, फॉरेस्ट दे विच आम मेन स्ट्रीम दे नाल उन्हां दा कोई बहुता लेना देना नहीं। तो उन्हां नूं उन्हां दी डिवेलपमेंट दे लई, उन्हां दी रीसैटलमेंट दे लई भी विशेष ध्यान इस प्लान दे विच दिता गया। पब्लिक डिस्ट्रीब्यूशन सिस्टम दी कंप्यूटराइजेशन, के कंप्यूटर ते सारा डाटा रिकॉर्ड होवे। अजकल असीं देखदे हां कि जिद्दां रीसेंटली पंजाब दे विच भी होया कि राशन कार्ड की लोड़ नहीं है राशन लैन लई, किसी भी राशन डिपो ते जाके रिगार्डलैस ऑफ एड्रैस तुसी अपना थंब प्रिंट लगा के जिहड़ा अपना जिहड़े ओहदे बेनीफिशियरी हैगे आ, जिहड़े लोकां नूं सस्ता राशन गवर्नमेंट वालों प्रोवाइड हुंदा PDS सिस्टम दे अंडर, ਉਹ ਲੈ ਸਕਦੇ ਆ। तो इस तरह डिजिटाइजेशन ਜਿਹੜੀ ਆ ਉਹਨੂੰ ਪ੍ਰਮੋਟ ਕੀਤਾ ਗਿਆ, ਕੰਪਿਊਟਰਾਈਜੇਸ਼ਨ ਕੀਤੀ ਗਈ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੀ। ਸਪੈਸ਼ਲ ਅਟੈਂਸ਼ਨ ਟੂ ਜੈਂਡਰ ਇਕੁਐਲਿਟੀ ਐਂਡ ਸੋਸ਼ਲ ਇਕਨੋਮਿਕ ਐਂਡ ਪੋਲੀਟੀਕਲ ਐਮਪਾਵਰਮੈਂਟ ਆਫ ਵੂਮਨ ਦੀ ਐਮਪਾਵਰਮੈਂਟ ਵੱਲ ਖਾਸ ਧਿਆਨ ਦਿੱਤਾ ਗਿਆ। फूड सिक्योरिटी पुअर पर्सन तो प्रोवाइड करने दे लिए पब्लिक डिस्ट्रीब्यूशन सिस्टम, अन्नतोदय योजना वर्गियां स्कीम्स ताकि हर एक पुअर पर्सन नूं खान 2 वक्त का खाना जिहड़ा वो जरूर मिल सके। तो इवैल्यूएशन करिए कि कित्थों तक ये जिहड़ा टारगेट्स नूं अचीव करन दे विच कामयाब रहा ये प्लान। ਤਾਂ 12th 5 ईयर प्लान ਦੇ ਵਿੱਚ ਬਹੁਤ ਵੱਡਾ more than 76 ਲੱਖ ਕਰੋੜ ਰੁਪਏ ਜਿਹੜੇ ਆ ਉਹ ਖਰਚ ਕੀਤੇ ਗਏ ਇਸ ਪੂਰੇ 5 ईयर प्लान ਦੇ ਦੌਰਾਨ। तो अचीवमेंट्स की रही कि नैशनल इनकम की ग्रोथ हुई है। अगर असी 2012-13 की नैशनल इनकम की ग्रोथ देखिए तो सिर्फ 4.8% सी। ਉਹਦਾ रीजन ये भी रहा क्योंकि इंटरनेशनली अगर देखिए तो वर्ल्ड इकोनॉमी ਦੇ ਵਿੱਚ रिसैशन ਦਾ टाइम ਸੀਗਾ, ਜਿਹਦੇ ਕਰਕੇ ਉਹਦਾ ਇੱਕ ਨੈਗੇਟਿਵ ਇੰਪੈਕਟ ਇੰਡੀਆ ਤੇ ਵੀ ਪਿਆ, ਜਿਹਦੇ ਕਰਕੇ ਇਸ ਪਾਰਟਿਕੂਲਰ ਈਅਰ ਦੇ ਵਿੱਚ ਜਿਹੜਾ ਕੋਈ ਜ਼ਿਆਦਾ ਗਰੋਥ ਰੇਟ GDP ਦਾ ਨਹੀਂ ਰਿਹਾ। ਸੋ 2013-14 ਦੇ ਵਿੱਚ ਗਰੋਥ ਰੇਟ ਵੱਧ ਕੇ 6.6% ਹੋਇਆ। 2014-15 ਦੇ ਵਿੱਚ ਨੈਸ਼ਨਲ ਇਨਕਮ ਦਾ ਗਰੋਥ ਰੇਟ ਇਨਕਰੀਜ਼ ਹੋ ਕੇ 7.2% ਹੋ ਗਿਆ। 2015-16 ਦੇ ਵਿੱਚ ਇਹ ਗਰੋਥ ਰੇਟ ਜਿਹੜਾ ਆ ਉਹ ਰਿਸਪੈਕਟਿਵਲੀ 8.1% ਐਂਡ 7.1% ਰਿਹਾ। तो काफी अच्छा ग्रोथ रेट बाय द एंड ऑफ ਜਿਹੜਾ 5 ईयर प्लान, दिस 5 ईयर प्लान ਕੰਟਰੀ ਦੇ ਵਿੱਚ ਉਹ ਰਿਅਲਾਈਜ਼ ਕੀਤਾ ਗਿਆ। ਸੈਕਟੋਰਲ ਗਰੋਥ ਦੀ ਗੱਲ ਕਰੀਏ ਤੇ ਜਿੱਥੇ 4% ਦਾ ਗਰੋਥ ਰੇਟ ਟਾਰਗੇਟ ਰੱਖਿਆ ਗਿਆ ਸੀ ਐਗਰੀਕਲਚਰ ਲਈ, that was achieved as 3.7%। ਇੰਡਸਟਰੀਅਲ ਸੈਕਟਰ ਦੇ ਵਿੱਚ ਸਿਰਫ 4.5% ਅਚੀਵ ਹੋਇਆ ਐਂਡ ਸਰਵਿਸ ਸੈਕਟਰ ਦੇ ਵਿੱਚ 9.1% ਰਿਅਲਾਈਜ਼ ਕੀਤਾ ਗਿਆ। ਤੋਂ ਇਹ 2013-14 ਦੇ ਵਿੱਚ 2015-16 ਦੇ ਵਿੱਚ ਗੱਲ ਕਰੀਏ ਐਗਰੀਕਲਚਰ ਦਾ ਗਰੋਥ ਰੇਟ ਜਿਹੜਾ ਸਿਰਫ 0.6% ਰਿਹਾ। ਇੰਡਸਟਰੀਅਲ ਸੈਕਟਰ 'ਚ 9.8% ਐਂਡ ਸਰਵਿਸ ਸੈਕਟਰ ਦੇ ਵਿੱਚ 9.6%। 2016-17 ਦੇ ਲਈ ਸੈਕਟੋਰਲ ਗਰੋਥ ਜਿਹੜੀ ਹੈ ਐਗਰੀਕਲਚਰ ਦੇ ਲਈ 6.3%, ਇੰਡਸਟਰੀ ਦੇ ਲਈ 6.8% ਐਂਡ ਸਰਵਿਸ ਸੈਕਟਰ ਦੀ ਰਹੀ 7.5%। ਤੋਂ ਸਰਵਿਸ ਸੈਕਟਰ ਐਜ਼ ਯੂਜੂਅਲ ਜਿਹੜਾ ਉਹ ਹਾਈਐਸਟ ਰਿਹਾ ਅਮੰਗ ਆਲ ਦਾ ਇਕਨੋਮਿਕ ਸੈਕਟਰਸ। ਸੇਵਿੰਗ ਐਂਡ ਇਨਵੈਸਟਮੈਂਟ ਰੇਟ ਦੇ ਵਿੱਚ ਇਨਕਰੀਜ਼ ਦੇਖਣ ਨੂੰ ਮਿਲਿਆ ਇਸ 5 ਈਅਰ ਪਲਾਨ ਦੇ ਦੌਰਾਨ। 2016-17 ਦੀ ਗੱਲ ਕਰੀਏ ਤਾਂ ਜਿਹੜਾ ਸੇਵਿੰਗ ਰੇਟ ਸੀਗਾ ਉਹ 30% ਸੀ ਐਂਡ ਇਨਵੈਸਟਮੈਂਟ ਰੇਟ ਵਾਸ 30.6% ਆਫ GDP। It is a positive sign for the economy and will help the economy to maintain its growth rate. Infrastructural development ਦੀ ਗੱਲ ਕਰੀਏ ਤਾਂ 12th 5 year plan ਦਾ ਇੱਕ ਬਹੁਤ ਵੱਡਾ ਇਹ ਡਿਵੈਲਪਮੈਂਟ ਦਾ ਥਰਸਟ ਏਰੀਆ ਸੀਗਾ। तो 8.18% ऑफ GDP इस प्लान ਦੇ ਦੌਰਾਨ ਸਿਰਫ ਇੰਫਰਾਸਟ੍ਰਕਚਰ ਦੀ ਡਿਵੈਲਪਮੈਂਟ ਤੇ ਖਰਚ ਕੀਤਾ ਗਿਆ, ਜਿਹਦੇ ਵਿੱਚ ਕਿ ਪਾਵਰ ਜਨਰੇਸ਼ਨ, ਟਰਾਂਸਪੋਰਟੇਸ਼ਨ, ਇਰੀਗੇਸ਼ਨ, ਵੇਅਰ ਹਾਊਸਿੰਗ, ਕਮਿਊਨੀਕੇਸ਼ਨ ਨੂੰ ਡਿਵੈਲਪ ਕਰਨਾ। तो ਇਹਦੇ ਵਿੱਚ ਕਾਫੀ ਬੂਸਟ ਜਿਹੜਾ ਉਹ ਦੇਖਣ ਨੂੰ ਮਿਲਿਆ, ਖਾਸ ਕਰਕੇ ਜਿਹੜਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਥਰੂ। ਫੋਰਨ ਐਕਸਚੇਂਜ ਰਿਜ਼ਰਵਸ ਦੀ ਗੱਲ ਕਰੀਏ ਤਾਂ in the first year of 12th plan there was huge inflow of foreign investment amounting 64,443 million US dollar in 2016-17। ਇਹ foreign flow ਜਿਹੜਾ ਸੀਗਾ ਹੋਰ further increase ਹੋਇਆ more than 67 million US dollar। ਤੇ 2017-18 ਦੀ ਬਿਗਨਿੰਗ ਦੇ ਵਿੱਚ ਦੇਖੀਏ ਤਾਂ ਫੋਰਨ ਐਕਸਚੇਂਜ ਰਿਜ਼ਰਵਸ ਇੰਡੀਆ ਦੇ ਜਿਹੜੇ ਸੀਗੇ ਉਹ 369.88 ਬਿਲੀਅਨ US ਡਾਲਰ ਦੇ ਬਰਾਬਰ ਸੀਗੇ। ਇਟਸ ਕੁਆਇਟ ਅ ਹਿਊਜ ਅਮਾਉਂਟ
of foreign exchange reserves. Employment generation ਦੀ ਗੱਲ ਕਰੀਏ ਤਾਂ ਰੂਰਲ ਏਰੀਆਜ਼ ਦੇ ਵਿੱਚ employment generation ਦੇ ਲਈ ਅੱਜ ਤੱਕ ਦਾ ਵਰਲਡ ਦਾ ਜਿਹੜਾ ਇੱਕੋ ਇੱਕ ਇਦਾਂ ਦਾ ਇਨੀਸ਼ੀਏਟਿਵ ਇੰਡੀਆ ਦੇ ਵਿੱਚ ਕਿ ਐਕਟ ਦੀ ਫਾਰਮ ਦੇ ਵਿੱਚ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ ਇੰਡੀਆ ਵਰਲਡ ਦੀ ਇਦਾਂ ਦੀ ਪਹਿਲੀ ਕੰਟਰੀ ਹੈ ਜਿਹਦੇ ਵਿੱਚ ਕਿ ਇੰਪਲੋਇਮੈਂਟ ਪ੍ਰੋਵਾਈਡ ਕਰਨ ਦੀ ਕਾਨੂੰਨ ਦੇ ਦੁਆਰਾ ਗਰੰਟੀ ਦਿੱਤੀ ਗਈ ਹੈ ਇੱਕ ਐਕਟ ਦੀ ਫਾਰਮ 'ਚ ਇੱਕ ਸਕੀਮ ਨਹੀਂ ਆ ਇਹ ਐਕਟ ਸੀਗਾ ਐਕਟ ਜਦੋਂ ਐਕਟ ਐਂਡ ਸਕੀਮ ਦਾ ਕੀ ਡਿਫਰੈਂਸ ਆ ਸਕੀਮ ਨੂੰ ਗਵਰਨਮੈਂਟ ਕਿਸੇ ਵੀ ਟਾਈਮ ਤੇ ਵਿਦਡਰਾ ਕਰ ਸਕਦੀ ਹੈ ਲੇਕਿਨ ਜਦੋਂ ਇੱਕ ਐਕਟ ਬਣਿਆ ਹੁੰਦਾ ਹੈ ਇੱਕ ਕਾਨੂੰਨ ਦੀ ਫਾਰਮ ਦੇ ਵਿੱਚ ਕੋਈ ਪਾਲਿਸੀ ਕੰਟਰੀ ਦੇ ਵਿੱਚ ਇੰਪਲੀਮੈਂਟ ਕੀਤੀ ਗਈ ਹੈ ਤਾਂ ਉਹਨੂੰ ਗਵਰਨਮੈਂਟ ਈਜ਼ੀਲੀ ਜਿਹੜਾ ਹੈ ਉਹ ਫਿਰ ਵਿਦਡਰਾ ਨਹੀਂ ਕਰ ਸਕਦੀ ਤੋ ਔਰ ਇਹਨੂੰ ਇਹ ਫਿਰ ਲੀਗਲ ਹੋ ਜਾਂਦਾ ਕਿ ਅਗਰ ਕੋਈ ਬੈਨੀਫੀਸ਼ੀਅਰੀ ਜਿਹੜਾ ਸਕੀਮ ਦੇ ਅੰਡਰ ਬੈਨੀਫੀਸ਼ੀਅਰੀ ਹੈਗਾ ਉਹਨੂੰ ਉਹਦਾ ਬੈਨੀਫਿਟ ਨਹੀਂ ਪਹੁੰਚਿਆ ਤਾਂ ਉਹ ਲੀਗਲੀ ਇਸ ਚੀਜ਼ ਦੇ ਲਈ ਫਾਈਟ ਕਰ ਸਕਦਾ ਹੈ ਤੋ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ ਇੱਕ ਐਸਾ ਹੀ ਐਕਟ ਇੰਡੀਆ ਦੇ ਵਿੱਚ ਜਿਹੜਾ ਉਹ ਲਾਗੂ ਕੀਤਾ ਗਿਆ ਜਿਹਦੇ ਅੰਡਰ ਕੇ ਪਹਿਲੇ ਇਹਨੂੰ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਸੀ ਰੂਰਲ ਪੀਪਲ ਦੇ ਲਈ ਇਹ ਐਕਟ ਹੈਗਾ ਆ तो फिर हौली हौली इनू सारे नेशन दे विच एक्सटेंड कर दिता गया तो इन year 2014-15 4.13 crore households and in year 2015-16 4.81 crore households were provided employment under मनरेगा स्कीम सो 2016-17 ਦੇ ਵਿੱਚ 5.12 ਕਰੋੜ ਹਾਊਸਹੋਲਡਸ ਨੂੰ ਇੰਪਲੋਇਮੈਂਟ ਇਹਦੇ ਅੰਡਰ ਪ੍ਰੋਵਾਈਡ ਕੀਤੀ ਗਈ ਸੈਲਫ ਇੰਪਲੋਇਮੈਂਟ ਨੂੰ ਪ੍ਰਮੋਟ ਕਰਨ ਦੇ ਲਈ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਰੂਰਲ ਏਰੀਆਜ਼ 'ਚ ਲਾਂਚ ਕੀਤਾ ਗਿਆ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਅਰਬਨ ਏਰੀਆਜ਼ ਦੇ ਵਿੱਚ ਲਾਂਚ ਕੀਤਾ ਗਿਆ ਇਹ ਤੋਂ ਇਲਾਵਾ ਸੋਸ਼ਲ ਸਰਵਿਸਿਜ਼ ਦੀ ਗਰੋਥ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਇੰਦਰਾ ਗਾਂਧੀ ਨੈਸ਼ਨਲ 올ਡ ਏਜ ਪੈਨਸ਼ਨ ਸਕੀਮ ਆਮ ਆਦਮੀ ਬੀਮਾ ਯੋਜਨਾ ਰਾਸ਼ਟਰੀ ਸਵਾਸਥਯ ਬੀਮਾ ਯੋਜਨਾ ਵਰਗੀਆਂ ਸਕੀਮਾਂ ਜਿਹੜੀਆਂ ਇਸ ਜਿਹੜੇ ਪ੍ਰੋਜੈਕਟ ਇਸ 5 ਈਅਰ ਪਲਾਨ ਦੇ ਵਿੱਚ ਪ੍ਰੋਵਾਈਡ ਕੀਤੀਆਂ ਗਈਆਂ ਜਿਨ੍ਹਾਂ ਦੇ ਨਾਲ ਕਿ ਸੋਸ਼ਲ ਸਰਵਿਸਿਜ਼ ਹੋਰ ਜ਼ਿਆਦਾ ਸਟਰੈਂਥਨ ਹੋਈਆਂ ਫੂਡ ਸਿਕਿਉਰਿਟੀ ਐਕਟ 2013 ਦੇ ਵਿੱਚ ਜਿਹੜਾ ਹੈ ਉਹ ਇੰਪਲੀਮੈਂਟ ਕੀਤਾ ਗਿਆ ਤਾਂ ਕਿ ਜਿਹੜਾ ਪਾਵਰਟੀ ਨੂੰ ਘਟਾਇਆ ਜਾ ਸਕੇ ਫੂਡ ਸਿਕਿਉਰਿਟੀ ਲੋਕਾਂ ਦੀ ਆ ਉਹਨੂੰ ਐਨਸ਼ੋਰ ਕੀਤਾ ਜਾ ਸਕੇ तो इस एक्ट ਨੂੰ 2013 ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਫੰਡਸ ਦੀ ਲੀਕੇਜ ਨੂੰ ਰੋਕਣ ਦੇ ਲਈ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਗਵਰਨਮੈਂਟ ਨੇ ਪ੍ਰਮੋਟ ਕੀਤੀ ਹੁਣ ਇਹ ਤਾਂ ਅਚੀਵਮੈਂਟਸ ਸੀਗੀਆਂ ਫੇਲੀਅਰ ਕੀ ਰਹੇ ਕਿੱਥੇ ਜਿਹੜਾ ਆ ਉਹ ਇਹ ਕਿਹੜੀਆਂ ਚੀਜ਼ਾਂ ਸੀ ਕਿਹੜੇ ਏਰੀਆ ਜਿਨ੍ਹਾਂ ਦੇ ਵਿੱਚ ਗਵਰਨਮੈਂਟ ਇਹ 5 ਈਅਰ ਪਲਾਨ ਦੇ ਟਾਰਗੇਟਸ ਨੂੰ ਕੰਪਲੀਟ ਨਹੀਂ ਕਰ ਪਾਈ ਤਾਂ ਐਗਰੀਕਲਚਰ ਸੈਕਟਰ ਦੇ ਵਿੱਚ ਐਜ਼ ਯੂਜੂਅਲ ਗਰੋਥ ਜਿਹੜੀ ਆ ਉਹ ਜਿੰਨੀ ਡਿਜ਼ਾਇਰੇਬਲ ਸੀ ਉਨੀ ਨਹੀਂ ਹੋ ਪਾਈ 2012-13 ਦੇ ਵਿੱਚ ਸਿਰਫ 1.2% ਗਰੋਥ ਰੇਟ ਰਿਹਾ ਐਗਰੀਕਲਚਰ ਦਾ 2014-15 ਦੇ ਵਿੱਚ -0.2 ਜ਼ੀਰੋ ਤੋਂ ਵੀ ਥੱਲੇ ਆ ਗਿਆ ਨੈਗੇਟਿਵ ਹੋ ਗਿਆ ਗਰੋਥ ਰੇਟ ਤੋਂ ਇੱਕ ਬਹੁਤ ਬੁਰੀ ਸਿਚੁਏਸ਼ਨ ਐਗਰੀਕਲਚਰ ਸੈਕਟਰ ਦੇ ਲਈ growth rate of agriculture sector in 2015-16 was merely 0.6 which is also negligible average ਦੀ ਗੱਲ ਕਰੀਏ ਪੂਰੇ ਪਲਾਨ ਦੀ ਤਾਂ ਸਿਰਫ 2.8% ਰਿਹਾ ਐਗਰੀਕਲਚਰਲ ਗਰੋਥ ਰੇਟ ਜਿਹੜਾ ਕਿ ਟਾਰਗੇਟ ਰੱਖਿਆ ਗਿਆ ਸੀ 4% ਸੋ ਇਹਨੂੰ ਅਚੀਵ ਨਹੀਂ ਗਵਰਨਮੈਂਟ ਕਰ ਪਾਈ ਇੰਡਸਟਰੀਅਲ ਗਰੋਥ ਇੰਡਸਟਰੀਅਲ ਸੈਕਟਰ ਦੀ ਗਰੋਥ ਵੀ ਬਹੁਤ ਸਲੋ ਰਹੀ 2014-15 ਦੇ ਵਿੱਚ ਗਰੋਥ ਰੇਟ ਜਿਹੜਾ ਉਹ ਸਿਰਫ ਪ੍ਰੋਡਕਸ਼ਨ ਦਾ 5.9% ਰਿਹਾ 15-16 ਦੇ ਵਿੱਚ 9.8% ਹੋਇਆ ਇੰਪਰੂਵ ਹੋ ਕੇ 2016-17 ਦੇ ਵਿੱਚ ਇੰਡਸਟਰੀਅਲ ਸੈਕਟਰ ਦਾ ਫਿਰ ਗਰੋਥ ਰੇਟ ਰਿਡਿਊਸ ਹੋ ਕੇ 6.8% ਹੋ ਗਿਆ ਤਾਂ ਇੰਡਸਟਰੀਅਲ ਗਰੋਥ ਰੇਟ ਵੀ ਜਿਹੜਾ ਟਾਰਗੇਟਡ ਗਰੋਥ ਨਾਲੋਂ ਬਹੁਤ ਘੱਟ ਰਹਿ ਗਿਆ ਇਨਫਲੇਸ਼ਨ ਦੇ ਵਿੱਚ ਕਾਫੀ ਇਨਕਰੀਜ਼ ਹੋਇਆ 2013 12-13 ਐਂਡ 13-14 ਚ ਦੇਖੀਏ ਤਾਂ ਇਨਫਲੇਸ਼ਨ ਰੇਟ 7.34% ਐਂਡ 9.5% ਪਰ ਐਨਮ ਜਿਹੜੇ ਆ ਰਿਸਪੈਕਟਿਵਲੀ ਦੇਖਣ ਨੂੰ ਮਿਲੇ ਜਿਹੜਾ ਕਿ ਇੱਕ ਬਹੁਤ ਹਾਈ ਰੇਟ ਆਫ ਇਨਫਲੇਸ਼ਨ ਆ 2016-17 ਦੇ ਵਿੱਚ ਇਨਫਲੇਸ਼ਨ 4.5% ਸੀ ਸੋ ਇਨਫਲੇਸ਼ਨ ਵੀ ਕੰਟਰੀ ਦੇ ਜਿਹੜੇ ਇੰਨੀ ਜ਼ਿਆਦਾ ਹਾਈ ਇਨਫਲੇਸ਼ਨ ਹੈਗੀ ਆ ਉਹਦਾ ਓਬਵੀਅਸਲੀ ਡਿਵੈਲਪਮੈਂਟ ਦੇ ਉੱਪਰ ਇੱਕ ਨੈਗੇਟਿਵ ਇੰਪੈਕਟ ਦੇਖਣ ਨੂੰ ਮਿਲਦਾ ਹੈ ਦੈਨ ਪਾਵਰਟੀ ਦੇ ਵਿੱਚ ਰਿਡਕਸ਼ਨ ਦਾ ਜਿਹੜਾ ਟਾਰਗੇਟ ਰੱਖਿਆ ਸੀ ਗਵਰਨਮੈਂਟ ਨੇ ਕਿ ਅਸੀਂ 10 ਪਰਸੈਂਟੇਜ ਪੁਆਇੰਟ ਤੱਕ ਲੈ ਕੇ ਆਉਣਾ ਕਿ ਸਿਰਫ 10% ਤੋਂ ਘੱਟ ਪਾਪੂਲੇਸ਼ਨ ਹੀ ਹੋਵੇ ਜਿਹੜੀ ਕਿ ਪਾਵਰਟੀ ਦੇ ਨੀਚੇ ਪਾਵਰਟੀ ਲਾਈਨ ਤੋਂ ਨੀਚੇ ਰਹਿ ਰਹੀ ਆ ਬਟ 2011-12 ਦਾ ਜੋ NSSO ਸਰਵੇ ਸੀਗਾ ਉਹਦੇ ਡਾਟਾ ਦੇ ਅਨੁਸਾਰ 21.9% ਪਾਪੂਲੇਸ਼ਨ ਆਫ ਇੰਡੀਆ ਇਜ਼ ਸਟਿਲ ਲਿਵਿੰਗ ਬਿਲੋ ਪਾਵਰਟੀ ਲਾਈਨ ਤੇ ਜਿਹੜੀ ਕਿ ਤੰਦੂਲਕਰ ਮੈਥਡੋਲੋਜੀ ਤੇ ਬੇਸਡ ਸੀ ਸੋ ਇਹ ਜਿਹੜੀ ਪਾਪੂਲੇਸ਼ਨ ਇੰਨੀ ਜ਼ਿਆਦਾ ਪੋਵਰਟੀ ਦੇ ਵਿੱਚ ਰਹਿ ਰਹੀ ਆ ਉਹ ਇਹਦਾ ਮਤਲਬ ਆ ਕਿ ਇਨਕਲੂਸਿਵ ਗਰੋਥ ਨਹੀਂ ਹੋ ਰਹੀ ਇਨਕਲੂਸਿਵਨੈਸ ਦੀ ਘਾਟ ਆ ਜਿਹਦੇ ਕਰਕੇ ਸਟਿਲ ਇਹਨਾਂ ਲੋਕਾਂ ਤੱਕ ਉਹ ਬੈਨੀਫਿਟਸ ਨਹੀਂ ਪਹੁੰਚ ਪਾਏ ਜਿਹਦੇ ਕਰਕੇ ਇਹਨਾਂ ਦੀ ਸੋਸ਼ਲ ਅਪਲਿਫਟਮੈਂਟ ਐਂਡ ਇਕਨੋਮਿਕ ਅਪਲਿਫਟਮੈਂਟ ਨਹੀਂ ਹੋ ਪਾਈ ਸੋ ਇਹ ਵੀ ਇੱਕ ਬਹੁਤ ਵੱਡਾ ਫੇਲੀਅਰ ਅਸੀਂ ਉਹਦਾ
ਪਾਰਟ ਆਫ ਗਵਰਨਮੈਂਟ ਕਹਿ ਸਕਦੇ ਹਾਂ। ਵਾਈਡਨਿੰਗ ਕਰੰਟ ਅਕਾਊਂਟ ਡੈਫਿਸਿਟ ਇਨ ਬੈਲੈਂਸ ਆਫ ਪੇਮੈਂਟ। ਤੋਂ ਬੈਲੈਂਸ ਆਫ ਪੇਮੈਂਟ ਦੇ ਵਿੱਚ ਕਰੰਟ ਅਕਾਊਂਟ ਡੈਫਿਸਿਟ ਬਹੁਤ ਜ਼ਿਆਦਾ ਹੋਣ ਦਾ ਮਤਲਬ ਕੀ ਹੈਗਾ ਆ ਕਿ ਸਾਡੀਆਂ ਐਕਸਟਰਨਲ ਜਿਹੜੇ ਬੋਰੋਇੰਗਸ ਆ ਜਾਂ ਐਕਸਟਰਨਲੀ ਅਸੀਂ ਜਿਹੜਾ ਸਾਡੀਆਂ ਪੇਮੈਂਟਸ ਆ ਉਹ ਜ਼ਿਆਦਾ ਆ ਤੇ ਜਿਹੜੇ ਅਰਨਿੰਗਸ ਹੈਗੀਆਂ ਉਹ ਘੱਟ ਹੈਗੀਆਂ। ਤਾਂ ਕਿਉਂਕਿ ਐਕਸਪੋਰਟਸ ਦੀ ਐਕਸਪੋਰਟ ਗੁੱਡਸ ਐਂਡ ਸਰਵਿਸਿਜ਼ ਦੀ ਗਰੋਥ ਘੱਟ ਹੋਈ ਇਸ ਪੀਰੀਅਡ ਦੇ ਦੌਰਾਨ, ਉਹਦੇ ਕਰਕੇ ਐਕਸਪੋਰਟ ਅਰਨਿੰਗਸ ਬਹੁਤ ਘੱਟ ਆਈਆਂ ਦੇਸ਼ 'ਚ, ਲੇਕਿਨ ਜਿਹੜੀਆਂ ਸਪੈਂਡਿੰਗ ਸੀ ਉਹ ਜ਼ਿਆਦਾ ਸੀ। ਸੋ 2016-17 ਦੇ ਵਿੱਚ ਕਰੰਟ ਅਕਾਊਂਟ ਡੈਫਿਸਿਟ ਬੈਲੈਂਸ ਆਫ ਪੇਮੈਂਟ ਦਾ ਜਿਹੜਾ ਸੀਗਾ ਦੈਟ ਵਾਜ਼ 1,02,805 ਕਰੋੜ। ਬਹੁਤ ਜ਼ਿਆਦਾ ਵੱਡਾ ਅਮਾਊਂਟ ਇੱਕ ਜਿਹੜਾ ਇਹ ਕਰੰਟ ਅਕਾਊਂਟ ਡੈਫਿਸਿਟ ਦਾ ਸੀ। ਅਗਲੇ ਚੈਪਟਰ ਦੇ ਵਿੱਚ ਅਸੀਂ ਬੈਲੈਂਸ ਆਫ ਪੇਮੈਂਟ ਦੇ ਬਾਰੇ ਡਿਟੇਲ 'ਚ ਗੱਲ ਕਰਾਂਗੇ ਕਿ ਕੀ ਹੁੰਦਾ ਬੈਲੈਂਸ ਆਫ ਪੇਮੈਂਟ, ਕਰੰਟ ਅਕਾਊਂਟ ਡੈਫਿਸਿਟ ਕੀ ਹੁੰਦਾ ਹੈ, ਕੈਪੀਟਲ ਅਕਾਊਂਟ ਡੈਫਿਸਿਟ ਕੀ ਹੁੰਦਾ। ਤੋਂ ਆਲ ਥੀਸ ਟਰਮਸ ਵਿਲ ਬੀ ਡਿਸਕਸਡ ਇਨ ਡਿਟੇਲ ਇਨ ਦ ਨੈਕਸਟ ਲੈਕਚਰ। ਸੋ ਇੱਕ ਬਹੁਤ ਵੱਡਾ ਸੀਰੀਅਸ ਕੰਸਰਨ ਹੋ ਜਾਂਦਾ ਜਦੋਂ ਸਾਡੇ ਕੋਲ ਬੈਲੈਂਸ ਆਫ ਪੇਮੈਂਟ ਦੇ ਵਿੱਚ ਇੰਨਾ ਵੱਡਾ ਡੈਫਿਸਿਟ ਹੋਵੇ। ਇਹਦੇ ਤੋਂ ਇਲਾਵਾ ਅਦਰ ਫੇਲੀਅਰਸ ਦੀ ਗੱਲ ਕਰੀਏ ਤਾਂ ਫਿਸਕਲ ਡੈਫਿਸਿਟ ਇੱਕ ਬਹੁਤ ਵੱਡੀ ਸੀਰੀਅਸ ਪ੍ਰੋਬਲਮ ਸਾਨੂੰ ਫੇਸ ਕਰਨੀ ਪਈ ਹੈ ਇਸ 5 ਈਅਰ ਪਲਾਨ ਦੇ ਵਿੱਚ ਕਿ ਗਵਰਨਮੈਂਟ ਦੇ ਫਾਈਨੈਂਸ਼ੀਅਲ ਰਿਸੋਰਸਿਸ ਦੇ ਵਿੱਚ ਜਿਹੜਾ ਘੱਟ ਆ। ਫਿਸਕਲ ਡੈਫਿਸਿਟ 4.6% ਆਫ GDP ਇਨ ਈਅਰ 2013-14 ਐਂਡ 2014-15 ਦੇ ਵਿੱਚ 4.1% ਆਫ GDP। ਬਹੁਤ ਜ਼ਿਆਦਾ ਇਹ ਫਿਸਕਲ ਡੈਫਿਸਿਟ ਹੈਗਾ, ਬਹੁਤ ਵੱਡਾ ਘੱਟ ਹੈ ਗਵਰਨਮੈਂਟ ਦੇ ਲਈ। ਸੋ 2016-17 ਦੇ ਲਈ ਫਿਸਕਲ ਡੈਫਿਸਿਟ ਕਿੰਨਾ ਸੀ 3.5% ਆਫ GDP। ਤੋਂ ਇਹਨਾਂ ਸਾਰੇ ਈਅਰਸ ਦੇ ਦੌਰਾਨ ਜਿੰਨਾ ਵੀ ਅਸੀਂ 2012 ਤੋਂ 2017 ਦੇ ਵਿੱਚ ਦੇਖੀਏ ਤਾਂ ਫਿਸਕਲ ਡੈਫਿਸਿਟ ਬਹੁਤ ਹਾਈ ਸੀਗਾ ਗਵਰਨਮੈਂਟ ਦੇ ਲਈ। ਤੋਂ ਟਾਰਗੇਟ ਗਵਰਨਮੈਂਟ ਨੇ ਰੱਖਿਆ ਸੀ ਸਿਰਫ 3% ਦਾ, ਪਰ ਉਹਦੇ ਨਾਲ ਹਮੇਸ਼ਾ ਇਹ ਹਾਈ ਰਿਹਾ ਡਿਊਰਿੰਗ ਦਿਸ ਪਲਾਨ। ਸੋ ਅਨਇੰਪਲੋਇਮੈਂਟ ਸਟਿਲ ਹਾਈ ਆ। ਬੇਸ਼ੱਕ 50 ਮਿਲੀਅਨ ਨਿਊ ਜੌਬ ਕ੍ਰੀਏਸ਼ਨਸ ਦੀ ਗੱਲ ਗਵਰਨਮੈਂਟ ਨੇ ਇਸ ਪਲਾਨ 'ਚ ਕੀਤੀ, ਬਟ ਸਟਿਲ ਅਨਇੰਪਲੋਇਮੈਂਟ ਬਹੁਤ ਹਾਈ ਆ ਕੰਟਰੀ ਦੇ ਵਿੱਚ। ਫਿਰ ਇਹ ਜਿਹੜਾ ਪਲਾਨ ਹੈਗਾ ਰੀਜਨਲ ਇਨਇਕੁਐਲਿਟੀ ਨੂੰ ਦੂਰ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਪਾਇਆ। ਕਰਪਸ਼ਨ, ਲੀਕੇਜ ਆਫ ਫੰਡਸ ਐਂਡ ਪਬਲਿਕ ਪ੍ਰੋਜੈਕਟਸ ਇਨ ਸਕੈਮਸ ਇਨ ਪਬਲਿਕ ਪ੍ਰੋਜੈਕਟਸ ਆਰ ਵੈਰੀ ਰੈਂਪੈਂਟ ਸਟਿਲ ਹੈਗੇ ਆ। ਹੈਲਥ ਇਨਫਰਾਸਟਰਕਚਰ ਅਜੇ ਵੀ ਇੰਨਾ ਜ਼ਿਆਦਾ ਇੰਪਰੂਵ ਨਹੀਂ ਹੋਇਆ। growth in professional educational vocational education and higher education is still very low। तो एक कोई desired जिन्ने results ਸੀਗੇ ਉਹ ਇਸ plan ਦੇ ਵਿੱਚੋਂ ਨਹੀਂ ਮਿਲ ਪਾਏ। ਹੁਣ ਅਗਰ ਅਸੀਂ ਗੱਲ ਕਰੀਏ ਥਰਸਟ ਏਰੀਆਜ਼ ਦੀ 12th 5 year plan ਦੇ ਵਿੱਚ ਗਵਰਨਮੈਂਟ ਦੇ ਮੇਨ ਥਰਸਟ ਏਰੀਆਜ਼ ਕਿਹੜੇ ਸੀ, ਮੇਨ ਫੋਕਸ ਏਰੀਆਜ਼ ਕਿਹੜੇ ਸੀਗੇ, ਉਹਨਾਂ ਦੀ ਗੱਲ ਕਰੀਏ ਤਾਂ ਐਜੂਕੇਸ਼ਨ, health, nutrition, drinking water, environment protection, agriculture, rural development, social justice, physical infrastructure, energy sector and scientific development। ਇਹ ਸਾਰੇ ਗਵਰਨਮੈਂਟ ਦੇ ਮੇਨ ਥਰਸਟ ਏਰੀਆ ਸੀਗੇ ਕਿ ਇਹਨਾਂ ਦੀ ਡਿਵੈਲਪਮੈਂਟ ਦੇ ਲਈ ਵਿਸ਼ੇਸ਼ ਕੰਮ ਜਿਹੜਾ ਉਹ ਕੀਤਾ ਜਾਊਗਾ। ਹੁਣ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਪ੍ਰਾਇਮਰੀ ਐਜੂਕੇਸ਼ਨ ਦੀ ਕੁਆਲਿਟੀ ਦੇ ਵਿੱਚ ਸੁਧਾਰ ਕਰਨਾ, ਐਕਸਪੈਂਸ਼ਨ ਆਫ ਸੈਕੰਡਰੀ ਐਜੂਕੇਸ਼ਨ, ਉਹਦੇ ਵਿੱਚ ਗ੍ਰੋਸ ਐਨਰੋਲਮੈਂਟ ਰੇਸ਼ੋ ਨੂੰ ਵਧਾਉਣਾ, ਹਾਇਰ ਐਜੂਕੇਸ਼ਨ ਦੇ ਵਿੱਚ ਵੋਕੇਸ਼ਨਲ ਐਜੂਕੇਸ਼ਨ ਨੂੰ, ਸਕਿੱਲ ਐਜੂਕੇਸ਼ਨ ਨੂੰ, ICT ਦੀ ਇਨਵੋਲਵਮੈਂਟ, ਗ੍ਰੋਸ ਐਨਰੋਲਮੈਂਟ ਰੇਸ਼ੋ ਨੂੰ ਇਨਕਰੀਜ਼ ਕਰਨਾ 25% ਤੋਂ ਜ਼ਿਆਦਾ। ਤਾਂ ਇਹ ਟਾਰਗੇਟਸ ਰੱਖੇ ਗਏ ਸੀਗੇ ਜਿਹੜੇ ਕਿ ਅਚੀਵ ਨਹੀਂ ਕੀਤੇ ਜਾ ਸਕੇ। ਹੈਲਥ, ਨਿਊਟ੍ਰੀਸ਼ਨ, ਡਰਿੰਕਿੰਗ ਵਾਟਰ, এনवायरमेंट ਪ੍ਰੋਟੈਕਸ਼ਨ ਦੀ ਗੱਲ ਕਰੀਏ ਤਾਂ ਰੂਰਲ ਹੈਲਥ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨਾ, ਨੈਸ਼ਨਲ ਜਿਹੜਾ ਹੈਲਥ ਰੂਰਲ ਹੈਲਥ ਮਿਸ਼ਨ ਹੈਗਾ ਉਹਦੇ ਅੰਡਰ ਨਿਊਟ੍ਰੀਸ਼ਨਲ ਸਪੋਰਟ ਟੂ ਚਿਲਡਰਨ ਐਂਡ ਵੂਮੈਨ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਪ੍ਰੈਗਨੈਂਟ ਵੂਮੈਨ ਜਾਂ ਜਿਹੜੀਆਂ ਮਦਰਸ ਹੈਗੀਆਂ ਆ ਉਹਨਾਂ ਨੂੰ ਗਵਰਨਮੈਂਟ ਕੈਸ਼ ਵੀ ਦਿੰਦੀ ਆ ਔਰ ਨਾਲ ਦੀ ਨਾਲ ਜਿਹੜਾ ਫੂਡ ਵੀ ਪ੍ਰੋਵਾਈਡ ਕਰਦੇ ਹੈਲਦੀ ਫੂਡ, ਤਾਂ ਕਿ ਜਿਹੜਾ ਮਿਡ ਡੇ ਮੀਲ ਬੱਚਿਆਂ ਨੂੰ ਸਕੂਲਸ ਦੇ ਵਿੱਚ ਤਾਂ ਕਿ ਅੱਛੀ ਹੈਲਥ ਜਿਹੜੀ ਹੈ ਇਨਸ਼ੋਰ ਕੀਤੀ ਜਾ ਸਕੇ। ਅਰਬਨ ਹੈਲਥ ਫੈਸਿਲਿਟੀਜ਼ ਅਸੀਂ ਰੋਡਸ, ਹਸਪੀਟਲਸ, ਸਕੂਲਸ, ਕਾਲਜਿਸ ਇਹ ਸਾਰੀਆਂ ਫੈਸਿਲਿਟੀਜ਼ ਦੇਖਦੇ ਹਾਂ। ਯੂਨੀਵਰਸਲ ਐਕਸੈਸ ਟੂ ਸੇਫ ਡਰਿੰਕਿੰਗ ਵਾਟਰ, ਸਾਰਿਆਂ ਤੱਕ ਪਾਈਪਡ ਡਰਿੰਕਿੰਗ ਵਾਟਰ, ਸਾਫ ਸੁਥਰਾ ਪੀਣ ਵਾਲਾ ਪਾਣੀ ਪਾਈਪਾਂ ਰਾਹੀਂ, ਟੈਪਸ ਦੇ ਰਾਹੀਂ ਹਰੇਕ ਘਰ ਤੱਕ ਪਹੁੰਚ ਸਕੇ। ਫੋਰੈਸਟ ਐਂਡ ਟਰੀ ਕਵਰ ਨੂੰ ਵਧਾਇਆ ਜਾ ਸਕੇ। ਇੱਦਾਂ ਦੇ ਟਾਰਗੇਟਸ ਜਿਹੜੇ ਥਰਸਟ ਏਰੀਆ ਸੀਗੇ ਗਵਰਨਮੈਂਟ ਦੇ ਇਸ ਪਲਾਨ ਦੇ ਦੌਰਾਨ ਜਿਹੜੇ ਕਿ ਕਿਸੇ ਹੱਦ ਤੱਕ ਅਚੀਵ ਨਹੀਂ ਕੀਤੇ ਜਾ ਸਕੇ। ਰੂਰਲ ਡਿਵੈਲਪਮੈਂਟ ਦੇ ਵੱਲ ਸਪੈਸ਼ਲ ਧਿਆਨ ਦੇਣ ਦੇ ਲਈ ਇਹਨਾਂ ਨੇ ਨੈਸ਼ਨਲ ਰੂਰਲ ਇੰਪਲੋਇਮੈਂਟ ਜਨਰੇਸ਼ਨ ਪ੍ਰੋਗਰਾਮਸ ਨੂੰ ਹੋਰ ਸਟਰੈਂਥਨ ਕਰਨਾ, ਅਪਗ੍ਰੇਡੇਸ਼ਨ ਆਫ ਰੂਰਲ ਇਨਫਰਾਸਟਰਕਚਰ, ਬਟ ਸਟਿਲ ਬਹੁਤ ਸਾਰੀਆਂ ਰੂਰਲ ਏਰੀਆਜ਼ ਦੇ ਵਿੱਚ ਇਨਫਰਾਸਟਰਕਚਰਲ ਡਿਵੈਲਪਮੈਂਟ ਦੇ ਪੱਖੋਂ ਦੇਖੀਏ ਤਾਂ ਬਹੁਤ ਘਾਟ ਹਜੇ ਵੀ ਹੈਗੀ ਆ।
ਸੋਸ਼ਲ ਜਸਟਿਸ ਦੀ ਗੱਲ ਕਰੀਏ ਤਾਂ SC STs BC ਐਂਡ ਮਾਈਨੋਰਿਟੀਜ਼ ਫੀਮੇਲ ਜਾਂ ਚਿਲਡਰਨ ਉਹਨਾਂ ਦੇ ਰਾਈਟਸ ਦੇ ਵੱਲ ਧਿਆਨ ਦੇਣਾ, ਉਹਨਾਂ ਦੇ ਲਈ ਮੋਰ ਅਪਰਚੁਨਿਟੀਜ਼ ਜਿਹੜੀਆਂ ਆ ਉਹ ਪੈਦਾ ਕਰਨੀਆਂ, ਉਹਨਾਂ ਦੇ ਲਈ ਜਿਹੜਾ ਗਵਰਨਮੈਂਟ ਫੰਡ ਖਰਚ ਕਰਦੀ ਉਹਦੇ ਵਿੱਚ ਲੀਕੇਜਿਸ ਨੂੰ ਪ੍ਰੀਵੈਂਟ ਕਰਨਾ। ਇਸ ਤੋਂ ਇਲਾਵਾ ਫਿਜ਼ੀਕਲ ਇੰਫਰਾਸਟਰਕਚਰ ਦੀ ਗੱਲ ਕਰੀਏ ਤਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਥਰੂ ਇਨਵੈਸਟਮੈਂਟ ਕਰਨੀ, ਇੱਦਾਂ ਦੀਆਂ ਪਾਲਿਸੀਜ਼ ਬਣਾਉਣੀਆਂ ਕਿ ਟਾਈਮ ਬਾਉਂਡ ਕ੍ਰੀਏਸ਼ਨ ਹੋ ਸਕੇ ਚੀਜ਼ਾਂ ਦੀ, ਵਰਲਡ ਕਲਾਸ ਜਿਹੜਾ ਇੰਫਰਾਸਟਰਕਚਰ ਆ ਉਹ ਕੰਟਰੀ ਦੇ ਵਿੱਚ ਕ੍ਰੀਏਟ ਹੋਵੇ, ਰੇਲ ਐਂਡ ਰੋਡ ਇੰਫਰਾਸਟਰਕਚਰ ਇੰਪਰੂਵ ਹੋ ਸਕੇ, 에ਅਰਪੋਰਟਸ ਦੀ ਮਾਡਰਨਾਈਜੇਸ਼ਨ, ਕੈਪੈਸਿਟੀ ਐਡੀਸ਼ਨ ਆਫ ਪੋਰਟਸ। ਐਨਰਜੀ ਸੈਕਟਰ ਦੀ ਗੱਲ ਕਰੀਏ ਤੇ ਕਲੀਨ ਐਨਰਜੀ ਨੂੰ, ਸੋਲਰ ਐਨਰਜੀ ਐਂਡ ਵਿੰਡ ਐਨਰਜੀ ਨੂੰ ਪ੍ਰਮੋਟ ਕਰਨਾ, ਉਹਦੇ ਵਾਸਤੇ ਗਵਰਨਮੈਂਟ ਸਬਸਿਡੀਜ਼ ਵੀ ਪ੍ਰੋਵਾਈਡ ਕਰ ਰਹੀ ਆ। ਸਾਇੰਟੀਫਿਕ ਡਿਵੈਲਪਮੈਂਟ ਦੇ ਲਈ ਜਿਹੜਾ ਕੰਟਰੀ ਦੇ ਵਿੱਚ ਰਿਸਰਚ ਕਾਉਂਸਲ ਦੀ ਸੈਟਅਪ ਕਰਨਾ, ਔਰ ਇਹਦੇ ਤੋਂ ਇਲਾਵਾ ਸੈਟੇਲਾਈਟ ਲਾਂਚ ਕੈਪੇਬਿਲਿਟੀਜ਼ ਨੂੰ ਡਿਵੈਲਪ ਕਰਨਾ, ਔਰ ਇਸ ਲਾਈਨ ਦੇ ਵਿੱਚ ISRO ਆਲਰੇਡੀ ਬਹੁਤ ਅੱਛਾ ਕੰਮ ਕਰ ਵੀ ਰਿਹਾ ਆ। ਡਿਵੈਲਪਮੈਂਟ ਆਫ ਨਿਊ ਐਨਰਜੀ ਸਿਸਟਮ ਐਂਡ ਡਿਵੈਲਪਮੈਂਟ ਆਫ ਨੈਨੋ ਟੈਕਨੋਲੋਜੀ, ਪ੍ਰਮੋਟਿੰਗ ਰਿਸਰਚ ਐਂਡ ਇਨੋਵੇਸ਼ਨ, ਇਹ ਸਾਰੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ, ਇਹ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਜਿਹੜਾ ਸੀਗਾ ਇਹ ਇਸ ਪਲਾਨ ਦਾ ਥਰਸਟ ਏਰੀਆ ਸੀ। ਕਿਸੇ ਹੱਦ ਤੱਕ ਅੱਛਾ ਕੰਮ ਕੀਤਾ ਵੀ ਹੈ ਨਾ ਸੈਕਟਰਸ ਦੇ ਵਿੱਚ ਗਵਰਨਮੈਂਟ ਨੇ, ਬਟ ਸਟਿਲ ਜੋ ਰਿਕੁਆਇਰਡ ਅਚੀਵਮੈਂਟ ਹੋਣੀਆਂ ਚਾਹੀਦੀਆਂ ਸੀ, ਜੋ ਟਾਰਗੇਟਸ ਰੱਖੇ ਗਏ ਸੀਗੇ ਉਹਨਾਂ ਨੂੰ ਅਚੀਵ ਕਰਨ ਦੇ ਵਿੱਚ ਗਵਰਨਮੈਂਟ ਨਾਕਾਮ ਰਹੀ ਹੈ। ਸੋ 11th 5 year ਪਲਾਨ ਦੇ ਵਿੱਚ ਬਿਕਾਜ਼ 7.9% ਜਿਹੜਾ ਅਸੀਂ ਦੇਖਦੇ ਹਾਂ ਕਿ ਜਿਹੜਾ ਪਰ ਐਨਮ ਗਰੋਥ ਰੇਟ ਅਚੀਵ ਕੀਤਾ ਸੀਗਾ ਗਵਰਨਮੈਂਟ ਨੇ, ਉਹ ਉਸ ਦੇ ਮੱਦੇ ਨਜ਼ਰ ਹੀ 12th 5 year ਪਲਾਨ ਦਾ ਗਰੋਥ ਰੇਟ ਜਿਹੜਾ ਅਚੀਵ ਕਰਨ ਦਾ ਟਾਰਗੇਟ 8% ਪਰ ਐਨਮ ਰੱਖਿਆ ਗਿਆ ਸੀ, ਬਟ ਇਹ ਜਿਹੜਾ ਇਸ ਟਾਰਗੇਟ ਤੋਂ ਕਾਫੀ ਘੱਟ 6.7% ਰਹਿ ਗਿਆ। ਤੋ ਬਹੁਤ ਸਾਰੇ ਅਜੇ ਵੀ ਜਿਹੜੇ ਇੱਦਾਂ ਦੇ ਸ਼ਾਰਟਕਮਿੰਗਸ ਹੈਗੀਆਂ ਆ ਜਿਨ੍ਹਾਂ ਨੂੰ ਓਵਰਕਮ ਕਰਨ ਦੀ ਲੋੜ ਹੈਗੀ ਆ ਤਾਂ ਕਿ ਕੰਟਰੀ ਦੇ ਵਿੱਚ ਰੈਪਿਡ ਗਰੋਥ ਹੋ ਸਕੇ। ਉਹਦੇ ਵਾਸਤੇ ਗਵਰਨਮੈਂਟ ਦੇ ਲਈ ਜ਼ਰੂਰੀ ਹੈਗਾ ਆ ਕਿ ਰਾਈਜ਼ਿੰਗ ਐਨਰਜੀ ਪ੍ਰਾਈਸਿਸ ਨੂੰ, ਇਨਫਲੇਸ਼ਨ ਨੂੰ ਕੰਟਰੋਲ ਕਰੇ, ਲੈਕ ਆਫ ਕੁਆਲਿਟੀ ਇੰਫਰਾਸਟਰਕਚਰ ਜਿਹੜਾ ਹੈਗਾ ਉਹਨੂੰ ਕੋਪ ਅਪ ਕਰਨ ਦੇ ਲਈ ਇੰਫਰਾਸਟਰਕਚਰ ਦੀ ਕੁਆਲਿਟੀ ਵੱਲ ਧਿਆਨ ਦੇਣਾ, ਔਰ ਐਗਰੀਕਲਚਰ ਦੀ ਸਪੈਸ਼ਲੀ ਗਰੋਥ ਦੇ ਵੱਲ ਧਿਆਨ ਦੇਣਾ, ਔਰ ਇੰਪਲੋਇਮੈਂਟ ਜਨਰੇਟ ਕਰਨਾ ਬਹੁਤ ਜ਼ਰੂਰੀ ਹੈ। ਸਕਿੱਲ ਫਾਰਮੇਸ਼ਨ ਦੀ ਕਾਫੀ ਘਾਟ ਹੈ, ਸਕਿਲਡ ਲੇਬਰ ਦੀ ਇੰਡੀਆ ਦੇ ਵਿੱਚ, ਤੋਂ ਸਕਿੱਲ ਪ੍ਰਮੋਟ ਕਰਨਾ, ਵੋਕੇਸ਼ਨਲ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ, ਇੰਫਰਾਸਟਰਕਚਰ ਦੀ ਡਿਵੈਲਪਮੈਂਟ ਦੇ ਨਾਲ ਨਾਲ ਡਿਜੀਟਾਈਜੇਸ਼ਨ ਵੱਲ ਧਿਆਨ ਦੇਣਾ, ICT ਨੂੰ ਪ੍ਰਮੋਟ ਕਰਨਾ, ਇਹ ਬਹੁਤ ਕੁਝ ਜ਼ਰੂਰੀ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਨਾਲ ਕੰਟਰੀ ਦੇ ਵਿੱਚ ਇਹ ਜਿਹੜੇ ਗੋਲ ਜਿਹੜੇ ਅਜੇ ਵੀ ਅਚੀਵ ਨਹੀਂ ਕੀਤੇ ਗਏ ਉਹਨਾਂ ਨੂੰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆ ਉਹ ਕਰ ਸਕਦੇ ਹਾਂ ਅਚੀਵ। ਫਿਰ ਨਾਲ ਦੀ ਨਾਲ ਇਹ ਸਾਰੀਆਂ ਅਚੀਵਮੈਂਟਸ ਦੇ ਦੌਰਾਨ ਧਿਆਨ ਰੱਖਣ ਦੀ ਲੋੜ ਹੈਗੀ ਆ ਕਿ ਨਾਲ ਕਿਉਂਕਿ ਅਸੀਂ ਗਲੋਬਲ ਜਿਹੜੀਆਂ ਇਕਨੋਮਿਕ ਕੰਡੀਸ਼ਨਸ ਆ ਉਹਨਾਂ ਦੇ ਬਾਰੇ ਜ਼ਿਆਦਾ ਪ੍ਰੈਡਿਕਸ਼ਨ ਨਹੀਂ ਕਰ ਸਕਦੇ, ਅਨਸਰਟੇਨ ਆ। ਔਰ ਅੱਜ ਕੱਲ੍ਹ ਬਿਕਾਜ਼ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈ, ਹਰ ਕੰਟਰੀ ਦੂਸਰੀ ਕੰਟਰੀਜ਼ ਦੇ ਨਾਲ ਟ੍ਰੇਡ ਕਰਦੀ ਆ, ਉਹਦੀ ਵਜ੍ਹਾ ਦੇ ਨਾਲ ਜਦੋਂ ਗਲੋਬਲੀ ਕੋਈ ਵੀ ਇਸ ਤਰ੍ਹਾਂ ਦੀ ਸਾਈਕਲ ਆਉਂਦਾ ਹੈ ਇਕੋਨਮੀ ਦੇ ਵਿੱਚ ਤਾਂ ਉਹਦਾ ਇੰਪੈਕਟ ਹਰ ਇੱਕ ਕੰਟਰੀ ਤੇ ਆਉਂਦਾ ਹੈ। ਤਾਂ ਉਸ ਚੀਜ਼ ਤੋਂ ਪ੍ਰੀਵੈਂਟ ਕਰਨ ਦੇ ਲਈ ਵੀ ਪ੍ਰਾਇਰ ਜਿਹੜੀ ਆ ਪਲੈਨਿੰਗ ਬਹੁਤ ਜ਼ਰੂਰੀ ਆ। ਸੋ ਜਿਸ ਤਰ੍ਹਾਂ ਅਸੀਂ ਡੈਟ ਕ੍ਰਾਈਸਿਸ ਦੀ ਗੱਲ ਕਰੀਏ ਕਿ ਮਿਡਲ ਈਸਟ ਕੰਟਰੀਜ਼ ਹੈਗੀਆਂ ਆ ਜਾਂ ਗ੍ਰੀਸ ਦੀ ਐਗਜ਼ਾਮਪਲ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਇਕਨੋਮਿਕ ਕ੍ਰਾਈਸਿਸ ਇਹਨਾਂ ਕੰਟਰੀਜ਼ ਦੇ ਵਿੱਚ ਆਏ ਆ। ਤਾਂ ਉਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਵੀ ਜਿਹੜਾ ਬਹੁਤ ਜ਼ਰੂਰੀ ਹੈਗਾ ਆ ਕਿ ਗਵਰਨਮੈਂਟ ਕੁਛ ਟਫ ਡਿਸੀਜ਼ਨਸ ਲਵੇ ਤਾਂ ਕਿ ਇੰਡੀਆ ਦੀ ਜਿਹੜੀ ਪੋਜੀਸ਼ਨ ਹੈਗੀ ਆ ਫਾਸਟੈਸਟ ਗਰੋਇੰਗ ਨੇਸ਼ਨਸ ਆਫ ਦਾ ਵਰਲਡ ਦੇ ਤੌਰ ਤੇ, ਇੱਕ ਵਨ ਆਫ ਦਾ ਫਾਸਟੈਸਟ ਗਰੋਇੰਗ ਨੇਸ਼ਨਸ ਆਫ ਦਾ ਵਰਲਡ ਦੇ ਤੌਰ ਤੇ ਜੋ ਇੱਕ ਕੰਟਰੀ ਦੀ ਇਮੇਜ ਹੈਗੀ ਆ ਉਹਨੂੰ ਮੇਨਟੇਨ ਕਰਕੇ ਰੱਖਣ ਦੇ ਲਈ, ਉਹਨੂੰ ਬਣਾਈ ਰੱਖਣ ਦੇ ਲਈ ਔਰ ਹਾਇਰ ਡਿਵੈਲਪਮੈਂਟ ਗੋਲਸ ਨੂੰ ਅਚੀਵ ਕਰਨ ਦੇ ਲਈ ਟਫ ਡਿਸੀਜ਼ਨ ਜਿਹੜੇ ਆ ਉਹ ਗਵਰਨਮੈਂਟ ਨੂੰ ਲੈਣੇ ਪੈਣਗੇ। ਔਰ ਇਹਦੇ ਵਾਸਤੇ ਜਿਹੜਾ ਪੋਲੀਟੀਕਲ ਕੋਆਰਡੀਨੇਸ਼ਨ ਜਿਹੜੀ ਹੈਗੀ ਆ that is much required. Only then India can realize its targets which were meant to be achieved in these 5-year plans. Now when the 5-year planning system has been removed, but ਫਿਰ ਵੀ ਬਹੁਤ ਸਾਰਾ ਕੰਮ ਜੋ ਹੈਗਾ ਆ ਉਹ ਅਦਰ ਵੇਜ਼ ਨਾਲ ਨਿਊ ਸਟ੍ਰੈਟਜੀਜ਼ ਬਣਾ ਕੇ ਇੰਡੀਆ ਦੇ ਵਿੱਚ ਹੁਣ ਇਹ ਟਾਰਗੇਟਸ ਨੂੰ ਅਚੀਵ ਕਰਨ ਦੀ ਲੋੜ ਹੈਗੀ ਆ। ਐਂਡ ਇਹਦੇ ਵਾਸਤੇ ਜਿਹੜਾ ਬਹੁਤ ਜ਼ਰੂਰੀ ਹੈਗਾ ਕਿ ਇਸ ਤਰ੍ਹਾਂ ਦਾ ਕੰਡਿਊਸਿਵ ਐਨਵਾਇਰਨਮੈਂਟ ਗਵਰਨਮੈਂਟ ਕ੍ਰੀਏਟ ਕਰੇ ਜਿਹਦੇ ਨਾਲ ਕਿ ਇਹ ਟਾਰਗੇਟਸ ਨੂੰ ਅਚੀਵ ਕੀਤਾ ਜਾ ਸਕੇ ਔਰ ਕੰਟਰੀ ਦੇ ਵਿੱਚ
जो सस्टेनेबल डेवलपमेंट और जो ਇਨਕਲੂਸਿਵ ਗਰੋਥ सबका साथ सबका विकास ਦਾ ਜੋ ਸਲੋਗਨ ਗਵਰਨਮੈਂਟ ਵੱਲੋਂ ਦਿੱਤਾ ਜਾਂਦਾ ਉਹਨੂੰ ਅਸਲ ਦੇ ਵਿੱਚ ਰਿਅਲਾਈਜ਼ ਕੀਤਾ ਜਾ ਸਕੇ ਸੋ ਦਿਸ ਇਜ਼ all about 12th 5-year plan. Thank you.